हकीकत नूं समझो, अगलियां दा निशाना तुहाडे धर्म नूं, तुहाडी कौम नूं, तुहानूं मलिया मेट करना वा। जिहड़ा बंदा इस चीज़ नूं नहीं समझदा, जिहड़ा बंदा इस गल नूं नहीं मनदा कि यह इंडिया दा हिंदूत्व दा सिखिज़म उत्ते हल्ला वा, ये जंग हिंद पंजाब दा जिहड़ा आपां पढ़दे आए आ ना, ये उही चीज़ आ। वाहिगुरू जी का खालसा वाहिगुरू जी की फतेह। गुरप्यारिओ, जो केंद्र सरकार ने ऑर्ਡੀਨੈਂਸ पास किए ने ਉਹ बहुत सोची समझी साजिश के अधीन किए गए ने। ਇਹ सिर्फ ਤੇ सिर्फ किसानी ਨੂੰ ਢਾਹ ਲਾਉਣ ਵਾਸਤੇ ਨਹੀਂ, ਇਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਮੁਕਾਉਣ ਵਾਸਤੇ ਕੀਤੇ ਗਏ ਨੇ। ਤੇ ਇਹ ਗੱਲ ਸਿੱਖ ਬੁੱਧੀਜੀਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਜਿਹੜਾ ਮਸਲਾ ਅਸੀਂ ਸਿਰਫ ਕਿਸਾਨਾਂ ਨਾਲ ਜੁੜਿਆ ਸੋਚ ਰਹੇ ਹਾਂ, ਉਹ ਅਸਲ ਦੇ ਵਿੱਚ ਪੰਜਾਬ ਦੀ ਪੰਜਾਬੀਆਂ ਦੀ ਹੋਂਦ ਨਾਲ ਜੁੜਿਆ ਹੋਇਆ ਹੈ ਕਿ ਇਸ ਤਰੀਕੇ ਧਰਮ ਨੂੰ, ਕੌਮ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਨੂੰ ਮਲਿਆ ਮੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਤੁਹਾਨੂੰ ਸੰਖੇਪ ਵਿੱਚ ਦੱਸ ਰਹੇ ਨੇ ਭਾਈ ਸਰਬਜੀਤ ਸਿੰਘ ਕੁਮਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਲਾਈਵ ਦੇ ਵਿੱਚ ਜਿਹੜੇ ਆਪਣੇ ਕੌਮੀ ਹਾਲਾਤ ਨੇ ਉਹਨਾਂ ਉੱਤੇ ਚਰਚਾ ਕਰਨੀ ਹੈ। ਤੇ ਇਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਲੈ ਕੇ ਆਂਦੇ ਆ, ਉਹਦੀ ਕਰਕੇ ਕੰਮ ਕਾਫੀ ਔਖਾ ਹੋਇਆ ਹੋਇਆ। ਪਰ ਸਾਡੇ ਬਹੁਤੇ ਬੰਦੇ ਜਿਹੜੇ ਨੇ ਝੂਠ ਝਾਟ ਜਿਹਾ ਬੋਲ ਕੇ ਜਾਂ ਜਜ਼ਬਾਤੀ ਜੀਆਂ ਗੱਲਾਂ ਉਹ ਕਰਕੇ ਜਿਹਦੇ ਨਾਲ ਆਡੀਅנס ਖੁਸ਼ ਹੁੰਦੀ ਹੋਵੇ, ਡੰਗ ਜਿਹਾ ਸਾਰ ਨੂੰ ਫਿਰਦੇ ਆ। ਪਰ ਜਿਹੜਾ ਹਿਸਾਬ ਕਿਤਾਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ, ਅਸੀਂ ਝੂਠ ਝਾਟ ਜਿਹਾ ਬੋਲ ਕੇ ਟਾਈਮ ਕੱਢਣ ਵਾਲੇ ਨਹੀਂ ਹੈਗੇ। ਬੇਸ਼ੱਕ ਕਿਸੇ ਭੈਣ ਭਰਾ ਨੂੰ ਸਾਡੀ ਗੱਲ ਦੇ ਨਾਲ ਸਹਿਮਤੀ ਹੋਵੇ ਨਾ ਹੋਵੇ, ਸਾਨੂੰ ਇਹ ਪਤਾ ਹੁੰਦਾ ਕਿ ਅਸੀਂ ਸੱਚ ਬੋਲਦੇ ਹੀ ਚੰਗੇ ਲੱਗਦੇ ਹਾਂ। ਤੇ ਸਾਡੇ ਮਨ ਦੇ ਅੰਦਰ, ਆਪਦੇ ਮਨ ਦੇ ਅੰਦਰ ਇਹ ਸਾਡੇ ਗੱਲ ਨਹੀਂ ਹੋਣੀ ਚਾਹੀਦੀ ਕਿ ਜਦੋਂ ਬੋਲਣ ਦੀ ਲੋੜ ਸੀ ਉਦੋਂ ਅਸੀਂ ਦੜ ਬੱਟੀ ਬੈਠੇ ਰਹੇ। ਸਾਡੇ ਤੋਂ ਜ਼ਮੀਰ ਮਾਰ ਕੇ ਨਹੀਂ ਜਿਉਇਆ ਜਾਣਾ। ਇਸੇ ਕਰਕੇ ਪਿਛਲੇ ਸਮਿਆਂ ਦੇ ਵਿੱਚ ਕਸ਼ਟ ਜਿਹੜੇ ਨੇ ਉਹ ਝੱਲੇ ਨੇ। ਤੇ ਅੱਜ ਵੀ ਇਹ ਗੱਲ ਨਹੀਂ ਹੋ ਸਕਦੀ ਕਿ ਸਾਡੀ ਕੌਮ, ਸਾਡੇ ਕੌਮੀ ਹਾਲਾਤ ਜਿਹੜੇ ਨੇ ਉਹਦੇ ਬਾਰੇ ਅਸੀਂ ਦੱਸੀਏ ਨਾ। ਸੋ ਮੈਂ ਬਾਹਲੇ ਆਲੇ ਦੁਆਲੇ ਭੂਮਿਕਾ ਨਾ ਬੰਨਣ ਦੀ ਬਜਾਏ ਮੈਂ ਸਾਫ਼ ਜੀ ਗੱਲ ਇਹ ਕਰਦਾ ਕਿ ਜਿਹੜੇ ਬੰਦਿਆਂ ਨੂੰ ਇਉਂ ਲੱਗਦਾ ਵੀ ਆਹ ਜਿਹੜਾ ਚੱਲ ਰਿਹਾ ਹੈਗਾ ਚੱਕਰ, ਵੀ ਇਹ ਇਕੱਲਾ ਖਨੀ ਕਿਸਾਨਾਂ ਦੇ ਖਿਲਾਫ ਕੁਛ ਬਿੱਲ ਕਾਲੇ ਆ ਗਏ ਤੇ ਵੀ ਇਹ ਜੇ ਠੀਕ ਹੋ ਜੇ, ਬਈ ਜੇਕਰ ਉਹ ਵਾਪਸ ਲੈ ਲੈਣ ਤੇ ਮਾਮਲਾ ਜਿਹੜਾ ਹੈਗਾ ਫਿਰ ਉਹ ਠੀਕ ਹੋ ਜੂ। ਇੱਦਾਂ ਨਹੀਂ ਹੈਗਾ। ਹਕੀਕਤ ਨੂੰ ਸਮਝੋ, ਅਗਲਿਆਂ ਦਾ ਨਿਸ਼ਾਨਾ ਤੁਹਾਡੇ ਧਰਮ ਨੂੰ, ਤੁਹਾਡੀ ਕੌਮ ਨੂੰ, ਤੁਹਾਨੂੰ ਮਲਿਆ ਮੇਟ ਕਰਨਾ ਵਾ। ਜਿਹੜਾ ਬੰਦਾ ਇਸ ਚੀਜ਼ ਨੂੰ ਨਹੀਂ ਸਮਝਦਾ, ਜਿਹੜਾ ਬੰਦਾ ਇਸ ਗੱਲ ਨੂੰ ਨਹੀਂ ਮੰਨਦਾ ਕਿ ਇਹ ਇੰਡੀਆ ਦਾ ਹਿੰਦੂਤਵ ਦਾ ਸਿੱਖਿਜ਼ਮ ਉੱਤੇ ਹੱਲਾ ਵਾ, ਇਹ ਜੰਗ ਹਿੰਦ ਪੰਜਾਬ ਦਾ ਜਿਹੜਾ ਆਪਾਂ ਪੜ੍ਹਦੇ ਆਏ ਆ ਨਾ, ਇਹ ਉਹੀ ਚੀਜ਼ ਆ। ਇਹਦੇ ਵਿੱਚ ਜਿਹੜੇ ਬੰਦੇ ਝੂਠ ਬੋਲਦੇ ਨੇ ਉਹ ਇਹ ਕਹਿੰਦੇ ਨੇ ਸਭ ਤੋਂ ਵੱਡਾ ਝੂਠ ਕਿ ਇਹ ਤਾਂ ਜੀ ਇੱਕ ਕਾਨੂੰਨ ਆ ਗਏ ਜੀ, ਕਾਨੂੰਨਾਂ ਦਾ ਮਸਲਾ ਹੈਗਾ ਵੀ ਕਾਨੂੰਨ ਗਲਤ ਕਿਉਂ ਪਾਸ ਹੋ ਗਈ। ਪਰ ਹਕੀਕਤ ਬਿਲਕੁਲ ਹੋਰ ਆ। ਅੱਜ ਮੈਂ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਜਿਹੜੀ ਸ਼ੇਅਰ ਕੀਤੀ ਆ ਇੰਟਰਵਿਊ, ਉਹ ਸਪੋਕਸਮੈਨ ਵਾਲਿਆਂ ਦੀ ਲਈ ਹੋਈ ਇੰਟਰਵਿਊ ਆ। ਉਹਦੇ ਵਿੱਚ ਵੀ ਇੱਕ ਵਕੀਲ ਸਾਹਿਬ ਬੜੀਆਂ ਚੰਗੀਆਂ ਗੱਲਾਂ ਕਰਦੇ ਆ। ਉਹਨੇ ਮਤਲਬ ਮੇਰਾ ਹੌਸਲਾ ਵਧਾਇਆ ਕਿ ਉਹਨਾਂ ਨੇ ਸੱਚ ਬੋਲਿਆ ਤੇ ਉਹ ਸੱਚ ਨੂੰ ਦੇਖ ਕੇ ਹੀ ਮੈਨੂੰ ਵੀ ਲੱਗਿਆ ਕਿ ਜੇ ਇਹ ਲੋਕ ਜਿਹੜੇ ਚਿੱਟੀਆਂ ਪੱਗਾਂ ਬੰਨ੍ਹਦੇ ਆ, ਜਿਹੜੇ ਮਤਲਬ ਵਕਾਲਤ ਇੱਕ ਇਹੋ ਜਿਹਾ ਹੈਗਾ ਪੇਸ਼ਾ ਜਿਹਦੇ ਵਿੱਚ ਕਈ ਵਾਰੀ ਬੰਦਾ ਆਪਦੇ ਪੱਖ ਨੂੰ ਮਜ਼ਬੂਤ ਕਰ ਲਈ ਜਿਹੜਾ ਹੈਗਾ, ਕਈ ਵਾਰੀ ਸੱਚ ਝੂਠ ਵੱਧ ਘੱਟ ਜਾਂਦਾ। ਪਰ ਉਸ ਸੱਜਣ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਦਾ ਪੱਖ ਜਿਹੜਾ ਹੈਗਾ ਕੌਮ ਦਾ ਪੇਸ਼ ਕੀਤਾ ਕਿ ਅਸਲ ਵਿੱਚ ਤਾਂ ਜਿਹੜੇ ਨਵਾਂ ਕਾਨੂੰਨ ਆ, ਇਹ ਸਰਕਾਰ ਧੱਕੇ ਨਾਲ ਖਾਲਿਸਤਾਨ ਵਾਲੇ ਪਾਸੇ ਨੂੰ ਗੱਲ ਤੋਰ ਰਹੀ ਹੈ।
ਜਦੋਂ ਇਹ ਚੀਜ਼ ਉਹਦੇ ਟਾਈਟਲ ਤੇ ਪੜ੍ਹੀ ਸਪੋਕਸਮੈਨ ਤੇ ਮੈਨੂੰ ਵੀ ਵਧੀਆ ਲੱਗੀ, ਪਰ ਸਾਰਿਆਂ ਨੂੰ ਵਧੀਆ ਲੱਗਦੀ ਹੈ। ਦੂਜੀ ਗੱਲ, ਜਿੱਦਣ ਤੋਂ ਇਹ ਚੱਲਿਆ ਮਸਲਾ, ਉਹਦੇ ਵਿੱਚ ਭਿੰਡਰਾਂ ਵਾਲੇ ਸੰਤਾਂ ਦਾ ਜ਼ਿਕਰ ਤੇ ਖਾਲਿਸਤਾਨੀ ਲਹਿਰ ਦਾ ਜ਼ਿਕਰ ਵੀ ਬਾਰ-ਬਾਰ ਹੋਣ ਲੱਗਿਆ ਵਾ। ਖਾਲਿਸਤਾਨ ਜਿਹੜਾ ਹੈ ਉਹਦੀ ਚਰਚਾ ਇਸ ਧਰਤੀ ਤੇ ਹੁੰਦੀ ਹੀ ਰਹਿਣੀ ਆ। ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਖਾਲਿਸਤਾਨ ਆ। ਦੂਜੀ ਗੱਲ, ਜਿਹੜੇ ਲੋਕ ਸਿਆਸੀ ਸੋਚ ਵਾਲੇ ਹੁੰਦੇ ਨੇ ਉਹਨਾਂ ਨੇ ਹਰ ਇੱਕ ਗੱਲ ਨੂੰ ਉੱਥੇ ਕਿ ਲਿਆ ਕੇ ਉਲਝਾ ਕੇ ਛੱਡ ਦੇਣਾ ਹੁੰਦਾ ਵੀ ਜੀ ਭਾਰਤੀ ਜਨਤਾ ਪਾਰਟੀ ਇੱਕ ਸਿਆਸੀ ਪਾਰਟੀ ਆ, ਉਹਨੇ ਆਪਦੇ ਵੋਟ ਬੈਂਕ ਜਾਂ ਆਪਦੇ ਹਿਸਾਬ ਨਾਲ ਆਹ ਜਿਹੜਾ ਲੈ ਕੇ ਆਂਦਾ ਬਿੱਲ, ਤੇ ਅਸੀਂ ਆਪਦੇ ਸਿਆਸੀ ਨਜ਼ਰੀਏ ਤੋਂ ਇਹਦਾ ਇਉਂ ਵਿਰੋਧ ਕਰਨਾ। ਆਮ ਤੌਰ ਤੇ ਸਿਆਸੀ ਦਲ ਜਾਂ ਸਿਆਸੀ ਲੀਡਰ ਇਸ ਤਰ੍ਹਾਂ ਕਰਦੇ ਆ, ਜਿਵੇਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਬਾਦਲ ਦਲ ਨੇ ਪਹਿਲਾਂ ਆਪਦੇ ਸਿਆਸੀ ਲੋੜ ਚੋਂ ਇਹਦੀ ਹਮਾਇਤ ਕਰਦੇ ਰਹੇ, ਫਿਰ ਜਦੋਂ ਲੱਗਿਆ ਕਿ ਇਹਦਾ ਵਿਰੋਧ ਕਰਨਾ ਚਾਹੀਦਾ ਫਿਰ ਉਹਨਾਂ ਨੇ ਵਿਰੋਧ ਕਰਤਾ। ਐਵੇਂ ਜਿਹੜੇ ਕਾਮਰੇਡ ਨੇ ਤੇ ਹੋਰ ਕਈ ਧਿਰਾਂ ਨੇ, ਉਹਨਾਂ ਨੂੰ ਲੱਗਿਆ ਕਿ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਮਸਲਾ ਵਾ, ਚਲੋ ਆਪਾਂ ਰਵਾਇਤੀ ਤੌਰ ਦੇ ਉੱਤੇ ਜਿਵੇਂ ਅੱਗੇ ਹਰੇਕ ਵਾਰੀ ਕਿਸਾਨੀ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਆਪਾਂ ਵਿਰੋਧ ਕਰਦੇ ਹਾਂ, ਕਾਮਰੇਡ ਭਾਈਚਾਰੇ ਨੇ ਉਵੇਂ ਇਹਦਾ ਵਿਰੋਧ ਕਰ ਲਿਆ। ਕਾਂਗਰਸ ਨੂੰ ਲੱਗਦਾ ਕਿ ਮੋਦੀ ਦੇ ਖਿਲਾਫ ਤੇ ਬਾਦਲਕਿਆਂ ਦੇ ਖਿਲਾਫ ਇਸ ਮੁੱਦੇ ਨੂੰ ਵਰਤ ਕੇ ਬਹੁਤ ਹੀ ਚੰਗੇ ਤਰੀਕੇ ਨਾਲ ਆਪਦਾ ਵੋਟ ਬੈਂਕ ਵਧਾਇਆ ਜਾ ਸਕਦਾ। ਉਹ ਕਹਿੰਦੇ ਜੀ ਆਪਾਂ ਵੀ ਇਹਦਾ ਵਿਰੋਧ ਕਰ ਲੈਂਦੇ ਹਾਂ। ਸੋ ਜਿਹੜੇ ਇਸ ਮੌਕੇ ਕਾਂਗਰਸ ਵਾਲੇ, ਬਾਦਲ ਦਲ ਵਾਲੇ, ਭਾਜਪਾ ਵਾਲੇ, ਕਾਮਰੇਡ ਜਾਂ ਕਾਂਗਰਸ ਜਾਂ ਹੋਰ ਜਿੰਨੇ ਵੀ ਸਿਆਸੀ ਦਲ ਨੇ ਜਾਂ ਸਿਆਸੀ ਲੀਡਰ ਨੇ, ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਆਪਣੇ ਬੰਦੇ ਐਵੇਂ ਫੜਫੂਲੀਆਂ ਮਾਰਨ ਲੱਗ ਜਾਂਦੇ ਆ, ਉਹ ਸਾਰੇ ਦੇ ਸਾਰੇ ਇੱਕ ਸਿਆਸਤ ਦੇ ਤਹਿਤ ਇਹ ਗੱਲਾਂ ਕਰਦੇ ਆ। ਤੇ ਜਦੋਂ ਵੀ ਤੁਸੀਂ ਸਿੱਖੋ ਇਸ ਗੱਲ ਨੂੰ ਇੱਕ ਸਿਆਸਤ ਦੇ ਦਾਇਰੇ ਵਿੱਚ ਰੱਖ ਕੇ ਸਾਰੀ ਗੱਲ ਨੂੰ ਵਿਚਾਰੋਗੇ, ਤੁਸੀਂ ਸੱਚਾ ਤੇ ਸਹੀ ਰਿਜ਼ਲਟ ਨਹੀਂ ਕੱਢ ਸਕੋਗੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜੀ ਸੇਧ ਸਾਨੂੰ ਬਖਸ਼ੀ ਆ, ਉਹ ਸੇਧ ਹੀ ਸਾਨੂੰ ਸਹੀ ਸਿੱਖਿਆ ਦੇਊਗੀ। ਜਦੋਂ ਤੁਸੀਂ ਇਹ ਸੋਚੋਗੇ ਕਿ ਇਹ ਸਾਡੀ ਕੌਮ ਉੱਤੇ ਹਮਲਾ, ਇਹ ਸਾਡੇ ਪੰਥ ਅਤੇ ਪੰਜਾਬ ਨੂੰ ਮਲੀਆ ਮੇਟ ਕਰਨ ਦੀ ਜਿਹੜੀ ਇੱਕ ਬਹੁਪਰਤੀ ਬਹੁਪੱਖੀ ਸਾਜ਼ਿਸ਼ ਆ, ਇਹ ਉਹਦੇ ਵਿੱਚੋਂ ਨਿਕਲਿਆ ਹੋਇਆ ਹਮਲਾ, ਫਿਰ ਤੁਹਾਨੂੰ ਹਰ ਇੱਕ ਗੱਲ ਦੇ ਅਰਥ ਜਿਹੜੇ ਆ ਉਹ ਹੋਰ ਤਰੀਕੇ ਨਾਲ ਦਿਖਣਗੇ। ਇਹ ਸਿੱਖਾਂ ਦੀ ਹੋਂਦ ਹਸਤੀ ਮਿਟਾਉਣ ਦਾ ਇੱਕ ਤਰੀਕਾ ਵਾ, ਔਰ ਇਹ ਇਕੱਲਾ ਤਰੀਕਾ ਨਹੀਂ, ਇੱਦਾਂ ਦੇ ਬਹੁਤ ਸਾਰੇ ਢੰਗ ਤਰੀਕੇ। ਸਾਡੀ ਬੋਲੀ ਦੇ ਖਿਲਾਫ ਤੁਹਾਡੇ ਸਾਹਮਣੇ ਉਹਨਾਂ ਨੇ ਰਾਜਸਥਾਨ ਦੇ ਵਿੱਚ ਪੰਜਾਬੀ ਬੋਲੀ ਦੇ ਖਿਲਾਫ ਸਟੈਂਡ ਲਿਆ। ਇਸੇ ਸਿਸਟਮ ਨੇ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਬੋਲੀ ਦੇ ਖਿਲਾਫ ਸਟੈਂਡ ਲਿਆ। ਹਰਿਆਣੇ, ਹਿਮਾਚਲ ਤੇ ਹੋਰਨਾਂ ਥਾਵਾਂ ਦੇ ਉੱਤੇ ਵੀ ਪੰਜਾਬੀ ਬੋਲੀ ਦਾ ਘਾਣ ਕਰਨ ਦੀਆਂ ਵਿਉਂਤਬੰਦੀਆਂ ਕੋਈ ਲੁਕੀਆਂ ਛਿਪੀਆਂ ਨਹੀਂ। ਸਾਡੀ ਪੰਜਾਬੀ ਮਾਂ ਬੋਲੀ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਤਾਂ ਮਾਣ ਸਤਿਕਾਰ ਪਾ ਸਕਦੀ ਆ, ਪਰ ਇੰਡੀਆ ਦੇ ਵਿੱਚ ਸਾਡੇ ਬੰਦੇ ਲਿਲਕੜੀਆਂ ਕੱਢਦੇ ਫਿਰਦੇ ਆ ਜੀ ਸਾਡੀ ਪੰਜਾਬੀ ਬੋਲੀ ਨੂੰ ਇੱਥੋਂ ਖਤਰਾ ਜੀ, ਇੱਥੋਂ ਖਤਰਾ। ਇੱਥੋਂ ਤੱਕ ਕਿ ਪੰਜਾਬ ਦੀ ਧਰਤੀ ਉੱਤੇ ਵੀ, ਪੰਜਾਬ ਦੇ ਵਿੱਚ ਵੀ ਸਾਡੀ ਬੋਲੀ ਨੂੰ ਬਹੁਤ ਵੱਡਾ ਖਤਰਾ ਵਾ। ਤੇ ਅੱਜ ਸਾਡੀ ਪੰਜਾਬੀ ਬੋਲੀ ਉਹੋ ਜਿਹੀ ਨਹੀਂ ਰਹੀ ਜਿਹੋ ਜਿਹੀ ਅਸਲ ਵਿੱਚ ਹੋਣੀ ਚਾਹੀਦੀ ਸੀ। ਜਿੰਨੇ ਬੰਦਿਆਂ ਨੇ ਪਿਛਲੇ ਸਮੇਂ ਦੇ ਵਿੱਚ ਪੰਜਾਬੀ ਮਾਂ ਬੋਲੀ ਲਈ ਕੰਮ ਕੀਤਾ, ਉਹਨਾਂ ਦਾ ਧੰਨਵਾਦ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੋਣੀ ਆਪਦੇ ਵੱਲੋਂ। ਪਰ ਅਸਲ ਹਕੀਕਤ ਇਹ ਆ ਕਿ ਪੰਜਾਬੀ ਦਾ ਜਿਹੜਾ ਅਸਲ ਮੋਹ ਮੁਹਾਵਰਾ ਉਹ ਵੀ ਮਾਰ ਦਿੱਤਾ ਗਿਆ ਹੋਇਆ। ਅੱਜ ਸਾਡੇ ਨਿਆਣੇ ਜਾਂ ਅਸੀਂ ਜਿਹੜੀ ਪੰਜਾਬੀ ਬੋਲਦੇ ਆ, ਇਹ ਇੱਕ ਘਾਚਾ ਮੀਚਾ ਜੀ ਬੋਲੀ ਆ। ਇਹ 'ਚ ਹਿੰਦੀ, ਅੰਗਰੇਜ਼ੀ, ਪੰਜਾਬੀ ਖਿਚੜੀ ਬੋਲੀ ਆ। ਸਾਡੇ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਜ਼ਿਆਦਾ ਵਧੀਆ ਪੰਜਾਬੀ ਬੋਲੀ ਜਾਂਦੇ ਆ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਾਹਰੋਂ ਇੱਕ ਸਾਡੇ ਭੈਣ ਜੀ ਨੇ, ਉਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਬਾਰੇ ਬਹੁਤ ਕੰਮ ਕੀਤਾ। ਜਿਹੜੀਆਂ ਸਾਡੀਆਂ ਨਿੱਕੀਆਂ ਬਾਤਾਂ ਨੇਗੀਆਂ, ਜਿਹੜਾ ਤੋਤਾ ਮੈਨਾ ਵਾਲੀਆਂ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਪਰ ਮਰੇ, ਇੱਦਾਂ ਦੀਆਂ ਬਹੁਤ ਸਾਰੀਆਂ ਉਹਨਾਂ ਨੇ ਬਹੁਤ ਮਹਿੰਗੇ ਕਾਗਜ਼ ਉੱਤੇ ਕਿਤਾਬਾਂ ਛਾਪ ਕੇ ਸਾਡੇ ਸਿੱਖ ਨਵੀਂ ਪਨੀਰੀ ਲਈ ਉਹਨਾਂ ਨੇ ਉਹ ਚੀਜ਼ ਤਿਆਰ ਕੀਤੀ। ਇਵੇਂ ਹੀ ਵੱਖ-ਵੱਖ ਮੁਲਕਾਂ ਦੇ ਵਿੱਚ ਬਾਹਰਲਿਆਂ 'ਚ ਬੈਠੇ ਹੋਏ ਸਾਡੇ ਪੰਜਾਬੀ ਭੈਣ ਭਰਾ ਜਿਹੜੇ ਨੇ, ਉਹ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰਦੇ ਆ। ਪਰ ਪੰਜਾਬ ਦੇ ਵਿੱਚ ਇੱਥੇ ਅਰਬਾਂ ਖਰਬਾਂ ਰੁਪਈਏ ਖਰਚ ਕੇ
ਪੰਜਾਬੀ ਮਾਂ ਬੋਲੀ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ। ਕੈਨੇਡਾ, ਅਮਰੀਕਾ, ਇੰਗਲੈਂਡ ਦੇ ਮੁਲਕਾਂ ਨੂੰ ਕੋਈ ਤਕਲੀਫ ਨਹੀਂ ਕਿ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਦੇ ਹੋ, ਉੱਥੋਂ ਦਾ ਸਟੇਟ ਸਿਸਟਮ ਤੁਹਾਨੂੰ ਓਕੇ ਕਰਦਾ। ਇੱਥੇ ਸਾਨੂੰ ਘੇਰਿਆ ਜਾ ਰਿਹਾ ਜਿੱਥੇ ਸਾਡੀ ਮਦਰਲੈਂਡ ਆ, ਜਿੱਥੇ ਸਾਡੀ ਸਿੱਖ ਮਾਂ ਭੂਮੀ ਹੈ। ਨੰਬਰ 2, ਹਰ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਕਕਾਰਾਂ ਦੀ, ਸਾਡੇ ਰਵਾਇਤਾਂ ਦੀ, ਸਾਡੀਆਂ ਪਰੰਪਰਾਵਾਂ ਦੀ ਕਦਰ ਕੀਤੀ ਜਾਂਦੀ ਹੈ। ਉੱਥੇ ਉਹ ਕਹਿੰਦੇ ਨੇ ਕਿ ਯਾਰ ਜੇ ਇਹਨਾਂ ਦਾ ਧਰਮ ਕਹਿੰਦਾ ਹੈਗਾ ਕਿ ਇਹਨਾਂ ਨੇ ਸ੍ਰੀ ਸਾਹਿਬ ਪਾ ਕੇ ਜਾਣੀ ਆ ਤਾਂ ਆਪਾਂ ਕਾਨੂੰਨ ਦੇ ਵਿੱਚ ਛੋਟ ਦੇਵੋ। ਕਿੰਨੀਆਂ ਉਦਾਹਰਨਾਂ ਨੇ, ਆਪਾਂ ਖਬਰਾਂ ਚਾਹ ਨਾਲ ਸ਼ੇਅਰ ਕਰਦੇ ਹਾਂ ਕਿ ਫਲਾਣੇ ਮੁਲਕ ਦੇ ਵਿੱਚ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਮਾਨਤਾ ਦਿੰਦਿਆਂ ਹੋਇਆਂ ਉਹਨਾਂ ਨੇ ਆਹ ਕਾਨੂੰਨ ਪਾਸ ਕੀਤਾ ਜਾਂ ਆਹ ਖੁੱਲ੍ਹ ਦਿੱਤੀ। ਪਰ ਇੱਥੇ ਸਾਡੀ ਪੰਜਾਬ ਦੀ ਧਰਤੀ ਉੱਤੇ ਸਾਨੂੰ ਕਹਿੰਦੇ ਆ ਜੇ ਨਿਆਣਿਓ, ਸਿੱਖਾਂ ਦੇ ਬੱਚੇ ਹੋ ਤੁਸੀਂ, ਜੇ ਤੁਸੀਂ ਅੰਮ੍ਰਿਤ ਛਕਿਆ ਹੋਇਆ, ਜੇ ਤੁਸੀਂ ਗਾਤਰੇ ਕਿਰਪਾਨ ਤੇ ਕੜਾ ਪਾ ਕੇ ਪੇਪਰ ਦੇਣ ਆਏ, ਅਸੀਂ ਤੁਹਾਡੇ ਪੇਪਰ ਨਹੀਂ ਲੈਣੇ। ਹੁਣ ਜਿਸ ਧਰਤੀ ਉੱਤੇ ਪੰਜਾਬ ਦੇ ਵਿੱਚ ਜਾਂ ਆਲੇ ਦੁਆਲੇ ਇੱਥੇ ਸਿੱਖ ਧਰਮ, ਸਿੱਖ ਕੌਮ ਜਿਹੜੀ ਆ ਉਹ ਜਨਮੀ, ਇੱਥੇ ਵੱਡੀ ਵਧੀ ਫੁੱਲੀ, ਉਸ ਧਰਤੀ ਦੇ ਉੱਤੇ ਤਾਂ ਪੰਜਾਬੀ ਅਤੇ ਸਿੱਖੀ ਦਾ ਨਾਸ਼ ਮਾਰਿਆ ਜਾ ਰਿਹਾ। ਤੇ ਜਿਹੜੇ ਮੁਲਕ ਕੈਨੇਡਾ, ਇੰਗਲੈਂਡ, ਅਮਰੀਕਾ 'ਚ ਸਾਡੇ ਬੰਦੇ ਗਏ, ਆਸਟ੍ਰੇਲੀਆ 'ਚ ਗਏ, ਹੋਰਨਾਂ ਮੁਲਕਾਂ 'ਚ ਗਏ, ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਹਰ ਤਰੀਕੇ ਦੇ ਨਾਲ ਸਾਡੇ ਧਰਮ ਨੂੰ, ਸਾਡੀਆਂ ਰਵਾਇਤਾਂ ਨੂੰ, ਸਾਡੇ ਸਾਰੇ ਕਾਸੇ ਨੂੰ ਬਚਾਉਣ ਉੱਤੇ ਲੱਗੇ ਹੋਏ ਨੇ। ਇਸ ਤੋਂ ਅੱਗੇ ਆ ਜਾਓ, ਜਿਸ ਧਰਤੀ ਉੱਤੇ ਸਾਡੀ ਬੋਲੀ, ਸਾਡਾ ਧਰਮ, ਸਾਡੇ ਧਰਮ ਦੀਆਂ ਰਵਾਇਤਾਂ, ਸਾਡਾ ਸੱਭਿਆਚਾਰ ਅਨਸਿਕਿਉਰ ਆ, ਉਹ ਧਰਤੀ ਦੇ ਉੱਤੇ ਬੈਠੇ ਹੋਏ ਸਾਡੇ ਜਿਹੜੇ ਸਿਆਸੀ ਲੋਕ ਨੇ, ਇਹਨਾਂ ਤੋਂ ਆਸਾਂ ਰੱਖੀ ਫਿਰਦੇ ਆ ਸਾਡੇ ਬੰਦੇ ਵੀ ਇਹ ਤੁਹਾਡਾ ਪਾਰ ਉਤਾਰਾ ਕਰਨਗੇ। ਚਾਹੇ ਬਾਦਲ ਦਲ ਵਾਲੇ ਨੇ, ਚਾਹੇ ਕਾਂਗਰਸ ਵਾਲੇ ਨੇ, ਚਾਹੇ ਕਿਸੇ ਹੋਰ ਪਾਰਟੀ ਵਾਲੇ ਨੇ, ਇਹਨਾਂ ਦੇ ਬਿਆਨਾਂ ਨੂੰ ਪੜ੍ਹ ਕੇ ਐਵੇਂ ਚੌੜੇ ਜਿਹੇ ਹੋ ਜਾਣਾ ਕਿ ਫਲਾਣੇ ਨੂੰ ਐਂ ਕਹਿਦਾ, ਫਲਾਣੇ ਦੀ ਫੱਟੇ ਚੱਕ ਤੇ ਮੋਦੀ ਦੀ ਬੋਦੀ ਪੱਟਤੀ, ਇਹ ਫੁਕਰੀਆਂ ਆਪਾਂ ਨੂੰ ਲੈ ਬੈਠਣਗੀਆਂ। ਜਿੰਨਾ ਟਾਈਮ ਆਪਾਂ ਸਹੀ ਅਤੇ ਸੱਚੀ ਜਿਹੜੀ ਅਪਰੋਚ ਆ ਉਹ ਨਹੀਂ ਅਪਣਾਉਂਦੇ। ਸਭ ਤੋਂ ਪਹਿਲੀ ਗੱਲ, ਅੱਜ ਜਿੰਨੇ ਸਿਆਸੀ ਦਲ ਨੇ ਇਹਨਾਂ ਦਾ ਭਾਰਤੀ ਹਕੂਮਤੀ ਤੰਤਰ ਦੇ ਅੰਦਰ ਹੀ ਸਾਰਾ ਸਿਸਟਮ। ਹੁਣ ਉਹ ਸਿਸਟਮ ਜਿਹੜਾ ਤੁਹਾਨੂੰ ਮਾਰਨ ਲੱਗਿਆ ਹੋਇਆ, ਉਹ ਤੋਂ ਤੁਸੀਂ ਰਾਖੀ ਭਾਲਦੇ ਹੋ, ਕਿਵੇਂ ਬਚੋਗੇ? ਅੱਜ ਜਿਹੜੀ ਮੈਂ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਜਿਹੜੀ ਇੰਟਰਵਿਊ ਮੈਂ ਸ਼ੇਅਰ ਕੀਤੀ ਆ, ਵੀਰਾ ਬਣ ਕੇ ਸਾਰੇ ਸੁਣਿਓ, ਮੈਂ ਆਪਦੇ ਫੇਸਬੁੱਕ ਅਕਾਊਂਟ ਤੇ ਸ਼ੇਅਰ ਕੀਤੀ ਆ। ਉਹ ਵਕੀਲ ਆ ਤੇ ਉਹਨੇ ਵੀ ਇਹੀ ਗੱਲ ਕਹੀ ਆ ਵੀ ਸਿੱਖਾਂ ਨੂੰ ਧੱਕੇ ਨਾਲ ਖਾਲਿਸਤਾਨ ਵਾਲੇ ਪਾਸੇ ਤੋਰਿਆ ਜਾ ਰਿਹਾ। ਹੁਣ ਭਾਰਤ ਦੀ ਇੱਕ ਪਾਰਲੀਮੈਂਟ ਆ, ਉਸ ਪਾਰਲੀਮੈਂਟ ਦੇ ਵਿੱਚ ਉਹਨਾਂ ਕੋਲੇ ਐਬਸੋਲਿਊਟ ਮੈਜੋਰਿਟੀ ਆ, ਉੱਥੇ ਬੈਠ ਕੇ ਅਗਲੇ ਕਾਨੂੰਨ ਬਣਾ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਨੇ UAPA ਬਣਾਇਆ ਕਿ ਜਿਹੜੇ ਬੰਦੇ ਸਾਡੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਗੇ, ਉਹਨਾਂ ਸਾਰਿਆਂ ਨੂੰ ਅੱਤਵਾਦੀ ਕਹਿ ਕੇ, ਦਹਿਸ਼ਤਗਰਦ ਕਹਿ ਕੇ, ਉਹਨਾਂ ਸਾਰਿਆਂ ਨੂੰ ਕਿਵੇਂ ਖੂੰਜੇ ਲਾਉਣਾ, ਉਹਨਾਂ ਸਾਰਿਆਂ ਨੂੰ ਕਿਵੇਂ ਅੰਦਰ ਸੁੱਟਣਾ, ਜੇਲ੍ਹ ਦੇ ਵਿੱਚ ਸੁੱਟਣਾ। ਇਸ ਗੱਲ ਦੇ ਲਈ ਉਹਨਾਂ ਨੇ ਪਹਿਲਾਂ UAPA ਬਣਾਇਆ। ਫਿਰ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਹੋਰ ਕਾਨੂੰਨ ਲਿਆਂਦੇ। ਹੁਣ ਜਦੋਂ ਵੀ ਆਪਾਂ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਬੋਲੀ ਦੇ ਉੱਤੇ, ਜਾਂ ਹਰਿਆਣੇ ਦੇ ਵਿੱਚ, ਜਾਂ ਹਿਮਾਚਲ 'ਚ, ਜਾਂ ਜਿੱਥੇ ਵੀ ਕਿਤੇ ਸਾਡੇ ਧਰਮ ਉੱਤੇ, ਸਾਡੇ ਕਿਸੇ ਹੋਰ ਚੀਜ਼ ਦੇ ਉੱਤੇ ਅਟੈਕ ਹੁੰਦਾ, ਤਾਂ ਜਦੋਂ ਵੀ ਆਪਾਂ ਵਿਰੋਧ ਕਰਾਂਗੇ ਤਾਂ ਸਾਨੂੰ ਠੋਕ ਵਜਾ ਕੇ UAPA ਲਾ ਕੇ ਅੰਦਰ ਸੁੱਟ ਦੇਣਗੇ। ਬਹੁਤ ਸਾਰੇ ਭੈਣ ਭਰਾ ਮੈਨੂੰ ਸੁਣਦੇ ਕਰਦੇ ਆ, ਮੇਰਾ ਪਿਆਰ ਕਰਦੇ ਆ, ਮੇਰੀ ਚਿੰਤਾ ਜਦੋਂ ਕਰਦੇ ਆ, ਉਹ ਮੈਨੂੰ ਕਹਿੰਦੇ ਆ ਕਿ ਘਮਾਨ ਸਾਹਿਬ ਤੁਸੀਂ ਬਹੁਤ ਵਧੀਆ ਲੱਗਦੇ ਹੋ ਜਦੋਂ ਬੋਲਦੇ ਹੋ, ਪਰ ਖਿਆਲ ਰੱਖਿਓ ਤੁਹਾਡੇ ਤੇ ਕੋਈ ਮੁਕੱਦਮਾ ਬਣਾ ਕੇ ਤੁਹਾਨੂੰ ਅੰਦਰ ਨਾ ਸੁੱਟ ਦੇਣ। ਮੈਂ ਵੀ ਇਹ ਗੱਲ ਜਾਣਦਾ ਹਾਂ, ਔਰ ਮੈਂ ਇੱਥੇ ਇਹ ਵੀ ਗੱਲ ਦੱਸਣੀ ਚਾਹਾਂਗਾ ਕਿ ਬਹੁਤ ਸਾਰੇ ਸਟੇਟ ਸਿਸਟਮ ਦੇ ਵਿੱਚ ਇਹੋ ਜਿਹੇ ਪੁਰਜੇ ਵੀ ਹੈਗੇ ਆ ਜਿਹੜੇ ਦਰਦ ਰੱਖਦੇ ਆ ਸਿੱਖੀ ਦਾ, ਜਿਹੜੇ ਪੰਥ ਦਾ ਦਰਦ ਰੱਖਦੇ ਆ। ਉਹ ਵੀ ਇਹ ਗੱਲ ਕਹਿੰਦੇ ਆ ਕਿ ਆਪਦਾ ਖਿਆਲ ਰੱਖੋ, ਜਾਣੀ ਕਿ ਜੇਕਰ ਅਸੀਂ ਚੁੱਪ ਰਹੀਏ, ਜੇਕਰ ਅਸੀਂ ਦੜ ਵੱਟ ਕੇ ਰਹੀਏ, ਜਾਂ ਝੂਠ ਜਿਹੜਾ ਚੱਲ ਰਿਹਾ ਉਹਨੂੰ ਹੋਣ ਦਈਏ ਵੀ ਝੂਠ ਆ, ਵੀ ਕੋਈ ਗੱਲ ਨਹੀਂ ਆਪਾਂ ਕੀ ਲੈਣਾ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਇਸ ਟਾਈਮ ਕਿ ਆ ਸਾਰੇ ਸਿਆਸੀ ਲੀਡਰ ਤੁਹਾਨੂੰ ਝੂਠ ਬੋਲ ਰਹੇ। ਹਕੀਕਤ ਇਹ ਆ ਕਿ ਇਹਨਾਂ ਬਿੱਲਾਂ ਦਾ ਜਿਹੜਾ ਬਿੱਲ ਪਾਸ ਹੋਏ ਨੇ, ਜਾਂ ਹੋਰ ਜਿਹੜੇ ਕਾਲੇ ਕਾਨੂੰਨ ਪਾਸ ਹੋਏ ਨੇ, ਉਹਨਾਂ ਬਾਰੇ ਇੱਕ ਤੁਸੀਂ ਪਹਿਲਾਂ ਇਹ ਦੇਖੋ, ਇਹਦਾ ਆਪਾਂ ਕਹਿੰਦੇ ਆ ਕਿ ਜੀ ਇਹ ਜਦੋਂ ਰੌਲਾ ਜਿਹਾ ਪਊਗਾ ਉਹ ਜੀ ਰੱਦ ਕਰ ਦੇਣਗੇ। ਪਾਰਲੀਮੈਂਟ ਦੇ ਵਿੱਚ ਐਬਸੋਲਿਊਟ ਮੈਜੋਰਿਟੀ ਆ ਉਹਨਾਂ ਕੋਲੇ, ਰਾਸ਼ਟਰਪਤੀ ਕੋਲੇ ਗਏ ਆ ਬਾਦਲ ਦਲ ਵਾਲੇ ਵੀ ਪਾਸ ਨਾ ਕਰਿਓ, ਉੱਥੋਂ ਰਾਸ਼ਟਰਪਤੀ ਨੂੰ ਇਹ ਆ ਵੀ 1 ਜਾਂ 2 ਵਾਰੀ ਮੋੜ ਸਕਦਾ, ਫਿਰ ਉਹਨੂੰ ਕਰਨਾ ਹੀ ਪੈਂਦਾ ਜੀ ਸਾਈਨ ਉੱਤੇ। ਇਸ ਤੋਂ ਅਗਲੀ ਗੱਲ ਬਈ ਜਿਹੜਾ ਪਾਰਲੀਮੈਂਟ ਆ ਉਹਦੇ ਵਿੱਚ
ਉਹਨਾਂ ਕੋਲ ਇੰਨੀ ਜ਼ਿਆਦਾ ਤਾਕਤ ਆ ਕਿ ਅੱਜ ਉਹ ਬਹਿ ਕੇ ਕੋਈ ਮਤਾ ਪਾਸ ਕਰ ਦੇਣ ਕਿ ਸਿੱਖ ਜਿਹੜੀ ਕੌਮ ਆ ਵੀ ਉਹ ਹਿੰਦੂ ਨੇ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਤੇ ਪਾਬੰਦੀ ਲਾਈ ਜਾਂਦੀ ਆ, ਤੇ ਸਿੱਖਾਂ ਦੇ ਜਿਹੜੇ ਧਾਰਮਿਕ ਅਸਥਾਨ ਨੇ ਉਹਨਾਂ ਸਾਰਿਆਂ ਦਾ ਪ੍ਰਬੰਧ ਇੱਕ ਬੋਰਡ ਕਰੂਗਾ। ਜਿਹੜਾ ਬੋਰਡ ਆ ਜਿਹੜਾ ਉਸ ਬੋਰਡ ਨੂੰ ਹਿੰਦੂ ਅਤੇ ਦੂਜੇ ਸਾਰੇ ਲੋਕ ਆ ਜਿਹੜੇ ਉਹ ਚਲਾਉਣਗੇ। ਹੁਣ ਕਈ ਇੱਥੇ ਫੁਕਰੀ ਮਾਰਨਗੇ ਵੀ ਐ ਕਿਵੇਂ ਹੋ ਜੂ। ਉਹ ਭਾਈ ਜਿੱਦਣ 370 ਧਾਰਾ ਖਤਮ ਹੋਈ ਸੀ, ਮੈਂ ਕਸ਼ਮੀਰ 'ਚ ਸੀਗਾ, ਪ੍ਰੋਫੈਸਰ SAR ਗਿਲਾਨੀ ਸ਼੍ਰੀਨਗਰ ਦੇ ਵਿੱਚ ਮੈਂ ਉਹਨਾਂ ਨੂੰ ਮਿਲਿਆ। ਉਹਨਾਂ ਨੂੰ ਮੈਂ ਆਖਿਆ ਵੀ ਇੰਨੀ ਇੱਥੇ ਮੈਂ ਆਇਆ ਪਰਿਵਾਰ ਦੇ ਨਾਲ, ਮੈਂ ਸਾਰਾ ਕਸ਼ਮੀਰ ਘੁੰਮ ਰਿਹਾ, ਇੱਥੇ ਇੱਕ ਖਾਸ ਤਰ੍ਹਾਂ ਦਾ ਅਹਿਸਾਸ ਫੌਜ ਦੀ ਸਰਗਰਮੀ ਤੋਂ, ਪੁਲਿਸ ਦੀ ਸਰਗਰਮੀ ਤੋਂ ਹੋ ਰਿਹਾ ਹੈ। ਤੁਹਾਨੂੰ ਲੱਗਦਾ ਨਹੀਂ ਆ ਵੀ ਕੋਈ ਇੱਥੇ ਗੜਬੜ ਹੋਣ ਦੀ, ਕੋਈ ਵੱਡੀ ਘਟਨਾ ਹੋਣ ਦੀ ਆਸਾਰ ਨੇ? ਉਹ ਕਹਿੰਦੇ ਮੈਨੂੰ ਵੀ ਲੱਗਦਾ ਕੁਝ ਹੋਊਗਾ, ਪਰ ਸਾਨੂੰ ਸਮਝ ਨਹੀਂ ਲੱਗਦੀ ਕੀ ਹੋਊਗਾ। ਮੈਂ ਕਿਹਾ 370 ਤਾਂ ਨਹੀਂ ਖਤਮ ਕਰ ਦੇਣਗੇ? ਕਹਿੰਦਾ ਹੋਰ ਜੋ ਕੁਝ ਮਰਜ਼ੀ ਹੋ ਜੇ, ਪਰ 370 ਵਾਲਾ ਪੰਗਾ ਨਹੀਂ ਲੈਂਦੀ ਸਰਕਾਰ। ਬਾਅਦ 'ਚ ਉਹਦੀ ਡੈਥ ਹੋ ਗਈ। ਨਹੀਂ ਉਹਨੂੰ ਮੈਂ ਪੁੱਛਦਾ ਵੀ ਤੂੰ ਉਸ ਦਿਨ ਇਸ ਤਰ੍ਹਾਂ ਕਹਿੰਦਾ ਸੀ। ਭਰਾਵਾ, ਕਸ਼ਮੀਰ ਦੇ ਵਿੱਚ ਕਹਿੰਦੇ ਕਹਾਉਂਦੇ ਬੰਦੇ ਤੋਂ ਲੈ ਕੇ ਸਧਾਰਨ ਬੰਦੇ ਤੱਕ ਹਰੇਕ ਨੇ ਇਹੀ ਗੱਲ ਮੰਨੀ ਹੋਈ ਸੀ ਕਿ ਜੋ ਮਰਜ਼ੀ ਹੋ ਜੇ 370 ਵਾਲਾ ਪੰਗਾ ਨਹੀਂ ਲੈਂਦੀ ਸਰਕਾਰ। ਤੁਹਾਡੇ ਸਾਹਮਣੇ ਲਿਆ, ਤੁਸੀਂ ਕਿਸੇ ਨੇ ਕੀ ਕਰ ਲਿਆ? ਸਾਰਾ ਮੁਲਕ, ਸਾਰੇ UNO, ਸਾਰਾ ਕੀ ਹੋ ਗਿਆ ਜੀ? ਕੁਛ ਨਹੀਂ ਹੋਇਆ। ਉਹ 370 ਦਾ ਹੋ ਗਿਆ ਕਿਉਂਕਿ ਪਾਰਲੀਮੈਂਟ ਦੇ ਰਾਹੀਂ ਕੀਤਾ, ਕਾਨੂੰਨ ਦੇ ਰਾਹੀਂ ਕੀਤਾ। ਫੇਰ ਆ ਗਈ ਗੱਲ ਹੁਣ ਆਹ ਪੰਜਾਬੀ ਬੋਲੀ ਵਾਲੀ ਜੰਮੂ ਕਸ਼ਮੀਰ 'ਚ ਮਾਰੀ ਚਲੋ ਚੀਕਾਂ। ਉਹ ਕਹਿੰਦੇ ਜੀ ਪਾਰਲੀਮੈਂਟ 'ਚ ਪਾਸ ਹੋਇਆ। ਨੰਬਰ 3 CAA ਦੇ ਖਿਲਾਫ ਆ ਕਰੋਨਾ ਤੋਂ ਪਹਿਲਾਂ ਬੜਾ ਜ਼ਬਰਦਸਤ ਦਿੱਲੀ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਸੀ। ਕਦੇ ਗੋਲੀ ਦੀ ਘਟਨਾ, ਕਦੇ ਉੱਥੇ ਕੋਈ ਗੱਲ, ਕਦੇ ਕੋਈ ਗੱਲ ਉੱਥੇ ਵਾਪਰੀ। ਉਹ ਘਟਨਾਵਾਂ ਸਾਰੀਆਂ ਤੁਹਾਨੂੰ ਆਹ 2-3 ਮਹੀਨੇ ਦੀ ਗੱਲ ਹੈ। ਬਹੁਤ ਜ਼ਬਰਦਸਤ ਪ੍ਰੋਟੈਸਟ ਸੀ ਔਰ ਲੱਗਦਾ ਸੀ ਕਿ ਲੈ ਵੀ ਫੱਟੇ ਚੱਕ ਦੇਣੇ ਆ ਇਸ ਜਿਹੜਾ CAA ਦਾ ਹੈਗਾ ਕੰਮ, ਇਹਦੇ ਖਿਲਾਫ ਜਿਹੜਾ ਮਤਲਬ ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਪਾਸ ਹੋਇਆ। ਕੱਖ ਨਹੀਂ ਜੇ ਹੋਇਆ। ਤੁਹਾਡੇ ਸਾਹਮਣੇ ਕਰੋਨਾ ਆ ਗਿਆ, ਉਹਨਾਂ ਨੂੰ ਮਾਰ ਕੇ ਛੱਤਰ ਅਗਲਿਆਂ ਨੇ ਪਾਸੇ ਕਰਤਾ। ਹੁਣ ਇਸ ਤੋਂ ਅੱਗੇ ਆ ਜੋ ਬਈ ਆਪਣੇ ਬਾਰੇ ਵੀ, ਆਪਣੀ ਕੌਮ ਬਾਰੇ ਵੀ ਬਹੁਤ ਸਾਰੇ ਐਕਟ ਪਹਿਲਾਂ ਪਾਸ ਹੋਏ ਨੇ। ਇੱਕ ਆਹ ਹੁਣ ਹੋ ਗਿਆ, ਹੈ ਤਾਂ ਸਾਰੇ ਭਾਰਤ ਦੇ ਕਿਸਾਨਾਂ ਦਾ ਮਸਲਾ। ਕੱਲ ਭਾਰਤ ਬੰਦ ਸੀ, ਪਰ ਭਾਰਤ ਬੰਦ ਜਿਹੜਾ ਸੀ ਉਹਦੀ ਗੱਲ ਤਾਂ ਇੱਕ ਪਾਸੇ ਪੰਜਾਬ ਬੰਦ ਹੀ ਧਰਤੀ ਦੀ ਖਬਰ ਸੀਗੀ, ਤੇ ਉਹ ਪੰਜਾਬ ਬੰਦ ਆਪਾਂ ਕਰਕੇ ਬਹੁਤ ਵਧੀਆ ਕੀਤਾ। ਆਪਦਾ ਦੱਸਣਾ ਪੈਂਦਾ, ਬਿਨਾਂ ਰੋਏ ਤੋਂ ਮਾਂ ਦੁੱਧ ਨਹੀਂ ਦਿੰਦੀ। ਬਹੁਤ ਚੰਗਾ ਕੀਤਾ। ਪਰ ਗੱਲ ਇਹ ਆ ਵੀ ਜੇਕਰ ਤੁਸੀਂ ਇਹ ਸੋਚਦਾ ਵੀ ਇੱਦਾਂ ਦਾ 10 ਦਿਨ ਇਹ ਪੰਜਾਬ ਬੰਦ ਰੱਖ ਲਓ ਜਾਂ ਭਾਰਤ ਬੰਦ ਰੱਖ ਲਓ, ਬਈ ਇਹ ਜਿਹੜੇ ਬ੍ਰਾਹਮਣਵਾਦੀ ਸੋਚ ਵਾਲੇ ਮੋਦੀ ਹੋਣੀ ਆ ਇਹ ਮੰਨ ਜਾਣਗੇ, ਇਹਨਾਂ ਨੇ ਨਹੀਂ ਮੰਨਣਾ। ਮੈਂ ਤੁਹਾਨੂੰ ਝੂਠ ਨਹੀਂ ਬੋਲ ਸਕਦਾ, ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਜਿਵੇਂ ਉਹਨਾਂ ਨੇ ਪਹਿਲਾਂ ਕਾਲੇ ਕਾਨੂੰਨ ਬਹੁਤ ਸਾਰੇ ਅੱਡ-ਅੱਡ ਖਿੱਤਿਆਂ ਦੇ ਵਿੱਚ ਪਾਸ ਕੀਤੇ ਆ, ਟਾਡਾ ਪੋਟਾ ਵਰਗੇ ਵੀ ਪਾਸ ਕੀਤੇ ਆ, UAPA ਵਰਗੇ ਵੀ ਪਾਸ ਕੀਤੇ ਆ, ਮਾਓਵਾਦੀਆਂ ਨਾਲ ਨਜਿੱਠਣ ਲਈ ਅਪਸਪਾ ਵਰਗੇ ਕਾਨੂੰਨ ਨੇ, ਤੇ ਆ ਜਿਹੜਾ ਕਸ਼ਮੀਰ ਤੇ ਨਾਗਾਲੈਂਡ, ਮਨੀਪੁਰ ਦੇ ਲੋਕਾਂ ਦੇ ਉੱਤੇ ਜ਼ੁਲਮ ਕਰਨ ਲਈ ਕਾਨੂੰਨ ਨੇ, ਉਹ ਸਾਰੇ ਕਾਨੂੰਨ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ। ਤੇ ਇਸ ਵਾਰੀ ਵੀ ਉਹਨਾਂ ਕੋਲੇ ਹੁਣ ਤਾਂ ਜਿਹੜਾ ਆਹ ਬਾਦਲ ਹੁਣੀ ਕਹਿੰਦੇ ਨੇ ਅਸੀਂ ਤਾਂ ਜੀ ਹੁਣ ਉਹਨਾਂ ਨਾਲ ਬੋਲਣੋਂ ਹੀ ਹਟ ਗਏ, ਹਟੇ ਹੁਟੇ ਤਾਂ ਹੈ ਨਹੀਂ ਕਹਿੰਦੇ ਆ, ਪਰ ਅਸਲ ਵਿੱਚ ਇਹਨਾਂ ਨੇ ਜਾਂ ਇਹੋ ਜਿਹੇ ਹੋਰ ਲੋਕਾਂ ਨੇ ਆਪਦੇ ਸਿਆਸੀ ਮਫਾਦਾਂ ਦੇ ਲਈ ਇਹਨਾਂ ਨੇ ਇੱਕ ਇਹੋ ਜਿਹੀਆਂ ਗਲਤ ਨੀਤੀਆਂ ਤੇ ਚੱਲੇ ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਇਹਨਾਂ ਨੇ ਜਿਹੜਾ ਕਮਲ ਦਾ ਫੁੱਲ ਆ ਪੰਜਾਬ 'ਚ ਕੋਈ ਜਾਣਦਾ ਨਹੀਂ ਸੀਗਾ, ਕਮਲ ਦੇ ਫੁੱਲ ਨੂੰ ਘਰ ਘਰ ਵੜਦਾ ਕਰਨ ਵਾਲੇ ਇਹ ਨੇ। 1997 ਦੇ ਵਿੱਚ ਜਦੋਂ BJP ਨਾਲ ਰਲ ਕੇ ਸਰਕਾਰ ਇਹਨਾਂ ਨੇ ਬਣਾਈ ਆ, ਉਸ ਵਾਰ ਆਪਾਂ ਬੇਅੰਤੇ ਬੁੱਚੜ ਦੇ ਜ਼ੁਲਮਾਂ ਦੇ ਸਤਾਏ ਹੋਏ ਸੀ। ਕਾਂਗਰਸ ਨੇ 1978 ਤੋਂ ਲੈ ਕੇ ਜੋ ਕੁਝ ਸਾਡੇ ਨਾਲ ਕੀਤਾ ਉਹਦੇ ਤੋਂ ਅਸੀਂ ਦੁਖੀ ਸੀ, ਤੇ ਇੰਡੀਅਨ ਸਟੇਟ ਨੂੰ ਖਾਸ ਤੌਰ ਤੇ ਕਾਂਗਰਸ ਨੂੰ ਅਸੀਂ ਕਰਾਰਾ ਸਬਕ ਦੇਣਾ ਚਾਹੁੰਦੇ ਸੀ। ਉਸ ਮੌਕੇ ਖਾੜਕੂ ਬਾਅਦ ਜਿਹੜਾ ਸੀ ਖਾਲਿਸਤਾਨੀ ਲਹਿਰ ਜਿਹੜੀ ਸੀ ਉਹਦੇ ਪ੍ਰਤੀ ਲੋਕਾਂ ਨੂੰ ਇਉਂ ਲੱਗਿਆ ਕਿ ਇਹ ਤਾਂ ਹੁਣ ਲਹਿਰ ਜਿਹੜੀ ਸਾਡੇ ਲਈ ਲੜਦੇ ਸੀਗੇ ਉਹ ਤਾਂ ਹੁਣ ਰਹੀ ਨਾ ਗੱਲ, ਤੇ ਚਲੋ ਆਪਾਂ ਆਪਦਾ ਗੁੱਸਾ ਕੱਢੀਏ। ਜਿਵੇਂ 1985 ਦੇ ਵਿੱਚ
ਜਦੋਂ ਬਰਨਾਲੇ ਦੀ ਮੁੱਖ ਮੰਤਰੀ ਦੀ ਸਰਕਾਰ ਬਣੀ ਆ ਉਦੋਂ ਵੀ ਲੋਕਾਂ ਨੇ ਕਾਂਗਰਸ ਖਿਲਾਫ ਗੁੱਸਾ ਕੱਢਣ ਲਈ ਵੋਟਾਂ ਪਾਈਆਂ ਤੇ ਬਰਨਾਲਾ ਸਰਕਾਰ ਬਣੀ। ਉਵੇਂ ਹੀ ਹੁਣ 1997 ਦੇ ਵਿੱਚ ਬਾਦਲ ਸਰਕਾਰ ਬਣੀ। ਜੇਕਰ ਉਸ ਮੌਕੇ ਬੀਜੇਪੀ ਦਾ ਸਾਥ ਸਹਿਯੋਗ ਨਾ ਵੀ ਲਿਆ ਹੁੰਦਾ ਨਾ ਤਾਂ ਵੀ ਪੰਜਾਬ ਦੇ ਵਿੱਚ ਬਾਦਲ ਦਲ ਦੀ ਸਰਕਾਰ ਬਣ ਜਾਣੀ ਸੀ। ਪਰ ਇਹਨਾਂ ਨੇ ਉਦੋਂ 23-24 ਸੀਟਾਂ ਉਹ ਜਿੱਤੇ ਜਿਹੜੇ ਸੀ ਇਹ ਬੀਜੇਪੀ ਦੇ, ਤੇ ਉਹਨਾਂ ਦੇ ਪੈਰ ਲਾਉਂਦਿਆਂ ਨੇ ਇੱਥੇ ਤੱਕ ਗੱਲ ਲੈ ਆਂਦੀ ਕਿ ਅੱਜ ਉਹ ਕਹਿੰਦੇ ਆ ਵੀ ਤੁਸੀਂ ਚੀਜ਼ ਕੀ ਹੋ। ਬੀਜੇਪੀ ਨੇ ਪੰਜਾਬ ਦਾ ਕੀ ਸਾਰੇ ਭਾਰਤ ਵਿੱਚ ਹੀ ਇਸ ਤਰੀਕੇ ਨਾਲ ਕੀਤਾ। ਹਰ ਥਾਂ ਦੇ ਉੱਤੇ ਉਹਨਾਂ ਨੇ ਖੇਤਰੀ ਦਲਾਂ ਨੂੰ ਪੂਰਾ ਵਰਤਿਆ ਤੇ ਅੱਜ ਉਹਨਾਂ ਨੂੰ ਕਿਸੇ ਖੇਤਰੀ ਪਾਰਟੀ ਦੀ ਲੋੜ ਨਹੀਂ। ਅੱਜ ਉਹਨਾਂ ਕੋਲੇ ਬੜੇ ਢੰਗ ਤਰੀਕੇ ਨੇ, ਪੁੱਠੇ ਸਿੱਧੇ EVM ਮਸ਼ੀਨਾਂ ਵੀ ਨੇ। ਉਹ ਹਰ ਸੰਭਵ ਤਰੀਕੇ ਨਾਲ ਲੋਕਾਂ ਦੇ ਉੱਤੇ ਆਪਦੀ ਗੱਲ ਥੋਪਣ ਲਈ ਉਹ ਤਿਆਰ ਨੇ। ਸੱਤਾ ਉਹਨਾਂ ਦੇ ਕੋਲ ਆ ਤੇ ਮੁਲਕ ਭਰ ਦਾ ਸਾਰਾ ਹਿੰਦੂ ਕੱਟੜਵਾਦ ਉਹਨਾਂ ਦੀ ਹਮਾਇਤ ਵਿੱਚ ਆ। ਹੁਣ ਉਹ ਜਿਹੜੇ ਅਗਲੇ ਕਾਨੂੰਨ ਲੈ ਕੇ ਆਉਣਾ ਚਾਹੁੰਦੇ ਆ ਤਾਂ ਐਵੇਂ ਆਪਾਂ ਕਹਿੰਦੇ ਜੀ ਇਹਨੂੰ ਰੱਦ ਕਰਾ ਲਾਂਗੇ। ਉਹ ਸਾਂਝਾ ਸਿਵਲ ਕੋਡ ਜਿਹਦੀ ਗੱਲ ਜਿਹੜਾ ਬਾਜ ਪਈ ਆ, ਆਪਾਂ ਨੂੰ ਤਾਂ ਇਹ ਪਤਾ ਹੀ ਨਹੀਂ ਲੱਗਣ ਦੇਣੇ ਚਾਹੁੰਦੇ ਤੁਹਾਨੂੰ ਜਿਹੜੇ ਬਾਦਲ ਦਲੀਏ ਨੇ। ਇਹਨਾਂ ਨੇ ਕਦੇ ਦੱਸਿਆ ਵੀ ਵਾਜਪਾਈ ਕਿੰਨਾ ਖਤਰਨਾਕ ਸੀਗਾ? ਸਾਰੇ ਉਹਨੂੰ ਸਾਊ ਜਿਹਾ ਮੰਨਦੇ ਹੁੰਦੇ ਸੀ ਨਾ, ਅਡਵਾਨੀ ਨੂੰ ਗਾਲਾਂ ਕੱਢਦੇ ਹੁੰਦੇ ਸੀ। ਪਰ ਵਾਜਪਾਈ ਉਹ ਬੰਦਾ ਮਿੱਤਰੋ ਜਿਹਨੇ ਸਾਂਝਾ ਸਿਵਲ ਕੋਡ ਕਾਮਨ ਸਿਵਲ ਕੋਡ ਦੀ ਵੀ ਸਾਰੇ ਮੁਲਕ ਨੂੰ ਇੱਕ ਰੂਪਤਾ ਵਿੱਚ ਲਿਆਉਣਾ। ਹੁਣ ਜਿਹੜੀ ਇੱਕ ਰੂਪਤਾ ਆ ਉਹ ਕਿਵੇਂ? ਉਹ ਸਾਰਿਆਂ ਦਾ ਹਿੰਦੂਕਰਨ ਕਰਨਾ ਹੈ ਤੇ ਸਾਰਿਆਂ ਦਾ ਹਿੰਦੂਕਰਨ ਕਰਨ ਦੇ ਲਈ ਸਿੱਖਾਂ ਦੀ ਸਿੱਖੀ ਛਡਵਾਉਣੀ ਪਊਗੀ। ਤੋ ਸਿੱਖਾਂ ਦੀ ਸਿੱਖੀ ਛਡਵਾਉਣ ਵਾਲੀ ਜਿਹੜੀ ਗੱਲ ਔਰੰਗਜ਼ੇਬ ਕਰਦਾ ਰਿਹਾ, ਜ਼ਕਰੀਆ ਕਰਦਾ ਰਿਹਾ, ਮੀਰ ਮੰਨੂ ਕਰਦਾ ਰਿਹਾ, ਉਹੀ ਗੱਲ ਇਸ ਸੂਰਬੀਰ ਨੇ ਕੀਤੀ ਸੀ ਵਾਜਪਾਈ ਨੇ ਸਾਂਝੇ ਸਿਵਲ ਕੋਡ ਦੀ। ਸਾਂਝੇ ਸਿਵਲ ਕੋਡ ਦਾ ਜਦੋਂ ਬਿੱਲ ਪਾਸ ਹੋਊਗਾ ਉਹਦੀ ਮਾਰ ਜ਼ਿਆਦਾ ਖਤਰਨਾਕ ਆ। ਇਹਦੀ ਤਾਂ ਖਤਰਨਾਕ ਹੈਗੀ ਹੋਈ ਆ, ਜਿਹੜਾ ਆਪਣੇ ਕਿਸਾਨੀ ਵਾਲਾ ਆਇਆ ਉਹਦੀ ਜ਼ਿਆਦਾ ਆਉਣਾ। ਉਹ ਵੀ ਉਸੇ ਪਾਰਲੀਮੈਂਟ ਰਾਹੀਂ ਤੇ ਉਸੇ ਪਾਰਲੀਮੈਂਟ ਦੇ ਰਾਹੀਂ ਉਹਨਾਂ ਨੇ ਇੱਕ ਬਿੱਲ ਲੈ ਕੇ ਆਉਣਾ, ਜਾਣੀ ਕਿ ਬਿੱਲਾਂ ਦੀ ਇੱਕ ਲੜੀ ਲੈ ਕੇ ਆਉਣੀ ਆ। ਉਹਨਾਂ ਸਾਰੇ ਕਾਨੂੰਨਾਂ ਦਾ, ਉਹਨਾਂ ਸਾਰੇ ਬਿੱਲਾਂ ਦਾ ਰਿਜ਼ਲਟ ਇਹ ਨਿਕਲੂਗਾ ਕਿ ਮੁਲਕ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਹਿੰਦੂ ਲੀਹਾਂ ਉੱਤੇ ਚੱਲਣ ਲੱਗ ਜੂਗਾ। ਇਹਨੂੰ ਕਹਿਣ ਦੀ ਲੋੜ ਨਹੀਂ ਪੈਣੀ ਐਲਾਨੀਆ ਤੌਰ ਦੇ ਉੱਤੇ ਕਿ ਹਿੰਦੂ ਰਾਸ਼ਟਰ ਆ, ਪਰ ਇਹ ਹਿੰਦੂ ਰਾਸ਼ਟਰ ਬਣ ਜਾਏਗਾ। ਹੁਣ ਉਹ ਜਿਹੜਾ 1947 ਮੌਕੇ ਆਪਾਂ ਕੀਤੇ ਹੋਏ ਵਾਅਦਿਆਂ ਦੀਆਂ ਦਹਾਈਆਂ ਦੇ ਕੇ ਆਪਦੇ ਲੀਡਰਾਂ ਨੂੰ ਗਾਲਾਂ ਕੱਢ ਕੇ ਡੰਗ ਜਾ ਸਾਰਨ ਨੂੰ ਫਿਰਦੇ ਆ, ਉਹਨਾਂ ਤੋਂ ਜੋ ਉਸ ਟਾਈਮ ਸਰਿਆ ਉਸ ਟਾਈਮ ਦੀ ਲੀਡਰਸ਼ਿਪ ਨੇ ਕਰਤਾ। ਉਹ ਵੇੜਾ ਬੀਤ ਗਿਆ। ਉਹਨਾਂ ਨੂੰ ਗਾਲਾਂ ਕੱਢ ਕੇ ਅੱਜ ਵਾਲੇ ਮਸਲੇ ਆਪਣੇ ਅੱਜ ਆਪਣਾ ਖਹਿੜਾ ਨਹੀਂ ਛੁੱਟਦਾ। 1978 ਤੋਂ ਲੈ ਕੇ 1995 ਤੱਕ ਜੋ ਸਾਡੀ ਕੌਮ ਤੋਂ, ਸਾਡੇ ਜੁਝਾਰੂਆਂ ਤੋਂ ਸਰਿਆ ਉਹ ਕਰਤਾ ਜੀ। ਹੁਣ ਅੱਜ ਦੀ ਜਵਾਨੀ ਦੇ ਸਾਹਮਣੇ ਇਹ ਸਵਾਲ ਹੈ ਕਿ ਤੁਸੀਂ ਕੀ ਕਰਦੇ ਹੋ? 1947 ਵਾਲਿਆਂ ਨੇ ਤੁਹਾਨੂੰ ਭਾਰਤ ਦੇ ਗੁਲਾਮ ਬਣਾ ਦਿੱਤਾ। 1978 ਤੋਂ ਚੱਲੇ ਸੰਘਰਸ਼ ਨੇ ਤੁਹਾਨੂੰ ਆਜ਼ਾਦੀ ਦਿਵਾਉਣ ਲਈ ਸੰਘਰਸ਼ ਲੜਿਆ। ਹੁਣ ਅੱਜ ਦੀ ਜਿਹੜੀ ਲੜਾਈ ਆ ਉਹ ਕੀ ਹੋਣੀ ਚਾਹੀਦੀ ਆ? ਉਹਦਾ ਏਜੰਡਾ ਕੀ ਹੋਣਾ ਚਾਹੀਦਾ? ਅਗਲੇ ਤੁਹਾਨੂੰ ਪਾਰਲੀਮੈਂਟ ਦੇ ਰਾਹੀਂ, ਕਾਨੂੰਨ ਦੀ ਪਾਰਲੀਮੈਂਟ ਦੀ ਛਤਰਛਾਇਆ ਰਾਹੀਂ ਤੁਹਾਨੂੰ ਗੁਲਾਮ ਬਣਾ ਰਹੇ ਆ। ਅਗਲੇ ਤੁਹਾਡਾ ਧਰਮ ਤੁਹਾਡੇ ਉਹਦੇ ਕਾਨੂੰਨ ਦੀ ਮਾਰ ਨਾਲ ਖੋ ਰਹੇ ਆ। ਤੁਹਾਨੂੰ ਕਹਿੰਦੇ ਆ ਕਾਨੂੰਨ ਬਣਿਆ ਹੋਇਆ ਜੀ ਤੁਸੀਂ ਕੜਾ ਨਹੀਂ ਪਾਉਣਾ, ਕਾਨੂੰਨ ਬਣਿਆ ਹੋਇਆ ਜੀ ਤੁਸੀਂ ਕਿਰਪਾਨ ਨਹੀਂ ਪਾਉਣੀ, ਕਾਨੂੰਨ ਬਣਿਆ ਹੋਇਆ ਵੀ ਤੁਸੀਂ ਜੀ ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਫਰਾਂਸ ਦੇ ਵਿੱਚ ਜੇਕਰ ਸਾਡੀ ਦਸਤਾਰ ਤੋਂ ਬਗੈਰ ਫੋਟੋ ਆ, ਉਹ ਇੱਕ ਵੱਖਰਾ ਮੁਲਕ ਆ। ਆਹ ਮੁਲਕ ਉਹ ਆ ਜਿਹਦੇ ਲਈ ਤੁਸੀਂ ਲੜੇ, ਮਰੇ, ਕੁਰਬਾਨੀਆਂ ਕੀਤੀਆਂ। ਸਾਡੇ ਵਰਗੇ ਖਾਲਿਸਤਾਨੀ ਸੋਚ ਵਾਲਿਆਂ ਨੂੰ ਛੱਡੋ, ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਆ, ਤੁਸੀਂ ਵੀ ਬਚਾ ਕੇ ਦੇਖ ਲਓ। ਪਰ ਮੈਂ ਤੁਹਾਨੂੰ ਗਰੰਟੀ ਦਿੰਦਾ ਜੀ, ਸਭ ਤੋਂ ਖਤਰਨਾਕ ਉਹ ਨਹੀਂ ਹੈਗੇ ਜਿਹੜੇ ਲੋਕ ਹਕੀਕਤ ਨੂੰ ਪਛਾਣਦੇ ਨਹੀਂ, ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗੂਗਾ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ, ਉਹ ਆਜ਼ਾਦੀ ਲਈ ਜੂਝ ਪੈਂਦਾ ਹੁੰਦਾ। ਪਰ ਸਭ ਤੋਂ ਭੈੜੇ ਤੇ ਮਾੜੇ ਉਹ ਗੰਦੇ ਲੋਕ ਨੇ ਜਿਨ੍ਹਾਂ ਨੇ ਸਿੱਖ ਘਰਾਂ 'ਚ ਜਨਮ ਲੈ ਕੇ ਸਿੱਖੀ ਨੂੰ ਧੋਖੇ 'ਚ ਰੱਖ ਕੇ
ਆਪਦੀ ਕੁਰਸੀ ਕਾਇਮ ਰੱਖਣ ਦੇ ਲਈ ਉਹਨਾਂ ਨੇ ਸਿੱਖਾਂ ਨੂੰ ਧੋਖੇ 'ਚ ਰੱਖ ਕੇ ਇੰਡੀਅਨ ਸਟੇਟ ਦਾ ਝੰਡਾ ਚੱਕਿਆ ਹੋਇਆ। ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਆ, ਉਹ ਸਾਰੇ ਦੇ ਸਾਰੇ ਲੋਕ ਜਿਹੜੇ ਵੋਟ ਸਿਸਟਮ ਪਾਰਲੀਮਾਨੀ ਸਿਸਟਮ 'ਚ ਯਕੀਨ ਰੱਖਦੇ ਆ, ਉਹ ਇੱਕ ਤਰੀਕੇ ਨਾਲ ਉਸ ਖੇਡ ਦਾ ਹਿੱਸਾ ਆ ਜਿਹੜੀ ਸਾਡੇ ਧਰਮ ਨੂੰ ਮਾਰਦੀ ਆ, ਜਿਹੜੀ ਸਾਡੀ ਬੋਲੀ ਨੂੰ ਮਾਰਦੀ। ਹੁਣ ਆਪਾਂ ਪਏ ਹੋਏ ਆ ਜੀ ਬਾਦਲ ਬੜਾ ਮਹਾਨ ਆ। ਦੇਖਿਆ ਬਾਦਲ ਨੇ, ਇੱਕ ਮੇਰੇ ਯਾਰ ਦੋਸਤ ਆ ਕਈ, ਉਹ ਮੈਨੂੰ ਕਹਿੰਦੇ ਸੀ ਬਾਦਲ ਸਾਹਿਬ ਦੇ ਬਹੁਤ ਤਵਾ ਲਾਉਂਦੇ ਹੋ, ਕਾਂਗਰਸ ਤੇ ਨਹੀਂ ਲਾਉਂਦੇ। ਮਤਲਬ ਤਵੇ ਲਾਓ ਤਾਂ ਵਧੀਆ ਵਾ। ਜਾਣੀ ਕਿ ਜੇ ਮੈਂ ਸਵੇਰੋਂ ਉੱਠ ਕੇ 15-20 ਪੋਸਟਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਇੰਦਰਾ ਗਾਂਧੀ ਦੇ ਖਿਲਾਫ ਪਾ ਦੇਵਾਂ, ਫਿਰ ਮੈਂ ਸਾਰੇ ਆਪਦੇ ਦੋਸਤਾਂ ਨੂੰ ਜਿਹੜੇ ਬਾਦਲ ਸਾਹਿਬ ਨੂੰ ਪਿਆਰ ਕਰਦੇ ਆ, ਬਾਦਲ ਦਲ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਬਹੁਤ ਪਿਆਰਾ ਲੱਗਣ ਲੱਗ ਜੂ। ਹਨਾ ਭਾਈ, ਤੁਹਾਨੂੰ ਪਿਆਰਾ ਲੱਗਣ ਲਈ ਪੋਸਟਾਂ ਲਿਖਣੀਆਂ ਪੈਣਗੀਆਂ। ਮੈਂ ਕੌਮ ਨੂੰ ਪਿਆਰਾ ਲੱਗਣ ਲਈ ਕਿਉਂ ਨਾ ਕੁਝ ਕਰਾਂ। ਨੰਬਰ 2, ਕਈ ਇਹੋ ਜਿਹੇ ਕਾਂਗਰਸੀ ਨੇ, ਉਹਨਾਂ ਨੂੰ ਅਸੀਂ ਉਦੋਂ ਵਧੀਆ ਲੱਗਦੇ ਆ ਜਦੋਂ ਅਸੀਂ ਬਾਦਲ ਦਲ ਦੀਆਂ ਕਰਤੂਤਾਂ ਖੋਲ੍ਹਦੇ ਆ, ਤੇ ਉਹ ਸੋਚਦੇ ਆ ਕਿ ਐਦਾਂ ਹੀ ਫੱਟੇ ਚੱਕੀ ਰੱਖਣ ਇਹ ਬਾਦਲ ਦਲ ਦੇ। ਪਰ ਭਾਈ, ਅਸੀਂ ਬਾਦਲ ਦਲ ਦੀਆਂ ਕਰਤੂਤਾਂ ਫਰੋੜ ਕੇ ਤੁਹਾਨੂੰ ਖੁਸ਼ ਕਰਨ ਲਈ ਕਿਉਂ ਅਸੀਂ ਆਪਦੀ ਮਿਹਨਤ ਕਰੀਏ? ਅਸੀਂ ਕੌਮ ਨੂੰ ਖੁਸ਼ ਕਰਨ ਲਈ, ਉਸ ਗੁਰੂ ਪਾਤਸ਼ਾਹ ਨੂੰ ਖੁਸ਼ ਕਰਨ ਲਈ, ਉਹ ਸਾਰੇ ਯੋਧਿਆਂ, ਉਹਨਾਂ ਸਾਰੇ ਸ਼ਹੀਦਾਂ ਨੂੰ ਖੁਸ਼ ਕਰਨ ਲਈ ਕਿਉਂ ਨਾ ਕੰਮ ਕਰੀਏ ਜਿਨ੍ਹਾਂ ਨੇ ਸਾਨੂੰ ਜਿਉਣਾ ਸਿਖਾਇਆ। ਜਿਉਣਾ ਕੀ ਹੁੰਦਾ? ਜਿਉਣਾ ਇਹ ਹੁੰਦਾ ਕਿ ਬੇਸ਼ੱਕ ਤੁਸੀਂ ਆਪਦੇ ਨਿਸ਼ਾਨੇ ਤੇ ਜਿਉਂਦੇ ਜੀ ਨਾ ਪਹੁੰਚ ਸਕੋ, ਪਰ ਜੇਕਰ ਤੁਸੀਂ ਬਾਗੀ ਹੋ, ਜੇ ਤੁਸੀਂ ਬਾਗੀ ਅਤੇ ਬਾਦਸ਼ਾਹ ਦੇ ਰਾਹ ਤੇ ਚੱਲੇ ਹੋਏ ਹੋ, ਜੇ ਤੁਸੀਂ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਧਾਰਨ ਕੀਤਾ ਹੋਇਆ, ਜੇ ਤੁਸੀਂ ਲੜ ਰਹੇ ਹੋ, ਤੁਹਾਡਾ ਲੜਨਾ ਹੀ ਬਹੁਤ ਹੈ। ਜਿੱਤ ਫਤਿਹ ਹੋਣੀ ਤਾਂ ਗੁਰੂ ਪਾਤਸ਼ਾਹ ਦੇ ਹੱਥ ਵਾਸਾ, ਪਰ ਘੱਟੋ ਘੱਟ ਮਾਤਾ ਦਾ ਮਾਲ ਬਣ ਕੇ ਬਾਕੀ ਲੋਕਾਂ ਵਾਂਗੂ ਘਰੇ ਬੈਠਣ ਦੀ ਬਜਾਏ ਕਲਗੀਧਰ ਦੇ ਲਾਲ ਬਣ ਕੇ ਆਪਦੀ ਗੱਲ ਤਾਂ ਕਹੋ ਨਾ। ਹੁਣ ਕੱਲ੍ਹ ਸਿੱਖ ਨੌਜਵਾਨਾਂ ਨੇ, ਪੰਜਾਬ ਭਰ ਦੀ ਜਵਾਨੀ ਨੇ ਬਹੁਤ ਵਧੀਆ ਕੀਤਾ। ਜਿਹੜੇ ਕਾਂਗਰਸੀ ਸੀ ਉਹ ਕਾਂਗਰਸ ਦੇ ਧਰਨੇ 'ਚ ਗਏ, ਜਿਹੜੇ ਅਕਾਲੀਆਂ ਦੇ ਪਿੱਠੂ ਸੀ ਉਹ ਅਕਾਲੀਆਂ ਦੇ ਧਰਨੇ 'ਚ ਚਲੇ ਗਏ, ਪਰ ਜਿਹੜਾ ਪੰਥ ਨੂੰ, ਪੰਜਾਬ ਨੂੰ ਪਿਆਰ ਕਰਦਾ ਸੀ ਉਹ ਇਹਨਾਂ ਧਰਨਿਆਂ 'ਚ ਨਹੀਂ ਗਿਆ ਹੈਗਾ। ਉਹਨਾਂ ਨੇ ਸ਼ੰਭੂ ਬੈਰੀਅਰ ਤੇ ਜਿਹੜਾ ਲਾਇਆ ਮੋਰਚਾ, ਉੱਥੇ ਗਏ। ਹੁਣ ਪੰਜਾਬ ਦੀ ਜਵਾਨੀ ਉਹਨਾਂ ਸਾਰੇ ਸਿਆਸੀ ਦਲਾਂ ਅਤੇ ਸਿਆਸੀ ਆਗੂਆਂ ਤੋਂ ਬਾਗੀ ਹੁੰਦੀ ਜਾ ਰਹੀ ਆ ਜਿਨ੍ਹਾਂ ਨੇ 1947 ਤੋਂ ਇਹਨਾਂ ਨੂੰ ਬੇਵਕੂਫ ਬਣਾਇਆ। ਹੁਣ ਜਿਹੜੇ ਆਹ ਕਾਮਰੇਡ ਨੇ, ਇਹਨਾਂ ਨੇ ਕਿਸਾਨ ਜਥੇਬੰਦੀਆਂ ਦਾ ਮੋਢਾ ਵਰਤ ਕੇ ਸਿੱਖੀ ਦਾ ਤੇ ਸਿੱਖਾਂ ਦਾ ਜਿੰਨਾ ਕੁ ਮਾੜਾ ਕਰਨਾ ਸੀ ਕਰ ਲਿਆ। ਆ ਜਿਹੜਾ ਇਹਨਾਂ ਨੇ ਪਰਸੋਂ ਚੌਥੇ ਕਿਹਾ ਕਿ ਜਕਾਰੇ ਨਹੀਂ ਗਜਾਉਣੇ, ਫਿਰ ਇੱਕ ਹੋਰ ਆ ਇਹਨਾਂ ਦਾ ਪੇਜ, ਉਹਦੇ ਉੱਤੇ ਕਹਿੰਦੇ ਜੀ ਇਹ ਖਾਲਿਸਤਾਨੀ ਜਿਹੜੇ ਨੇ, ਇਹ ਫਿਰਕੂ ਸੋਚ ਵਾਲੇ ਜਿਹੜੇ ਨੇ। ਫਿਰਕੂ ਕੌਣ ਆ? ਹੁਣ ਇੱਕ ਪਾਸੇ ਤਾਂ ਆਪਣਾ ਧਰਮ ਆ ਜਿਹੜਾ ਅਸੀਂ ਗੁਰੂ ਘਰ ਲੰਗਰ ਲਾਉਂਦੇ ਆ, ਜਾਂ ਸਰਬੱਤ ਦੇ ਭਲੇ ਦੀ ਗੱਲ ਆ, ਜਾਂ ਏਕ ਪਿਤਾ ਏਕ ਸਕੇ ਹਮ ਮੁਬਾਰਕ। ਆਪਾਂ ਤਾਂ ਜਿਹੜੇ ਧਰਮ, ਜਿਹੜਾ ਹਿੰਦੂਇਜ਼ਮ ਆ, ਉਹ ਸਾਡੇ ਅੱਜ ਬਹੁਤ ਸਾਡੇ ਲਈ ਖਤਰਾ ਬਣਿਆ ਹੋਇਆ ਹਿੰਦੂਇਜ਼ਮ। ਅਸੀਂ ਤਾਂ ਉਹਨਾਂ ਦੀਆਂ ਜਨਾਨੀਆਂ ਛਡਾਉਂਦੇ ਵਰਗੇ। ਅੱਜ ਸਾਰੇ ਸੰਸਾਰ ਦੇ ਵਿੱਚ ਜਿਹੜੇ ਦੂਜੇ ਧਰਮਾਂ ਦੇ ਫਿਲਾਸਫਰ ਨੇ, ਉਹ ਸਿੱਖ ਕੌਮ ਦੇ ਜਦੋਂ ਕਰੈਕਟਰ ਦੀ ਗੱਲ ਕਰਦੇ ਆ, ਆਸ਼ਾ ਸ਼ਿਕਾਰ ਉੱਠਦੇ ਆ। ਸਿੱਖਾਂ ਦੇ ਬੁਲੰਦ ਕਿਰਦਾਰ ਦੀ ਗੱਲ ਕਰਦੇ ਆ ਕਿ ਇਹ ਬਹੁਤ ਚੰਗੇ ਤੇ ਭਲੇ ਲੋਕ ਨੇ, ਧਰਮੀ ਕਰਮੀ ਨੇ। ਸਿੱਖ ਕਦੇ ਨਹੀਂ ਚਾਹੁੰਦਾ ਕਿ ਮੈਂ ਫਲਾਣੇ ਧਰਮ ਦੇ ਲੋਕਾਂ ਨੂੰ ਡਾਂਗ ਨਾਲ ਸਿੱਖ ਬਣਾਵਾਂ, ਜਾਂ ਮੈਂ ਫਲਾਣੇ ਲੋਕਾਂ ਦਾ ਧਰਮ ਲਾਲਚ ਨਾਲ ਛਡਵਾਵਾਂ। ਸਿੱਖਾਂ ਨੇ ਕਦੇ ਵੀ ਇਹੋ ਜਿਹਾ, ਇਹ ਸਿੱਖੀ ਹੈ ਹੀ ਨਹੀਂ ਇਹ ਵੀ ਕਿਸੇ ਨੂੰ ਲਾਲਚ ਦੇ ਕੇ ਜਾਂ ਡਰਾ ਕੇ ਸਿੱਖ ਸਜਾਉਣਾ। ਫਿਰਕੂ ਸੋਚਦਾ ਤਾਂ ਮੰਨੀਏ ਜੇ ਅਸੀਂ ਦੂਜੇ ਧਰਮਾਂ ਦੇ ਲੋਕਾਂ ਨੂੰ ਵਰਗਲਾਈਏ ਜਾਂ ਉਹਨਾਂ ਨੂੰ ਉਹੀ ਨਫ਼ਰਤ ਕਰਦੇ ਫਿਰੀਏ। ਹਾਂ, ਜਿਹੜਾ ਸਾਡੇ ਧਰਮ ਦਾ ਦੁਸ਼ਮਣ ਆ, ਉਹ ਚਾਹੇ ਕੋਈ ਹੋਵੇ, ਅਸੀਂ ਰਵੈਰੋ ਨੂੰ ਨਫ਼ਰਤ ਕਰਦੇ ਹਾਂ। ਮੈਂ ਕਰਦਾ ਨਫ਼ਰਤ, ਕਿਉਂ ਕਰਦਾ? ਇਸ ਕਰਕੇ ਨਹੀਂ ਕਰਦਾ ਕਿ ਉਹ ਈਸਾਈਆਂ ਦਾ ਮੁੰਡਾ, ਇਸ ਕਰਕੇ ਕਰਦਾ ਕਿ ਉਹਨੇ ਸਾਡੇ ਧਰਮ ਦੇ ਉੱਤੇ ਸਾਡੀ ਕੌਮ ਦੀ ਨਸਲਕੁਸ਼ੀ ਵਾਲੀ ਆਰਮੀ ਦੀ, ਫੌਜ ਦੀ, ਪੁਲਿਸ ਦੀ ਜਰਨੈਲੀ ਕੀਤੀ ਆ। ਪੁਲਿਸ ਨੂੰ ਉਹਨੇ ਚੌਧਰੀ ਸੀਗਾ ਉਹ। ਨੰਬਰ 2, ਇਜ਼ਹਾਰ ਆਲਮ ਜਾਂ ਮੁਹੰਮਦ ਮੁਸਤਫਾ, ਉਹ ਮੁਸਲਮਾਨ ਨੇ। ਅਸੀਂ ਮੁਸਲਮਾਨ ਹੋਣ ਕਰਕੇ ਤਾਂ ਕਦੇ ਨਫ਼ਰਤ ਨਹੀਂ ਕੀਤੀ ਉਹਨਾਂ ਨੂੰ, ਅਸੀਂ ਤਾਂ ਉਹਨਾਂ ਦੇ ਕਰਤੂਤਾਂ ਕਰਕੇ ਨਫ਼ਰਤ ਕਰਦੇ ਹਾਂ। ਤੇ ਨਫ਼ਰਤ ਤਾਂ ਭਾਈ ਕੋਈ ਈਸਾਈ ਹੋਵੇ, ਕੋਈ ਮੁਸਲਮਾਨ ਹੋਵੇ, ਤੇ ਚਾਹੇ ਕੋਈ ਹਿੰਦੂ ਹੋਵੇ, ਜਿਹੜਾ ਵੀ ਬੰਦਾ ਸਾਡੇ ਧਰਮ ਦਾ ਦੁਸ਼ਮਣ ਬਣੂ, ਸਾਡੀ ਕੌਮ ਦੀ ਨਸਲਕੁਸ਼ੀ ਕਰੂ, ਅਸੀਂ ਉਹਦੇ ਖਿਲਾਫ ਆ, ਨਾ ਕਿ ਅਸੀਂ ਉਹਦੇ ਫਿਰਕੇ ਦੇ ਜਾਂ ਧਰਮ ਦੇ ਖਿਲਾਫ ਆ।
ਆ ਜਿਹੜਾ KPS ਗਿੱਲ ਆ, ਬੇਅੰਤਾ ਬੁੱਚੜ ਆ ਜਾਂ ਹੋਰ ਬੜੇ ਨੇ, ਇਹਨਾਂ ਕਹਿਣ ਨੂੰ ਤਾਂ ਇਹ ਵੀ ਸਿੱਖਾਂ ਦੇ ਘਰੇ ਜੰਮੇ ਸੀ, ਪਰ ਅਸੀਂ ਇਹਨਾਂ ਦਾ ਧਰਮ ਨਹੀਂ ਦੇਖਿਆ, ਅਸੀਂ ਇਹਦੀ ਕਰਤੂਤ ਦੇਖੀ ਹੈ। ਆ ਜਿਹੜੇ ਹਿੰਦੂ ਗੰਦੇ ਕਾਮਰੇਡ ਨੇ, ਇਹ ਕਹਿੰਦੇ ਜੀ ਸਿੱਖ ਫਿਰਕੂ ਹੋ ਗਏ। ਸਭ ਤੋਂ ਵੱਡੇ ਫਿਰਕੂ ਤਾਂ ਕਾਮਰੇਡ ਹੋ ਤੁਸੀਂ ਹੋ, ਜਿਹੜੇ ਹਰੇਕ ਧਰਮ, ਹਰੇਕ ਨਸਲ, ਹਰੇਕ ਲੋਕਾਂ ਨੂੰ ਨਫ਼ਰਤ ਕਰਦੇ ਆ। ਕਿਹੜਾ ਧਰਮ ਆ ਜਿਹਦੇ ਤੁਸੀਂ ਹੱਕ ਚੋਂ ਧਰਮਾਂ ਨੂੰ ਧਰਮਾਂ ਦੇ ਖਿਲਾਫ ਭਕਾਈ ਮਾਰਦੇ ਰਹਿੰਦੇ 24 ਘੰਟੇ। ਤੋ ਇਹ ਖੁਦ ਫਿਰਕੂ ਬੰਦੇ ਜਿਹੜੇ ਨੇ, ਇਹ ਵੀ ਉਨੇ ਹੀ ਖਤਰਨਾਕ ਨੇ ਜਿੰਨਾ ਮੋਦੀ ਦਾ ਹਿੰਦੂ ਕੱਟੜਵਾਦ ਹੈਗਾ। ਸੋ ਐਸ ਜਿਹੜਾ ਕਿਸਾਨੀ ਵਾਲਾ ਇਹ ਅੰਦੋਲਨ ਹੈ, ਇਹਦੇ ਵਿੱਚ ਜਿੱਥੇ ਆਪਾਂ ਨੂੰ ਮੋਦੀ ਕਿਆਂ ਦੀ, ਹਿੰਦੂ ਕੱਟੜਵਾਦੀਆਂ ਦੀ, ਮੈਂ ਇੱਥੇ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ, ਇਹ ਜਿਹੜੀ ਜੰਗ ਆ ਇਹ ਅੱਜ ਦੀ ਨਹੀਂ ਹੈਗੀ। ਇਹ ਜੰਗ ਆਪਣੇ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਆਪਾਂ ਨੂੰ ਦੱਸਣਾ ਸੀ। ਪਿਛਲੇ 50 ਸਾਲ ਦੇ ਵਿੱਚ ਬਾਦਲ ਪਰਿਵਾਰ ਦੀ ਕਰਕੇ ਇਹ ਗੱਲ ਲੁਕੀ ਹੋਈ ਆ। ਬੜੇ ਸਕੀਮ ਦੇ ਨਾਲ ਉਹਨਾਂ ਨੇ ਪ੍ਰਚਾਰਕਾਂ ਨੂੰ ਇਹ ਗੱਲ ਕਰਨ ਤੋਂ ਰੋਕਿਆ ਹੋਇਆ ਕਿ ਭਾਈ ਜਿੱਦਣ ਬਾਬੇ ਨਾਨਕ ਨੇ ਜਨੇਊ ਤੋਂ ਨਾਂਹ ਕੀਤੀ ਸੀ, ਉਸ ਦਿਨ ਤੋਂ ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਨੂੰ, ਗੁਰੂ ਨਾਨਕ ਦੇ ਫਲਸਫੇ ਨੂੰ ਤੇ ਗੁਰੂ ਨਾਨਕ ਦੇ ਪੈਰੋਕਾਰਾਂ ਨੂੰ, ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਆਪਦਾ ਵੈਰੀ ਮੰਨਿਆ ਹੋਇਆ। ਇਹ ਗੱਲ ਦੱਸਣੀ ਸੀ ਸਾਨੂੰ ਸਾਡੇ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ, ਪਰ ਤੁਹਾਨੂੰ ਪਤਾ ਕਿ ਬਾਦਲ ਸਾਹਿਬ ਦੀ ਤਾਂ ਭਾਜਪਾ ਨਾਲ ਯਾਰੀ ਆ, ਪਤੀ ਪਤਨੀ ਵਾਲਾ ਰਿਸ਼ਤਾ। ਬ੍ਰਾਹਮਣਵਾਦ, ਜਿਸ ਬ੍ਰਾਹਮਣਵਾਦ ਬਾਰੇ ਸਾਡੇ ਗੁਰੂ ਪਾਤਸ਼ਾਹ ਨੇ ਸਖਤੀ ਨਾਲ ਹੁਕਮ ਕੀਤਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ, ਮੈਂ ਸਾਰਾ ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਹ ਕੀ ਪ੍ਰਤੀਤ। ਹੁਣ ਗੁਰੂ ਸਾਹਿਬ ਦੀ ਮੰਨਣੀ ਆ ਕਿ ਬਾਦਲ ਹੋਣਾ ਦੀ ਮੰਨਣੀ ਆ? ਤੇ ਬਾਦਲ ਹੋਣਾ ਦੀ ਮੰਨ ਕੇ ਅੱਜ ਆਪਾਂ ਆ ਕਿੱਥੇ ਗਏ? ਅੱਜ ਆਪਣੇ ਵਿੱਚੋਂ ਬਹੁਤ ਵੱਡੀ ਗਿਣਤੀ ਇਹੋ ਜਿਹੇ ਸਿੱਖਾਂ ਦੀ ਬਣ ਗਈ ਆ ਜਿਹੜੀ ਭਾਜਪਾ ਦੀਆਂ ਨੀਤੀਆਂ ਨਾਲ ਸਹਿਮਤ ਆ। ਹੁਣ ਉਹ ਚੋਰੀ ਚਪੋਰੀ ਇੱਧਰੋਂ ਉੱਧਰੋਂ ਦਾ ਪੇਚ ਵਰਤ ਕੇ ਸਾਨੂੰ ਗਲਤ ਸਾਬਤ ਕਰਨ ਦੇ ਤੁਲੇ ਹੋਏ ਨੇ। ਹੁਣ ਬ੍ਰਾਹਮਣਵਾਦ ਦੀ ਝੰਡਾ ਬਰਦਾਰ BJP ਨਾਲ ਸਾਂਝ ਪਾ ਕੇ ਆਪਾਂ ਕਿੱਥੇ ਬਚਾਂਗੇ? ਤੇ ਐਵੇਂ ਹੀ ਸਿੱਖੀ ਅਤੇ ਸਿੱਖਾਂ ਦੇ ਧਰਮ ਦੀ ਸਿੱਧੀ ਦੁਸ਼ਮਣ ਆ ਜਿਹੜੀ ਕਮਿਊਨਿਸਟ ਵਿਚਾਰਧਾਰਾ ਪੰਜਾਬ ਦੇ ਗੰਦੇ ਕਾਮਰੇਡ, ਇਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਰਾਹੀਂ, ਔਰ ਇਹ ਕੋਈ ਲੁਕੀ ਛਿਪੀ ਗੱਲ ਨਹੀਂ, ਸੋਸ਼ਲ ਮੀਡੀਆ ਤੇ ਇਹਨਾਂ ਦੇ ਤੁਸੀਂ ਪੜ੍ਹ ਲਓ ਇਹ ਤੁਹਾਡੇ ਖਿਲਾਫ ਕੀ ਸੋਚਦੇ ਆ ਤੇ ਜਿਹੜੇ ਹਿੰਦੂ ਕੱਟੜਪੰਥੀ ਆ ਤੁਹਾਡੇ ਬਾਰੇ ਕੀ ਸੋਚਦੇ ਆ। ਮੈਨੂੰ ਤਾਂ ਕਦੇ ਫਰਕ ਹੀ ਨਹੀਂ ਲੱਗਿਆ ਹੈਗਾ। ਜੋ ਭਕਾਈ ਸਾਡੇ ਖਿਲਾਫ ਹਿੰਦੂ ਕੱਟੜਪੰਥੀ ਸੂਰੀ ਸਾਰੀ ਵਰਗੇ, ਨਿਸ਼ਾਂਤ ਸ਼ਰਮੇ ਵਰਗੇ ਮਾਰਦੇ ਆ ਨਾ, ਉਹੋ ਜਿਹੀ ਭਕਾਈ ਹੋਈ ਇਹ ਮਾਰਦੇ ਆ ਜਿਹੜੇ ਕਾਮਰੇਡ ਨੇ। ਤੇ ਇਹ ਲੋਕਾਂ, ਇਹ ਸਾਡੇ ਧਰਮ ਦੇ ਦੁਸ਼ਮਣ, ਸਾਡੀ ਪਛਾਣ ਦੇ ਦੁਸ਼ਮਣ, ਸਾਡੀ ਬੋਲੀ ਦੇ ਦੁਸ਼ਮਣ, ਇਹ ਸਾਰੇ ਦੇ ਸਾਰੇ ਇੱਕ ਮੁੱਠ ਨੇ, ਇੱਕ ਮੱਤ ਨੇ। ਸੋ ਸਿਆਸੀ ਲੀਡਰਾਂ ਤੋਂ ਜਾਂ ਪਾਰਲੀਮਾਨੀ ਸਿਸਟਮ ਦੇ ਅੰਦਰੋਂ ਜਿਹੜੇ ਹੱਲ ਭਾਲਦੇ ਫਿਰਦੇ ਲੋਕ ਆ, ਉਹ ਆਪਾਂ ਨੂੰ ਬੇਵਕੂਫ ਬਣਾ ਰਹੇ। ਹਾਂ, ਇੱਕ ਹੱਲ ਹੋ ਸਕਦਾ ਵੀ ਜੇ ਕੋਈ ਪਾਰਟੀ ਜਾਂ ਕੋਈ ਗਰੁੱਪ ਇਹ ਕਵੇ ਕਿ ਸਾਨੂੰ ਜਿੱਦਣ ਸੱਤਾ ਮਿਲੀ, ਜਿੱਦਣ ਸਾਨੂੰ ਸੱਤਾ ਮਿਲੀ, ਜਿਸ ਦਿਨ ਸਾਡੇ ਕੋਲੇ ਪਾਰਲੀਮੈਂਟ ਦੇ ਵਿੱਚ ਮੈਜੋਰਟੀ ਆਈ, ਅਸੀਂ ਆ ਜਿਹੜੇ ਕਾਲੇ ਕਾਨੂੰਨ ਨੇ ਕਿਸਾਨੀ ਵਾਲੇ, ਫਲਾਨੇ ਵਾਲੇ, ਧਮਕਾਨੇ ਵਾਲੇ ਵੀ ਇਹ ਰੱਦ ਕਰ ਦਿਆਂਗੇ। ਹੈਗੀ ਕਿਸੇ 'ਚ ਇੰਨੀ ਜ਼ੁਰਤ? ਆ ਜਿਹੜੇ ਕਾਂਗਰਸ ਵਾਲੇ ਸੀ, ਇਹਨਾਂ ਤੋਂ ਇਹ ਸਰਿਆ ਵੀ ਜੇਕਰ ਅਸੀਂ ਸੱਤਾ ਚਾਹੇ ਤਾਂ 370 ਧਾਰਾ ਜਿਹੜੀ ਆ ਉਹ ਖਤਮ ਕਰ ਦਿਆਂਗੇ, ਕਿਉਂਕਿ ਹਿੰਦੂਆਂ ਦੀ ਹਮਾਇਤ ਲੈਣੀ ਆ ਉਹਨਾਂ ਨੇ। ਕਾਂਗਰਸ ਨੇ ਵੀ ਇਹ ਗੱਲ ਨਹੀਂ ਕਹੀ। ਦੂਜਾ ਜਿਹੜਾ ਸੀ ਉਹ ਕਾਨੂੰਨ CAA, ਉਦੋਂ ਕਾਂਗਰਸ ਨੇ ਕਿਹਾ ਕਿ ਜੀ ਜੇਕਰ ਸਾਡੇ ਕੋਲੇ ਸੱਤਾ ਆ ਗਈ ਤਾਂ ਅਸੀਂ ਇਹਨੂੰ ਖਤਮ ਕਰ ਦਿਆਂਗੇ। ਅੱਜ ਕਾਂਗਰਸ ਜਾਂ ਅੱਜ ਕੋਈ ਪਾਰਟੀ ਕਹਿੰਦੀ ਆ ਬਈ ਜੇਕਰ ਸਾਡੇ ਕੋਲੇ ਸੱਤਾ ਆ ਗਈ ਤਾਂ ਅਸੀਂ ਇਹ ਸਾਰੇ ਕਾਨੂੰਨ ਖਤਮ ਕਰ ਦਿਆਂਗੇ ਜੀ, ਉਹ UAPA ਖਤਮ ਕਰ ਦੇਣਗੇ? ਬਿਲਕੁਲ ਨਹੀਂ, ਇਹ ਕਾਨੂੰਨ ਖਤਮ ਹੋਣੇ। ਇਹਨਾਂ ਕਾਨੂੰਨਾਂ ਨੂੰ ਇਹਨਾਂ ਸਾਰਿਆਂ ਦੀ ਸਹਿਮਤੀ ਹੈ। ਹਾਂ, ਇਹਨਾਂ ਕਾਨੂੰਨਾਂ ਦੇ ਸਹਾਰੇ ਉਹ ਸਾਨੂੰ ਧੱਕ ਕੇ ਖਾਲਿਸਤਾਨ ਵਾਲੇ ਪਾਸੇ ਤੋਰ ਜ਼ਰੂਰ ਰਹੇ ਨੇ। ਖਾੜਕੂਵਾਦ ਦੀਆਂ ਗੱਲਾਂ ਚੱਲੀਆਂ ਨੇ, ਖਾਲਿਸਤਾਨ ਦੀਆਂ ਗੱਲਾਂ ਚੱਲੀਆਂ ਨੇ। ਇੰਡੀਆ ਇਸ ਮੌਕੇ ਖੁਦ ਚਾਹੁੰਦਾ ਕਿ ਪੰਜਾਬ ਦੇ ਸਿੱਖ ਜਿਹੜੇ ਨੇ ਉਹ ਹਥਿਆਰ ਚੱਕਣ। ਸਾਡੇ ਕੋਲੇ ਕੋਈ ਹੋਰ ਰਾਹ ਉਹਨਾਂ ਨੇ ਨਹੀਂ ਛੱਡਣਾ। 84 'ਚ ਵੀ ਇਹੀ ਹੋਇਆ ਸੀ। ਜਿਹੜਾ ਭਕਾਈ ਮਹਿਕਮਾ, ਕਾਮਰੇਡ, ਹਿੰਦੂ ਗੰਦੇ ਤੇ ਹੋਰ ਲੋਕ, ਸਾਡੀ ਕੌਮ ਦੇ ਬੁੱਧੀਜੀਵੀ ਜਿਹਨਾਂ ਨੂੰ ਕਹਿੰਦੇ ਆ, ਇਹ ਸਾਰੇ ਦੇ ਸਾਰੇ ਇਹ ਹਰਾਮਜ਼ਦਗੀ ਕਰਦੇ ਨੇ
ਕਿ ਖਾੜਕੂਆਂ ਨੇ ਐਵੇਂ ਹਥਿਆਰ ਚੱਕ ਲਏ। ਅੱਜ ਜਿਵੇਂ ਕਿਸਾਨੀ ਦੇ ਮੁੱਦੇ ਉੱਤੇ ਤੁਹਾਨੂੰ ਘੇਰ ਲਿਆ ਅਗਲਿਆਂ ਨੇ, ਨਾਲੇ ਤਾਂ ਤੁਹਾਡੇ ਖਿਲਾਫ ਕਾਨੂੰਨ ਬਣਾਤਾ, ਨਾਲੇ ਤੁਹਾਡੀ ਆਵਾਜ਼ ਸੁਣਨ ਤੋਂ ਨਾ ਕਰ ਦੇਣ, ਨਾਲੇ ਤੁਹਾਨੂੰ ਕੁੱਟਣ ਜਲੀਲ ਕਰਨ, ਫਿਰ ਭਾਈ ਤੁਸੀਂ ਕੀ ਕਰੋਗੇ? ਕੱਲ੍ਹ ਵੀ ਧਰਨਿਆਂ 'ਚ ਗੱਲਾਂ ਇਹ ਹੋਈਆਂ, ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਚਰਚਾ ਚੱਲੀ ਕਿ ਜੇਕਰ ਇਹ ਕਾਨੂੰਨ ਰੱਦ ਨਹੀਂ ਹੁੰਦੇ, ਜਿਹਦੇ ਬਾਰੇ ਮੈਂ ਗਰੰਟੀ ਦਿੰਦਾ ਕਿ ਰੱਦ ਰੁੱਦ ਨਹੀਂ ਹੋਣੇ, ਤੇ ਫਿਰ ਭਾਈ ਕੀ ਬਣੂਗਾ? ਫਿਰ ਉਹ ਕਹਿੰਦੇ ਵੀ ਖਾਲਿਸਤਾਨ ਦੀ ਲਹਿਰ ਫੇਰ ਜਵਾਨ ਹੋ ਸਕਦੀ ਹੈ। ਹੁਣ ਪਿੱਟਦੇ ਤਾਂ ਇਹ ਰਹਿੰਦੇ ਆ ਪਾਕਿਸਤਾਨ ਨੂੰ ਕਿ ਪਾਕਿਸਤਾਨ ਨੇ ਖਾਲਿਸਤਾਨ ਦੀ ਲਹਿਰ ਆਹ ਕਰਤੀ, ਪਿੱਟਦੇ ਤਾਂ ਰਹਿੰਦੇ ਆ ਭਿੰਡਰਾਂ ਵਾਲੇ ਨੂੰ ਕਿ ਉਹਨੇ ਖਾਲਿਸਤਾਨ ਦੀ ਲਹਿਰ ਕਰਤੀ। ਹਾਲਾਤ ਕੌਣ ਬਣਾ ਰਿਹਾ ਇਸ ਵੇਲੇ? ਮੈਂ ਖਾਲਿਸਤਾਨੀ ਲਹਿਰ ਨਾਲ ਜੁੜਿਆ ਹੋਇਆ ਹੋਣ ਦੇ ਬਾਵਜੂਦ ਇਹ ਗੱਲ ਕਹਿ ਰਿਹਾ ਕਿ ਕਿਸੇ ਸਿੱਖ ਨੂੰ ਛੇਤੀ ਕਿਤੇ ਇੰਡੀਆ ਤੋਂ ਬਾਗੀ ਨਹੀਂ ਕੀਤਾ ਜਾ ਸਕਦਾ। ਬੜਾ ਔਖਾ ਕਿਸੇ ਸਿੱਖ ਨੂੰ ਖਾੜਕੂ ਬਣਾਉਣਾ ਜਾਂ ਖਾਲਿਸਤਾਨੀ ਬਣਾਉਣਾ। ਪਰ ਆ ਜਿਹੜੇ ਇੰਡੀਅਨ ਕਾਲੇ ਕਾਨੂੰਨ ਨੇ, ਜਿਹੜਾ ਇੰਡੀਅਨ ਸਿਸਟਮ ਆ, ਇਹ ਤੁਹਾਨੂੰ ਇੰਨਾ ਜਲੀਲ ਕਰਦਾ ਕਿ ਜਿਹੜਾ ਬੰਦਾ ਤੁਹਾਨੂੰ ਸਮਝਾਉਂਦਾ ਵੀ ਹੋਵੇ ਨਾ, ਕੋਈ ਬੰਦਾ ਵੀ ਭਾਈ ਤੂੰ ਨਾ ਇਸ ਰਾਹ ਆਏ, ਬੜਾ ਔਖਾ ਰਾਹ, ਅਸੀਂ ਇਸ ਰਾਹ ਪਏ ਹੋਏ ਆ ਤੇ ਤੁਸੀਂ ਆਪਦੇ ਮਸਤੀ ਮਾਣੋ, ਉਹ ਬੰਦਾ ਜ਼ਹਿਰ ਵਰਗਾ ਲੱਗਦਾ। ਉਹ ਕਹਿੰਦਾ ਚੱਲ ਮੇਰੇ ਨਾਲ ਹੋਈ ਇੰਨੀ ਮਾੜੀ ਗਈ। ਆ ਹੁਣ ਜਿਹੜੀ ਗੱਲ ਬਾਦਲ ਹੁਣੀ ਕਹਿੰਦੇ ਨੇ ਕਿ ਜੀ ਸੈਣੀ ਨੂੰ ਅਸੀਂ ਨਹੀਂ ਸੀ ਕਿਹਾ ਹੈਗਾ 2015 ਦੇ ਵਿੱਚ, ਜੇ ਕੱਲ ਕੈਪਟਨ ਨੇ ਕਿਹਾ ਹੁੰਦਾ ਵੀ ਜਿੱਥੇ ਵੀ ਧਰਨਿਆਂ 'ਚ ਮਾੜੀ ਮੋਟੀ ਗੜਬੜ ਦੇਖੇ ਪੁਲਿਸਿਓ ਛੱਤਰ ਫੇਰ ਦਿਓ, ਤਾਂ ਕੱਲ ਉੱਥੇ ਛੱਤਰ ਫਿਰ ਸਕਦਾ ਸੀ। ਪਰ ਕੱਲ ਸਿਆਸੀ ਤੌਰ ਦੇ ਉੱਤੇ ਹੁਕਮ ਸੀਗਾ, ਤੇ ਉਦੋਂ ਸਿਆਸੀ ਤੌਰ ਤੇ ਹੁਕਮ ਸੀ ਆ ਕੁੱਟਣ ਦਾ। ਸੈਣੀ ਨੂੰ ਹੁਕਮ ਦਿੱਤਾ, ਉਹਨੇ ਕੁੱਟਦਾ ਆਪਾਂ ਨੂੰ। ਅੱਜ ਹੁਕਮ ਨਹੀਂ ਸੀ, ਇਸ ਕਰਕੇ ਨਹੀਂ ਹੋਇਆ। ਪਰ ਜੇਕਰ ਆਪਣਾ ਸੰਘਰਸ਼ ਹੋਰ ਤੇਜ਼ ਹੋਇਆ, ਜਿਹੜਾ ਕਿ ਹੋਣਾ ਹੀ ਹੋਣਾ, ਤਾਂ ਕੀ ਹੋਏਗਾ ਕਿ ਥਾਂ ਥਾਂ ਤੇ ਗੋਲੀ ਚੱਲੂ, ਲਾਠੀ ਚਾਰਜ ਹੋਊ। ਮੈਨੂੰ ਯਾਦ ਆ ਜਦੋਂ ਧਰਮ ਯੁੱਧ ਮੋਰਚੇ ਵਿੱਚ ਬੜਾ ਸ਼ਾਂਤਮਈ ਮੋਰਚਾ ਚੱਲ ਰਿਹਾ ਸੀ, ਤਾਂ ਉਸ ਮੌਕੇ ਕੁੱਪ ਦਾ ਟੋਟਾ ਸਾਡੇ ਮਲੇਰਕੋਟਲੇ ਦੇ ਕੋਲ 4 ਅਪ੍ਰੈਲ 1983 ਨੂੰ ਉੱਥੇ ਗੋਲੀ ਚੱਲੀ, ਔਰ ਸਾਡੇ 1.5 ਦਰਜਨ ਦੇ ਕਰੀਬ ਉੱਥੇ ਸਿੱਖ ਜਿਹੜੇ ਸੀ ਬੇਦੋਸ਼ੇ ਸ਼ਹੀਦ ਕਰ ਦਿੱਤੇ ਸੀ। ਬਿਲਕੁਲ ਬੇਦੋਸ਼ੀਆਂ ਸਿੱਖਾਂ ਤੇ ਗੋਲੀ ਚਲਾਈ ਸੀ, ਜਿਵੇਂ ਆ ਸੈਣੀ ਨੇ, ਬਾਦਲ ਹੋਣਾ ਨੇ ਚਲਾਈ ਆ ਬਰਗਾੜੀ ਦੇ ਵਿੱਚ, ਬਾਈਬਲ ਕਲਾਂ ਤੇ ਕੋਟਕਪੂਰਾ ਕਾਂਡ। ਇਸ ਤਰੀਕੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਆ, ਜਦੋਂ ਬਾਦਲ ਨੇ ਇੱਥੇ ਵੀ ਚਲਵਾਈ ਸੀ ਲੁਧਿਆਣੇ ਆਸ਼ੂਤੋਸ਼ ਵਾਲੇ ਕੰਮ 'ਚ, ਤੇ ਬਾਦਲ ਨੇ ਇੱਥੇ ਵੀ ਚਲਵਾਈ ਸੀ ਗੁਰਦਾਸਪੁਰ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਵਾਲੇ ਕੰਮ 'ਚ, ਇਹ ਸਾਰੇ ਦੇ ਸਾਰੇ ਜਿਹੜੇ ਸਿਆਸੀ ਲੀਡਰ ਨੇ, ਕਾਂਗਰਸੀ ਹੋਣ ਚਾਹੇ ਬਾਦਲ ਦਲੀਏ ਹੋਣ, ਇਹਨਾਂ ਤੋਂ ਇਹ ਆਸ ਕਰਨੀ ਕਿ ਐਂ ਤੇ ਉਹ ਜਦੋਂ ਸਿਸਟਮ ਨੇ ਹੁਕਮ ਕਰਤਾ, ਇਹਨਾਂ ਨੂੰ ਫਿਰ ਗੋਲੀ ਵੀ ਚਲਾਉਣੀ ਪਊ, ਲਾਠੀ ਵੀ ਚਲਾਉਣੀ ਪਊ, ਫਿਰ ਮੇਰੇ ਵਰਗਿਆਂ ਨੂੰ ਘਰਾਂ 'ਚੋਂ ਟੱਬਰਾਂ ਸਮੇਤ ਚੱਕ ਕੇ ਥਾਣਿਆਂ 'ਚ ਜਲੀਲ ਵੀ ਕਰਨਾ ਪਊ। ਇਹ ਉਹ ਹਰ ਮਾਹੌਲ ਬਣਾਉਣਾ ਚਾਹੁੰਦੇ ਆ ਜਿਹਦੇ ਨਾਲ ਪੰਜਾਬ ਦੇ ਸਿੱਖ ਇੱਕ ਵਾਰੀ ਫੇਰ ਗੰਨ ਚੱਕ ਲੈਣ, ਕਿਉਂਕਿ ਸ਼ਾਂਤੀਪੂਰਵਕ ਲੜ ਰਹੇ ਲੋਕਾਂ ਨੂੰ ਜਦੋਂ ਡਾਂਗ ਸੋਟੀ ਮਾਰੀ ਜਾਵੇ ਤਾਂ ਥੋੜਾ ਜਿਹਾ ਦੁਨੀਆ ਦੇ ਵਿੱਚ ਲੋਕਾਂ 'ਚ ਹਮਦਰਦੀ ਹੋ ਜਾਂਦੀ ਆ ਕਿ ਯਾਰ ਦੱਸੋ, ਆਪਦੇ ਹੱਕਾਂ ਦੀ ਗੱਲ ਕਰਦੇ ਸੀ ਲੋਕ, ਇਹਨਾਂ ਨੂੰ ਕਿਉਂ ਇਹਨਾਂ ਨੇ ਗੋਲੀਆਂ ਮਾਰੀਆਂ, ਕਿਉਂ ਜਿਵੇਂ ਵੀ ਬੇਦੋਸ਼ੇ ਲੋਕਾਂ ਨੂੰ ਭੁੰਨਿਆ। ਪਰ ਜੇਕਰ ਮਾੜੀ ਮੋਟੀ ਹਿਲਜੁਲ ਹੋਈ ਹੋਵੇ ਤਾਂ ਫਿਰ ਜਿੰਨਾ ਮਰਜ਼ੀ ਘਾਣ ਕਰ ਲਓ, ਜਿੰਨਾ ਮਰਜ਼ੀ ਕਤਲੇਆਮ ਕਰ ਲਓ ਕਿ ਜੀ ਜਸਟੀਫਾਈ ਹੋ ਜਾਂਦਾ। ਫਿਰ ਉਹ ਕਹਿੰਦੇ ਆ ਜੀ ਅਸੀਂ ਹਿੰਸਾ ਚੱਲ ਰਹੀ ਸੀ, ਅਸੀਂ ਮਾਹੌਲ ਨੂੰ ਠੀਕ ਕਰਨਾ ਸੀ। ਸੋ ਅਗਲੀ ਸਿੱਖਾਂ ਦੀ ਇੱਕ ਅਗਲੇ ਪੂਰ ਦੀ ਬਲੀ ਲੈਣ ਦਾ ਇੰਡੀਅਨ ਸਿਸਟਮ ਨੇ ਮਨ ਬਣਾਇਆ ਹੋਇਆ। ਇੰਡੀਅਨ ਸਿਸਟਮ ਚੰਗੀ ਤਰ੍ਹਾਂ ਜਾਣਦਾ ਕਿ ਸਿੱਖ ਆਜ਼ਾਦੀ ਦੀ ਗੱਲ ਸਦਾ ਕਰਦੇ ਹੀ ਕਰਦੇ ਨੇ, ਪਰ ਉਹਨਾਂ ਨੇ ਇਹ ਰੱਖਿਆ ਵੀ ਮੌਕੇ ਉੱਤੇ ਜਿਹੜੀ ਇਹਨਾਂ ਦੀ ਕੌਮ ਦੀ ਜਵਾਨੀ ਆ ਉਹਨੂੰ ਭੜਕਾਓ, ਭੱਠੀ 'ਚ ਸੁੱਟੋ, ਫਿਰ ਉਹਨੂੰ ਖਤਮ ਕਰਨ ਦੇ ਨਾਂ 'ਤੇ ਬਹੁਤ ਕੁਝ ਕਰੋ, ਫਿਰ ਅਗਲੀ 5 ਸਾਲ ਸ਼ਾਂਤੀ ਰੱਖ ਕੇ ਫਿਰ ਕਰੋ। ਇਹ ਜਿਹੜਾ ਬਾਰ-ਬਾਰ ਚੱਲ ਰਿਹਾ, ਇਹਦੇ ਵਿੱਚ ਹੀ ਆਪਣਾ ਕਦੇ ਕੋਈ ਮੌਕਾ ਦੇ ਕੇ, ਕਦੇ ਕੋਈ ਮੌਕਾ ਦੇ ਕੇ ਆਪਣੀ ਕੌਮ ਦੀ ਉਸ ਵੇਲੇ ਦੀ ਜਵਾਨੀ ਦੀ ਕਰੀਮ ਜਿਹੜੀ ਹੁੰਦੀ ਆ ਉਹਨੂੰ ਮਾਰ ਦਿੱਤਾ ਜਾਂਦਾ। ਹੁਣ ਫਿਰ ਮੋਦੀ ਸਰਕਾਰ ਨੇ ਇਹ ਜਿਹੜਾ ਅਹਿਦ ਆ ਉਹ ਕਰ ਲਿਆ, ਕਿਉਂਕਿ ਸਟੇਟ ਸਿਸਟਮ 20 ਸਾਲ ਹੀ ਦਿੰਦਾ, 20 ਸਾਲ ਦੇ ਗੈਪ ਨਾਲ ਸਾਡਾ ਘਾਣ ਜਿਹੜਾ ਹੈਗਾ ਲਗਾਤਾਰ ਉਹ ਚੱਲ ਰਿਹਾ। ਹੁਣ ਸਾਡੇ ਕੋਲੇ ਬਹੁਤੀਆਂ ਆਪਸ਼ਨਾਂ ਨਹੀਂ ਹੁੰਦੀਆਂ।
ਜਿਹੜਾ ਇੱਕ ਹੋ ਗਿਆ, ਇੱਕ ਹੁੰਦਾ ਸ਼ਿਕਾਰ, ਇੱਕ ਹੁੰਦਾ ਸ਼ਿਕਾਰੀ। ਜਿਹੜਾ ਸ਼ਿਕਾਰੀ ਆ, ਸ਼ਿਕਾਰੀ ਆਪਦੀ ਮਰਜ਼ੀ ਨਾਲ ਪੱਤੇ ਖੇਡਦਾ, ਸ਼ਿਕਾਰ ਕੋਲੇ ਬਹੁਤੀਆਂ ਆਪਸ਼ਨਾਂ ਨਹੀਂ ਹੁੰਦੀਆਂ। ਹੁਣ ਸਾਡੇ ਬੰਦੇ ਜਜ਼ਬੇ ਵਾਲੇ ਨੇ, ਸਾਡੀਆਂ ਪੰਥਕ ਰਵਾਇਤਾਂ ਨੇ, ਸਾਡੀਆਂ ਬਹੁਤ ਕੌਮ ਦੀਆਂ ਇਤਿਹਾਸਕ ਪਿਛਲੀਆਂ ਘਾਲਣਾਵਾਂ ਨੇ, ਜਿਨ੍ਹਾਂ ਕਰਕੇ ਸਾਡੇ ਅੰਦਰ ਇੱਕ ਜਜ਼ਬਾ ਹੈ। ਸਾਡੇ ਕੋਲੇ ਸਿਰ ਤਲੀ ਤੇ ਧਰਮ ਤੋਂ ਬਿਨਾਂ ਕੋਈ ਰਾਹ ਨਹੀਂ। ਜਿਹੜੇ ਸਾਨੂੰ ਇਹ ਮੱਤਾਂ ਦਿੰਦੇ ਨੇ ਕਿ ਸਿਰ ਵਰਤਣਾ ਚਾਹੀਦਾ, ਹੁਣ ਸਿਰ ਵਾਰਨ ਦਾ ਨਹੀਂ, ਸਿਰ ਵਰਤਣ ਦਾ ਜ਼ਮਾਨਾ। ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਪਰ ਆਪਾਂ ਦੁਸ਼ਮਣ ਦੀ ਚਾਲ ਪਛਾਣੀਏ ਕਿ ਉਹ ਤੁਹਾਨੂੰ ਸਿਰ ਵਰਤਣ ਜੋਗਾ ਛੱਡਣਾ ਹੀ ਨਹੀਂ ਚਾਹੁੰਦਾ, ਉਹ ਤੁਹਾਨੂੰ ਇੰਨਾ ਜਲੀਲ ਕਰੂ। ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਸਾਡੇ ਦਲ ਖਾਲਸਾ ਦੇ ਬਹੁਤ ਸਤਿਕਾਰਯੋਗ ਹਰਚਰਨਜੀਤ ਸਿੰਘ ਧਾਮੀ ਨਾਲ ਕਾਫੀ ਅਰਸਾ ਪਹਿਲਾਂ ਮੈਂ ਡਿਸਕਸ਼ਨ ਕਰ ਰਿਹਾ ਸੀ। ਮੈਂ ਉਹਨਾਂ ਨੂੰ ਆਖਿਆ, ਉਹ ਕਹਿੰਦੇ ਕਿਵੇਂ, ਅਗਲੇ ਹਾਲਾਤ ਕਿਵੇਂ ਲੱਗਦੇ ਆ ਤੈਨੂੰ? ਮੈਂ ਕਿਹਾ ਜੋ ਮਰਜ਼ੀ ਕਰਨਾ ਪਵੇ, ਉਹ ਆਪਾਂ ਨੂੰ ਘਰਾਂ ਚੋਂ ਕੱਢ ਕੇ ਆਪਣੇ ਉੱਤੇ ਖਾਕੀ ਵਰਦੀ ਰਾਹੀਂ ਗੋਲੀ ਚਲਵਾਉਣ ਵਾਲੇ ਹਾਲਾਤ ਪੈਦਾ ਕਰਨਗੇ ਹੀ ਕਰਨਗੇ। ਉਹ ਕਹਿੰਦੇ ਵੀ ਜੇ ਸਿੱਖ ਅੜ ਜਾਣ ਤਾਂ ਸ਼ਾਂਤੀ ਰੱਖੀ ਜਾ ਸਕਦੀ ਹੈ। ਮੈਂ ਕਿਹਾ ਵੀ ਜਦੋਂ ਆਈ ਤੇ ਆ ਜੇ ਨਾ ਦੁਸ਼ਮਣ, ਉਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਪੰਨੇ ਪਾੜ ਕੇ ਤੁਹਾਡੇ ਦਰਾਂ 'ਚ ਰੱਖੂਗਾ। ਤੁਸੀਂ ਬਾਹਰ ਨਿਕਲੋਗੇ ਤੇ ਗੋਲੀ ਮਾਰ ਕੇ ਤੁਹਾਨੂੰ ਕਤਲ ਕਰਕੇ ਦੁਸ਼ਮਣ ਕਹੂਗਾ ਕਿ ਇਹ ਹਿੰਸਾ ਭੜਕਾ ਰਿਹਾ ਸੀ। ਖਬਰ ਇਹ ਆਊਗੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਜਿਹੜੇ ਸੀ ਖਿਲਰੇ, ਉੱਥੇ ਹਿੰਸਕ ਹੋਈ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਗੋਲੀ ਚਲਾਉਣੀ ਪਈ। ਉਹਨਾਂ ਨੇ ਮੇਰੀ ਗੱਲ ਬਹੁਤੀ ਜ਼ਿਆਦਾ ਸੀਰੀਅਸਲੀ ਨਹੀਂ ਲਈ। ਇਹ ਗੱਲ ਹੋਣੀ ਵੀ 15-20 ਸਾਲ ਪੁਰਾਣੀ ਹੈ। ਜਦੋਂ ਆ ਬੇਅਦਬੀਆਂ ਵਾਲਾ ਪ੍ਰਕਰਣ ਵਾਪਰਿਆ, ਮੈਂ ਭਾਜੀ ਨਵਕਿਰਨ ਸਿੰਘ ਐਡਵੋਕੇਟ ਸਾਹਿਬ, ਹਰਪਾਲ ਸਿੰਘ ਚੀਮਾ, ਕਈ ਜਾਣੇ ਅਸੀਂ ਕਿਸੇ ਭੋਗ ਤੇ ਵਾਪਸ ਆਉਂਦੇ ਸੀ ਕਾਰ ਦੇ ਵਿੱਚ, ਮੈਂ ਧਾਮੀ ਭਾਜੀ ਨੂੰ ਇਹ ਗੱਲ ਚੇਤੇ ਕਰਾਈ। ਮੈਂ ਕਿਹਾ ਵੀ ਅੱਜ ਆਪਣੇ ਕੌਮ ਦੇ ਬੰਦਿਆਂ ਨੂੰ ਉੱਥੇ ਇਕੱਠੇ ਕਰਕੇ, ਪਹਿਲਾਂ ਤਾਂ ਇਕੱਠਾ ਹੋਣ ਦਾ ਇੱਕ ਬਹਾਨਾ ਪੱਜ ਬਣਿਆ ਕਿ ਉੱਥੇ ਆਪਾਂ ਬੇਅਦਬੀ ਹੋ ਗਈ ਜੀ, ਆਪਾਂ ਪਹੁੰਚੀਏ, ਫਿਰ ਆਪਣੇ ਤੇ ਗੋਲੀ ਚੱਲੀ। ਕਹਿੰਦੇ ਹਾਂ ਇੱਦਾਂ ਗੱਲਾਂ ਚੱਲ ਪਈਆਂ। ਮੈਂ ਕਿਹਾ ਭਾਜੀ ਤੁਹਾਨੂੰ ਚੇਤੇ ਆ, ਮੈਂ ਤੁਹਾਨੂੰ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਸ਼ਿਕਾਰ ਦੇ ਕੋਲ ਬਹੁਤੇ ਆਪਸ਼ਨ ਨਹੀਂ ਹੁੰਦੇ, ਸ਼ਿਕਾਰ ਨੂੰ ਬਾਹਰ ਕੱਢ ਹੀ ਲਿਆ ਜਾਂਦਾ ਤੇ ਸ਼ਿਕਾਰ ਨੂੰ ਫਿਰ ਕਤਲ ਕਰਨ ਤੋਂ ਬਾਅਦ ਜਸਟੀਫਾਈ ਵੀ ਹੋ ਲਿਆ ਜਾਂਦਾ। ਇਹੀ ਗੱਲ 1984 ਤੋਂ ਬਾਅਦ ਜਦੋਂ ਭਾਜੀ ਹਰਜਿੰਦਰ ਸਿੰਘ ਜਿੰਦੇ ਹੋਣੀ, ਭਾਈ ਸੁਖਦੇਵ ਸਿੰਘ ਸੁੱਖੇ ਹੋਣੀ, ਜਨਰਲ ਲਾਭ ਸਿੰਘ ਹੋਣੀ, ਭਾਈ ਮਨਵੀਰ ਸਿੰਘ ਚਹੇੜੂ ਹੋਣੀ ਤੇ ਭਾਈ ਦਲਜੀਤ ਸਿੰਘ ਬਿੱਟੂ ਹੋਣੀ, ਜਿਹੜੇ ਹੋਰ ਭਾਈ ਕੁੱਕੀ ਹੋਣੀ, ਭਾਈ ਸੁੱਖੀ ਹੋਣੀ, ਇਹ ਸਾਰੇ ਬਹੁਤ ਸਾਰੇ ਸ਼ਹੀਦ ਹੋ ਗਏ, ਬਹੁਤ ਸਾਰੇ ਇਸ ਵੇਲੇ ਮੌਜੂਦ ਨੇ। ਜਦੋਂ ਇਹਨਾਂ ਨੇ 1984 ਤੋਂ ਬਾਅਦ ਸਰਗਰਮੀ ਸ਼ੁਰੂ ਕੀਤੀ, ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਸਾਡੇ ਸਾਧਨ ਤੇ ਸਾਡੀ ਕੌਮ ਦੇ ਸਾਰੇ ਕਾਸੇ ਹਥਿਆਰਬੰਦ ਹੋ ਜਾਣ ਦੇ ਨਾਲ ਵੀ ਸਾਡੀ ਸਾਰੀ ਦੀ ਸਾਰੀ ਕੌਮ ਦੇ ਹਥਿਆਰ ਚੱਕ ਲਵੇ ਤਾਂ ਵੀ ਸਾਡੀ ਤਾਕਤ ਇੰਡੀਆ ਦੀ ਤਾਕਤ ਨਾਲੋਂ ਛੋਟੀ ਆ। ਪਰ ਸਾਡੇ ਕੋਲੇ ਇੱਕ ਤਾਕਤ ਆ ਜਿਹੜੀ ਉਹ ਹੈਗੀ ਆ ਗੁਰੂ ਦਾ ਓਟ ਆਸਰਾ। ਤੇ ਅਸੀਂ ਜਿੱਤੀਏ ਭਾਵੇਂ ਨਾ, ਪਰ ਅਸੀਂ ਦੁਸ਼ਮਣ ਨੂੰ ਦੱਸਣਾ ਜ਼ਰੂਰ ਆ ਕਿ ਅਸੀਂ ਲੜਨਾ ਜਾਣਦੇ ਆ। ਅਸੀਂ ਇੰਨੇ ਮਾਤਾ ਦੇ ਮਾਲ ਨਹੀਂ ਹੈਗੇ ਕਿ ਤੁਸੀਂ ਸਾਡੇ ਧਰਮ ਸਥਾਨ ਦੇ ਉੱਤੇ ਅਟੈਕ ਕਰੋ, ਸਾਡੇ ਬੱਚਿਆਂ ਦੇ ਗਲਾਂ 'ਚ ਬੱਚੀਆਂ ਦੇ ਟਾਇਰ ਪਾ ਕੇ ਸਾੜੋ। ਅਸੀਂ ਜੂਨ 84 ਤੇ ਨਵੰਬਰ 84 ਨੂੰ ਅਸੀਂ ਲੇਖਾ ਲੈ ਸਕਦੇ। ਉਹ ਉਸ ਟਾਈਮ ਵੀ ਪਤਾ ਸੀਗਾ ਜਿਹੜਾ ਘਰਾਂ 'ਚੋਂ ਨਿਕਲੇ। ਅੱਜ ਦੁੱਕੀ ਦਾ ਬੰਦਾ ਉੱਠ ਕੇ ਕਹਿੰਦਾ ਜੀ ਉਹਨਾਂ ਨੂੰ ਅਕਲ ਨਹੀਂ ਸੀ, ਉਹ ਐਂ ਲੜ ਦਿੰਦੇ ਆ, ਉਹ ਲੜ ਦਿੰਦੇ। ਉਹ ਭਾਈ ਵੱਡੀਆਂ ਗੱਲਾਂ 'ਚ ਨਹੀਂ ਸੀ, ਉੱਥੇ ਤਾਂ ਸਿੱਧੀ ਜੀ ਗੱਲ ਸੀ ਕਿ ਦੁਨੀਆ ਨੂੰ ਦੱਸਣਾ ਕਿ ਜੇ ਸਿੱਖਾਂ ਦੇ ਧਰਮ ਦੇ ਉੱਤੇ ਹਮਲਾ ਹੋ ਜਾਏ ਤਾਂ ਸਿੱਖ ਕੀ ਕਰਦੇ ਹੁੰਦੇ। ਤੇ ਉਹਨਾਂ ਨੂੰ ਪਤਾ ਸੀਗਾ, ਯਕੀਨਨ ਪਤਾ ਸੀ ਕਿ ਇੰਡੀਆ ਇੱਕ ਬੜੀ ਵੱਡੀ ਤਾਕਤ ਆ, ਅਸੀਂ ਉਹਦੇ ਸਾਹਮਣੇ ਸਾਡਾ ਸਾਰਾ ਕੀ ਅਸੀਂ ਕਰਨਾ। ਪਰ ਉਹਨਾਂ ਨੇ ਕਰਕੇ ਦਿਖਾਤਾ। ਉਹ ਸ਼ਹੀਦ ਨੇ ਸਾਡੀ ਕੌਮ ਦੇ। ਅੱਜ ਧੇਲੇ ਦੇ ਟਕੇ ਦੇ ਬੰਦੇ ਉੱਠ ਕੇ ਉਹਨਾਂ ਦੇ ਸ਼ਾਨ ਦੇ ਖਿਲਾਫ ਬਕਵਾਸ ਕਰਦੇ ਆ ਤੇ ਸਾਡੇ ਬੰਦੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਵੀਡੀਓ ਸ਼ੇਅਰ ਕਰਦੇ ਆ ਕਿ ਲਓ ਜੀ ਆ ਫਲਾਣੇ ਨੇ ਖਾੜਕੂ ਨੂੰ ਐਂ ਕਹਿਤਾ, ਫਲਾਣੇ ਨੇ ਭਿੰਡਰਾਂ ਵਾਲੇ ਨੂੰ ਐਂ ਕਹਿਤਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਪਿਛਲੇ ਦੌਰ ਦੇ ਸਾਰੇ ਜੁਝਾਰੂ ਸਾਡੇ ਲਈ ਮਾਣ ਵਾਲੀ ਗੱਲ ਆ। ਇਹ ਸਾਡੇ ਲਈ ਉਵੇਂ ਹੀ ਆ ਜਿਵੇਂ 18ਵੀਂ ਸਦੀ ਵਿੱਚ ਸਿੱਖ ਲੜਦੇ ਸੀ। ਅੱਜ ਤੋਂ 50 ਸਾਲ 100 ਸਾਲ ਦੇ ਬਾਅਦ ਦੇ ਇਤਿਹਾਸ ਵਿੱਚ ਜੇਕਰ ਇਹਨਾਂ ਦਾ ਹੀ ਹੋਣਾ ਕਿ ਇਹ ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਸਾਹਮਣੇ ਡਟ ਕੇ ਲੜੇ ਤੇ ਲੜਦੇ ਹੋਏ ਆਪਦੀ ਜਾਨ ਲੇਖੇ ਲਾ ਗਏ। ਉਹਨਾਂ ਦੀ ਜਿਹੜੀ ਫਤਿਹ ਆ ਉਹ ਇਸ ਗੱਲ 'ਚ ਆ, ਉਹਨਾਂ ਨੂੰ ਬਦਨਾਮ ਕਰਨ ਲਈ, ਭੰਡਣ ਦੇ ਲਈ ਅਰਬਾਂ ਖਰਬਾਂ ਰੁਪਈਆ ਸਟੇਟ ਸਿਸਟਮ ਨੇ ਖਰਚਿਆ।
ਪਿਛਲੇ 30-35 ਸਾਲ ਤੋਂ ਭਿੰਡਰਾਂ ਵਾਲਿਆਂ ਨੂੰ ਤੇ ਖਾੜਕੂਆਂ ਨੂੰ ਭੰਡਣ ਦੇ ਲਈ ਬੜਾ ਹੀ ਮਾਇਆ ਖਰਚੀ। ਜੇ ਮੇਰੇ ਵਰਗੇ ਇਸ ਤਰ੍ਹਾਂ ਦੇ ਪੱਗਾਂ ਗਰਤਰੇ ਕਿਰਪਾਨਾਂ ਵਾਲੇ ਬੰਦਿਆਂ ਦੀ ਗੱਲ ਕਰੀਏ ਤਾਂ ਘੱਟੋ ਘੱਟ 5000 ਬੰਦਾ ਤਾਂ ਸੋਸ਼ਲ ਮੀਡੀਆ ਤੇ ਐਂ ਬੈਠਦਾ ਹੋਣਾ ਨਿੱਤ ਆ ਕੇ, ਜਿਹੜੇ ਦੇਖਣ ਨੂੰ ਪੰਥਕ ਤੇ ਖਾਲਿਸਤਾਨੀ ਤੇ ਬੜੇ ਗੁਰਸਿੱਖ ਲੱਗਦੇ ਆ, ਪਰ ਉਹਨਾਂ ਸਾਰਿਆਂ ਦਾ ਪੂਰਾ ਜ਼ੋਰ ਜਿਹੜਾ ਹੈਗਾ ਉਹ ਸਿੱਖੀ ਅਤੇ ਸਿੱਖਾਂ ਦੇ ਖਿਲਾਫ, ਖਾਸ ਤੌਰ ਤੇ ਖਾਲਿਸਤਾਨੀਆਂ ਦੇ ਖਿਲਾਫ ਲੱਗਿਆ ਹੁੰਦਾ। ਉਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਉਹ ਅਰਬਾਂ ਖਰਬਾਂ ਰੁਪਈਆ ਸਰਕਾਰ ਦਾ ਜ਼ੀਰੋ ਆ। ਕਿਉਂ ਕਿਵੇਂ ਵੀ ਸਾਡੇ ਪਿੰਡਾਂ ਦਾ ਦੇਸੀ ਜਿਹਾ ਬੰਦਾ ਜਦੋਂ ਭੋਗ ਤੇ ਮਰਗ ਤੇ ਕਿਤੇ ਜਾ ਰਹੇ ਹੋਣ, ਕਿਸੇ ਹੋਰ ਸੱਤ ਸਭਾ ਦੇ ਵਿੱਚ ਜੁੜੇ ਹੋਣ, ਤਾਂ ਇੱਕ ਲਾਈਨ ਦੇ ਵਿੱਚ ਇੰਡੀਆ ਦੀ ਸਾਰੀ ਜਿਹੜੀ ਮਿਹਨਤ ਉਹ ਜ਼ੀਰੋ ਹੋ ਜਾਂਦੀ ਆ। ਜਦੋਂ ਉਹ ਕਹਿੰਦੇ ਆ ਉਹ ਨਹੀਂ ਇਹ ਬੰਦੇ ਨਹੀਂ ਸੀ ਮਾੜੇ, ਨਾ ਖਾੜਕੂ ਮਾੜੇ ਸੀ, ਨਾ ਭਿੰਡਰਾਂ ਵਾਲਾ ਮਾੜਾ ਸੀ, ਇਹ ਤਾਂ ਸਰਕਾਰ ਨੇ ਗਲਤ ਬੰਦੇ ਵਿੱਚ ਬਾੜਤੇ ਜਿਨ੍ਹਾਂ ਨੇ ਲਹਿਰ ਬਦਨਾਮ ਕਰਤੀ। ਇਹ ਲਹਿਰ ਤਾਂ ਬਹੁਤ ਚੰਗੀ ਸੀ, ਇਹ ਉਸ ਲਹਿਰ ਦੀ ਕਮਾਈ ਆ ਜਿਹੜੀ ਅੱਜ ਵੀ ਸਾਡੀ ਆਮ ਇਹ ਜਿਹੜੇ ਸਿਆਣੇ ਜਿਹੇ ਹੁੰਦੇ ਆ ਨਾ, ਜਿਹੜੇ ਅਖਬਾਰ ਤੇ ਛਪਿਆ ਜੀ, ਮੈਂ ਜੀ ਅਖਬਾਰ ਤੇ ਪੜ੍ਹਿਆ ਜੀ, ਜਿਹੜੇ ਇਹੋ ਜਿਹੇ ਕਰਨ ਵਾਲੇ ਹੁੰਦੇ ਆ, ਇਹਨਾਂ ਨਾਲੋਂ ਸਾਡਾ ਉਹ ਅਨਪੜ੍ਹ ਦੇਸੀ ਪੇਂਡੂ ਸਮਾਜ ਜਿਹੜਾ ਬਹੁਤੀਆਂ ਚਤਰਾਈਆਂ ਨਹੀਂ ਜਾਣਦਾ, ਜਿਹਦੇ ਧੁਰ ਅੰਦਰੋਂ ਬਾਣੀ ਤੇ ਬਾਣੇ ਦਾ ਬਾਸ ਆ, ਉਹ ਸਾਡਾ ਕਿਰਤੀ ਖਾਲਸਾ ਜਿਹੜਾ ਗੁਰੂ ਨੂੰ ਪਿਆਰ ਕਰਦਾ, ਸਿੱਖੀ ਨੂੰ ਪਿਆਰ ਕਰਦਾ, ਉਹਨਾਂ ਨੇ ਬੜੀ ਸ਼ਾਨ ਦੇ ਨਾਲ ਇਸ ਤਰ੍ਹਾਂ ਕਹਿ ਕੇ ਸਾਡੇ ਉਸ ਸਾਰੇ ਇਤਿਹਾਸ ਨੂੰ ਮਾਣ ਸਤਿਕਾਰ ਦੇਣਾ ਸ਼ੁਰੂ ਕੀਤਾ ਹੋਇਆ ਕਿ ਨਹੀਂ ਇਹ ਲਹਿਰ ਠੀਕ ਸੀ। ਅੱਜ ਵੀ ਸਾਡੇ ਸਾਹਮਣੇ ਉਹੋ ਜਿਹੇ ਹਾਲਾਤ ਨੇ। ਆਹ ਦਿਨ ਜਿਹੜੇ ਨੇ 2020 ਦੇ ਇਹ ਰਹਿਣੇ ਨਹੀਂ, 2021 ਵੀ ਆਉਣਾ, 2022 ਵੀ ਆਉਣਾ, ਪਰ 2050 ਵਿੱਚ ਸਾਡੀ ਗਿਣਤੀ ਕਿੱਧਰ ਹੋਵੇ ਇਹ ਆਪਾਂ ਦੇਖਣਾ। ਕੀ ਆਪਾਂ ਬਾਦਲ ਦੇ ਸਿੱਖ ਵੱਜਣਾ ਕਿ ਆਪਾਂ ਕਾਂਗਰਸ ਦੇ ਸਿੱਖ ਵੱਜਣਾ? ਕੀ ਆਪਾਂ ਭਾਜਪਾ ਦੇ ਸਿੱਖ ਵੱਜਣਾ ਕਿ ਕਾਮਰੇਟਾਂ ਦੇ ਸਿੱਖ ਵੱਜਣਾ ਕਿ ਆਪਾਂ ਗੁਰੂ ਦੇ ਸਿੱਖ ਵੱਜਣਾ? ਜੇ ਗੁਰੂ ਦੇ ਸਿੱਖ ਵੱਜਣਾ ਤਾਂ ਸਾਨੂੰ ਸਾਡੇ ਧਰਮ, ਸਾਡੀ ਬੋਲੀ, ਸਾਡੇ ਸੱਭਿਆਚਾਰ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਇਹਦੇ ਉੱਤੇ ਅੱਖਾਂ ਖੋਲ੍ਹ ਕੇ ਆਪੋ ਆਪਣੇ ਢੰਗ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਆਪਦੇ ਫਰਜ਼ ਨਿਭਾਉਣੇ ਚਾਹੀਦੇ ਆ। ਹੁਣ ਕਈ ਕਹਿਣ ਲੱਗੇ ਜੀ ਕੀ ਕਰਨਾ ਚਾਹੀਦਾ? ਭਾਈ ਜਦੋਂ ਕਿਸੇ ਦੇ ਪਿਓ ਦੀ ਪੱਗ ਨੂੰ ਹੱਥ ਪੈ ਜੇ ਉਦੋਂ ਮੈਂ ਤਾਂ ਕੋਈ ਦੇਖਿਆ ਨਹੀਂਗਾ ਵੀ ਜਿਹੜਾ ਪੁੱਛਦਾ ਫਿਰਦਾ ਹੋਵੇ ਕਿ ਕੀ ਕਰੀਦਾ ਹੁੰਦਾ। ਜੇ 4 ਗੁੰਡੇ ਰਲ ਕੇ ਸਾਡੀ ਮਾਂ ਨੂੰ ਹੱਥ ਪਾਉਣ ਘਰੇ ਬੈਠੀ ਨੂੰ, ਉਦੋਂ ਕੋਈ ਪੁੱਛਦਾ ਹੁੰਦਾ ਵੀ ਮੈਂ ਕੀ ਕਰਾਂ? ਪਿੱਛੇ ਜੇ ਸਾਡੇ ਸੱਜਣ ਨੇ ਇੱਕ ਬੜੀ ਸੋਹਣੀ ਗੱਲ ਕਹੀ, ਕਿਸੇ ਨੇ ਚੋਭ ਮਾਰੀ, ਕਹਿੰਦਾ ਵੀ ਖਾੜਕੂਬਾਦ 'ਚ ਤੁਸੀਂ ਕੀ ਖੱਟਿਆ, ਐਡਾ ਤੁਸੀਂ ਕਤਲੇਆਮ ਹੋਇਆ, ਇੰਨੇ ਬੰਦੇ ਮਰੇ, ਖਾਲਿਸਤਾਨ ਦੇ ਇਸ ਝੰਡੇ ਏਜੰਡੇ 'ਚੋਂ ਤੁਸੀਂ ਕੀ ਖੱਟਿਆ? ਤੇ ਜਵਾਬ ਇਹ ਸੀ ਕਿ ਖਟਾਉਣ ਵਾਲੀ ਗੱਲ ਹੀ ਨਹੀਂ ਸੀ ਸੱਜਣਾ। ਇਹ ਕਮਾਈਆਂ ਕਰਨ ਵਾਲਾ ਇਹ ਕੋਈ ਦੁਕਾਨਦਾਰੀ ਨਹੀਂ ਸੀ, ਇਹ ਸੌਦਾ ਨਹੀਂ ਸੀ ਜਿੱਥੇ ਨਫੇ ਨੁਕਸਾਨ ਦੇਖੇ ਜਾਂਦੇ। ਇਹ ਤਾਂ 4-5 ਪੁੱਤਾਂ ਵਾਲੀ ਮਾਂ ਨਾਲ ਉਹਦਾ ਘਰ ਵਾਲਾ ਜਿਹੜਾ ਕਿ ਕਾਫੀ ਉਮਰ ਦਰਾਜ ਹੋ ਗਿਆ ਹੋਵੇ, ਉਹ ਜਾ ਰਿਹਾ ਹੋਵੇ ਤੇ ਗੁੰਡੇ ਬਦਮਾਸ਼ ਰਾਹ ਵਿੱਚ ਉਸ ਮਾਂ ਨੂੰ, ਉਹਦੀ ਇੱਜ਼ਤ ਨੂੰ ਹੱਥ ਪਾਉਣ, ਬਜ਼ੁਰਗ ਬਾਪ ਨੂੰ ਪਾਸੇ ਸੁੱਟ ਦਿੱਤਾ ਜਾਵੇ, ਉਹਦੇ ਨਿਆਣੇ ਬੇਸ਼ੱਕ ਇੰਨੇ ਜੋਗੇ ਨਾ ਵੀ ਹੋਣ ਕਿ ਉਹਨਾਂ ਬਦਮਾਸ਼ਾਂ ਨੂੰ ਆਪਦੀ ਕਰਤੂਤ ਕਰਨੋਂ ਰੋਕ ਸਕਣ, ਪਰ ਉਸ ਮੌਕੇ ਉਹਨਾਂ ਬੱਚਿਆਂ ਦਾ ਜੋ ਫਰਜ਼ ਬਣਦਾ, ਬੇਸ਼ੱਕ ਉਹ ਲੜਦੇ ਹੋਏ ਗੁੰਡਿਆਂ ਦੇ ਹੱਥੋਂ ਮਾਰੇ ਜਾਣ, ਪਰ ਉਹਨਾਂ ਦਾ ਫਰਜ਼ ਬਣਦਾ ਕਿ ਆਪਦੀ ਮਾਂ ਦੀ ਇੱਜ਼ਤ ਬਚਾਉਣ ਲਈ ਆਪਦੇ ਜਿਉਂਦੇ ਜੀ ਆਖਰੀ ਸਵਾਸ ਤੱਕ ਲੜਨ। ਤਾਂ ਉਹੀ ਕੰਮ ਅਸੀਂ ਕੀਤਾ। ਅਸੀਂ ਮਰ ਗਏ, ਸਾਡਾ ਬਾਹ ਨਹੀਂ ਪਿਆ, ਪਰ ਅਸੀਂ ਆਪਦੇ ਪੰਜਾਬ ਦੀ ਧਰਤੀ ਨਾਲ ਵਫਾ ਕੀਤੀ, ਆਪਦੀ ਮਾਂ ਨਾਲ ਵਫਾ ਕੀਤੀ, ਅਸੀਂ ਆਪਦੇ ਫਰਜ਼ ਨਿਭਾਏ। ਇਹੀ ਅੱਜ ਦੀ ਸਿੱਖ ਜਵਾਨੀ ਸਾਹਮਣੇ ਸਵਾਲ ਆ। ਬਚ ਜਾਓ ਇਹਨਾਂ ਕਾਮਰੇਟਾਂ ਤੋਂ, ਬਾਦਲਕਿਆਂ ਤੋਂ ਤੇ ਹੋਰ ਸਾਰੇ ਸਿਆਸੀ ਭਲਵਾਨਾਂ ਤੋਂ। ਇਹ ਉਸੇ ਸਿਸਟਮ ਦਾ ਹਿੱਸਾ ਆ ਜਿੱਥੋਂ ਪਾਰਲੀਮੈਂਟ ਦੇ ਵਿੱਚੋਂ ਕਾਲੇ ਕਾਨੂੰਨ ਤੁਹਾਡੇ ਖਿਲਾਫ ਪਾਸ ਹੁੰਦੇ ਨੇ, ਔਰ ਇਹ ਸਾਰੇ ਕਾਨੂੰਨਾਂ ਦਾ ਇੱਕ ਨਕਾਤੀ ਏਜੰਡਾ ਵਾ ਕਿ ਸਿੱਖੀ ਖਤਮ ਕਰਨੀ ਹੈ। ਹੁਣ ਤੁਹਾਡੇ ਧਰਮ ਨੂੰ ਖਤਮ ਕਰਨ ਵਾਲੀ ਖੇਡ ਦਾ ਜਿਹੜਾ ਹਿੱਸਾ ਬਣੇ ਫਿਰਦੇ ਲੋਕ ਨੇ, ਇਹ ਅੱਜ ਤੱਕ ਬਚਾ ਸਕੇ ਤੁਹਾਨੂੰ? ਇਹ ਸਿਸਟਮ ਦੇ ਰਾਹੀਂ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਕਿ ਮੈਂ ਬਚਾ ਜੂੰਗਾ ਨਾ, ਉਹ ਸਾਰੇ ਉਹਨਾਂ ਸ਼ਹੀਦਾਂ ਨੂੰ ਝੂਠਾ ਸਿੱਧ ਕਰ ਰਿਹਾ ਜਿਹੜੇ ਬਾਬੇ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਹੁਣ ਤੱਕ ਖਾਲਸਾ ਰਾਜ ਲਈ ਸ਼ਹੀਦ ਹੋਏ ਆ। ਉਹਨਾਂ
ਸਾਰਿਆਂ ਨੂੰ ਪਿੱਠ ਦਿਖਾ ਰਹੇ ਆ ਜਦੋਂ ਆਪਾਂ ਉਸੇ ਸਿਸਟਮ ਨੂੰ ਮੱਥਾ ਟੇਕ ਰਹੇ ਆ ਜਿਹੜਾ ਸਾਡੀ ਹੋਂਦ ਹਸਤੀ ਮਟਾਉਣ ਤੇ ਤੁਲਿਆ ਹੋਇਆ। ਜਦੋਂ ਤੁਹਾਨੂੰ ਉਸ ਸਿਸਟਮ ਦੇ ਵਿੱਚ ਉਹ ਮੰਨਦੇ ਹੀ ਨਹੀਂ, ਤੁਸੀਂ ਐਵੇਂ ਧੱਕੇ ਨਾਲ ਹੀ ਆਪਦੇ ਗਲ ਬਿਪਤਾ ਪਾਈ ਹੋਈ ਆ ਜੀ ਅਸੀਂ ਇਹਨੂੰ ਮੰਨਦੇ ਆ। ਉਹ ਤੁਹਾਨੂੰ ਕੱਖ ਨਹੀਂ ਜਾਣਦੇ। ਉਹ ਤੁਹਾਨੂੰ ਕੀ, ਉਹ ਤਾਂ ਮਾਓਵਾਦੀ, ਨਾਗਾਲੈਂਡੀਏ, ਮਨੀਪੁਰੀਏ, ਕਸ਼ਮੀਰੀਏ, ਉਹ ਸਾਰਿਆਂ ਨੂੰ ਕਿਸੇ ਨੂੰ ਕੁਛ ਨਹੀਂ ਸਮਝਦੇ। ਪਾਰਲੀਮੈਂਟ ਦੀ ਤਾਕਤ ਆ, ਕਾਨੂੰਨ ਬਣਾ ਕੇ ਅਗਲੇ ਤੁਹਾਨੂੰ ਰਗੜ ਰਹੇ ਨੇ। ਤੇ ਇਹ ਵੀ ਗੱਲ ਗਰੰਟੀ ਵਾਲੀ ਆ ਕਿ ਕੋਈ ਵੀ ਸਿਆਸੀ ਦਲ ਇੰਨੇ ਜੋਗਾ ਨਹੀਂ ਹੈਗਾ ਜਿਹੜਾ ਸਾਰੇ ਭਾਰਤ ਦੇ ਵਿੱਚੋਂ ਇੰਨੀ ਮੈਜੋਰਿਟੀ ਲੈ ਆਵੇ ਤੇ ਲਿਆ ਕੇ ਕਵੇ ਕਿ ਮੈਂ ਜੀ ਠੋਕ ਵਜਾ ਕੇ ਕਹਿਣਾ ਕਿ ਜੇਕਰ ਮੇਰੇ ਕੋਲ ਅੱਜ ਤਾਕਤ ਆ ਤੇ ਮੈਂ ਸਾਰੇ ਉਹ ਕਾਲੇ ਕਾਨੂੰਨ ਰੱਦ ਕਰ ਦੂੰ। ਕਿਹਨੇ ਰੱਦ ਕਰਨੇ ਆ ਜੀ? ਕੋਈ ਰੱਦ ਨਹੀਂ ਕਰਦਾ। ਸੋ ਇਸ ਮੌਕੇ ਦੋ ਗੱਲਾਂ ਸਪਸ਼ਟ ਨੇ। ਇੱਕ ਤਾਂ ਇਹ ਕਿ ਆ ਜਿਹੜਾ ਮਾਹੌਲ ਬਣਿਆ ਇਹਨੇ ਸਾਡੇ 1978 ਤੋਂ ਚੱਲੇ ਸੰਘਰਸ਼ ਦੇ ਬਾਰੇ ਅੱਜ ਬਹੁਤਿਆਂ ਦੇ ਗਿਲੇ ਸ਼ਿਕਵੇ, ਬਹੁਤਿਆਂ ਦੇ ਸ਼ੰਕੇ ਨਿਬੇੜਤੇ। ਅੱਜ ਬਹੁਤੇ ਕਹਿਣ ਲੱਗੇ ਹੁਣ ਪਤਾ ਲੱਗਿਆ ਖਾੜਕੂਆਂ ਨੇ ਹਥਿਆਰ ਕਿਉਂ ਚੱਕੇ ਸੀ। ਅੱਜ ਬਹੁਤਿਆਂ ਨੂੰ ਸਮਝ ਲੱਗ ਗਈ ਕਿ ਯਾਰ ਲੜਨ ਤੋਂ ਬਿਨਾਂ ਤਾਂ ਕੋਈ ਰਾਹ ਬਚਿਆ ਹੀ ਨਹੀਂ। ਅੱਜ ਇਹ ਅਕਲ ਬਹੁਤਿਆਂ ਨੂੰ ਆ ਗਈ ਕਿ ਜਿਹੜੇ ਬੰਦੇ ਪਿਛਲੇ ਲੰਮੇ ਅਰਸੇ ਤੋਂ ਖਾਲਿਸਤਾਨ ਕਰਦੇ ਫਿਰਦੇ ਆ, ਐਵੇਂ ਨਹੀਂ ਕਰਦੇ ਫਿਰਦੇ। ਦੂਜੀ ਗੱਲ, ਜਿਹੜਾ ਪਿਛਲੀ ਪੀੜ੍ਹੀ ਤੋਂ ਸਰਿਆ ਬਣਿਆ ਉਹਨਾਂ ਨੇ ਕਰਤਾ। ਅੱਜ ਦੀ ਸਿੱਖ ਜਵਾਨੀ ਦੇ, ਅੱਜ ਦੇ ਸਿੱਖਾਂ ਦੇ ਸਾਹਮਣੇ ਇਹ ਸਵਾਲੀਆ ਨਿਸ਼ਾਨ ਆ। ਇਹ ਲਕੀਰ ਇੱਕ ਵੰਗਾਰ ਵਾ ਕਿ ਟੱਪੋ ਇਹਨੂੰ, ਹੁਣ ਕੌਮ ਲਈ ਲੜੋ। ਤੁਸੀਂ ਤਾਂ ਕਿ ਅਸੀਂ, ਸਾਨੂੰ ਪਿਛਲੀ ਪੀੜ੍ਹੀ ਨੂੰ ਤੁਸੀਂ ਕਹਿੰਦੇ ਹੋ ਕਿ ਸਾਨੂੰ ਅਕਲ ਨਹੀਂ ਸੀਗੀ। ਅੱਜ ਦੇ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਬਾਹਮਣਾਂ ਦੇ ਟਰੈਪ 'ਚ ਫਸ ਕੇ ਤੇ ਆ ਜਿਹੜੇ ਕਾਮਰੇਡ ਨੇ ਇਹਨਾਂ ਦੇ ਮਗਰ ਲੱਗ ਕੇ, ਵਿਦਵਾਨਾਂ ਦੇ ਜਾਂ ਹੋਰ ਕਈ ਕਮਲ ਢੰਗਲ ਦੇ ਮਗਰ ਲੱਗ ਕੇ ਕਹਿੰਦੇ ਨੇ ਵੀ ਜਿਹੜੇ ਖਾੜਕੂ ਸੀ ਉਹਨਾਂ ਨੂੰ ਅਕਲ ਨਹੀਂ ਸੀਗੀ, ਭਿੰਡਰਾਂ ਵਾਲਾ ਅਨਪੜ੍ਹ ਸੀ, ਖਾੜਕੂਆਂ ਨੂੰ ਸਮਝ ਘੱਟ ਸੀ। ਅਸੀਂ ਮੰਨ ਲੈਂਦੇ ਹਾਂ ਜੀ, ਹੱਥ ਬੰਨ੍ਹ ਕੇ ਮੰਨਦੇ ਹਾਂ ਕਿ ਸਾਨੂੰ ਅਕਲ ਘੱਟ ਸੀ ਤੇ ਅਸੀਂ ਮਾਫੀ ਵੀ ਮੰਗ ਲੈਂਦੇ ਹਾਂ ਵੀ ਸਾਨੂੰ ਅਕਲ ਘੱਟ ਸੀਗੀ। ਪਰ ਸਾਨੂੰ ਜਿੰਨੀ ਮਰਜ਼ੀ ਅਕਲ ਘੱਟ ਸੀ, ਪਰ ਇੰਨੀ ਅਕਲ ਸਾਨੂੰ ਜ਼ਰੂਰ ਸੀ ਕਿ ਅਸੀਂ ਨਿਸ਼ਾਨੇ ਨੂੰ ਜਾਣਦੇ ਸੀ, ਅਸੀਂ ਦੁਸ਼ਮਣ ਨੂੰ ਪਛਾਣਦੇ ਸੀ, ਅਸੀਂ ਲੜੇ ਦੁਸ਼ਮਣ ਨਾਲ ਹੀ। ਚਲੋ ਹੁਣ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਜ਼ਿਆਦਾ ਸਿਆਣੇ ਹੋ। ਅੱਜ ਦੇ ਸਾਰੇ ਜਿੰਨੇ ਸਿੱਖ ਆ ਉਹ ਸਾਡੇ ਵਾਲੇ ਵੇਲਿਆਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਆ। ਅਸੀਂ ਜਿਹੜੇ ਉਸ ਟਾਈਮ ਸੰਘਰਸ਼ ਵਿੱਚ ਆਏ ਸੀ, ਸਾਨੂੰ ਇੰਨੇ ਅੱਜ ਤਾਂ ਪੜ੍ਹੇ PhD, ਤੁਸੀਂ ਤਾਂ ਆਈਲੈਟਸਾਂ ਕਲੀਅਰ ਕਰ ਜਾਂਦੇ ਹੋ, ਤੁਸੀਂ ਤਾਂ ਬਹੁਤ ਸਿਆਣੇ ਹੋ, ਇੰਨੇ ਸਿਆਣੇ ਹੋ, ਤੁਹਾਡਾ ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਆ ਸਾਡੀਆਂ ਚਿੱਟੀਆਂ ਹੋ ਰਹੀਆਂ ਨੇ ਸਾਤੋਂ। ਮੇਰੀ ਸਿੱਖ ਸੰਘਰਸ਼ ਦੇ ਵਿੱਚ ਮੇਰੇ ਤੋਂ ਬਹੁਤ ਸਾਰੇ ਸੀਨੀਅਰ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀਆਂ ਜਵਾਨੀਆਂ ਅੱਜ ਉਹ ਬੋਲ ਨਹੀਂ ਸਕਦੇ। ਮੈਂ ਉਹਨਾਂ ਵੱਲੋਂ, ਸਾਰਿਆਂ ਵੱਲੋਂ ਤੁਹਾਨੂੰ ਕਹਿਣਾ, ਅਸੀਂ ਖੁਦ ਦੇਖਣਾ ਚਾਹੁੰਦੇ ਹਾਂ ਕਿ ਜਿਹੜੀ ਇੰਡੀਅਨ ਜ਼ੁਲਮਾਂ ਦੇ ਖਿਲਾਫ ਸਿੱਖਾਂ ਦਾ ਸੰਘਰਸ਼ ਸੀਗਾ ਉਹਨੂੰ ਅਗਲੇ ਪੜਾਅ ਦੇ ਵਿੱਚ ਤੁਸੀਂ ਭਾਈ ਚੱਕ ਲਿਆ ਹੈਗਾ। ਉਹ ਚੀਜ਼ ਜਿਹੜੀ ਬਾਬੇ ਬੰਦਾ ਸਿੰਘ ਬਹਾਦਰ ਤੋਂ ਚੱਲੀ ਆਉਂਦੀ ਆ, ਉਹ ਜਿਹੜਾ ਤੀਰ 84 ਵੇਲੇ ਬਾਬਾ ਜਰਨੈਲ ਸਿੰਘ ਦੇ ਹੱਥਾਂ 'ਚ ਸ਼ੋਭਿਆ, ਉਹ ਤੀਰ ਹੁਣ ਤੁਸੀਂ ਅੱਗੇ ਜਿਹੜਾ ਹੈਗਾ ਚੱਕ ਲਓ। ਅਗਲੀ ਪੀੜ੍ਹੀ ਲਈ ਲੜਨ ਮਰਨ ਦਾ ਸਵਾਲ ਆ ਜਿਹੜਾ ਉਹ ਬਣ ਗਿਆ। ਹੁਣ ਸਾਨੂੰ ਤਾਂ ਅਕਲ ਘੱਟ ਸੀਗੀ, ਸਾਨੂੰ ਤਾਂ ਭਾਈ ਸਮਝ ਘੱਟ ਸੀਗੀ। ਹੋ ਸਕਦਾ ਜਿਹੜੀਆਂ ਗੱਲਾਂ ਅੱਜ ਵੀ ਕੀਤੀਆਂ ਉਹ ਵੀ ਬੇਵਕੂਫੀ ਭਰੀਆਂ ਹੀ ਤੁਹਾਨੂੰ ਲੱਗਦੀਆਂ ਹੋਣ, ਪਰ ਲੜੋ। ਅਸੀਂ ਤਾਂ ਕਿਹਾ ਸੀਗਾ ਕਿ ਪਾਰਲੀਮਾਨੀ ਸਿਸਟਮ ਦੇ ਵਿੱਚੋਂ ਕੁਛ ਨਹੀਂ ਲੱਭਣਾ, ਤੁਸੀਂ ਇਹਦੇ ਵਿੱਚੋਂ ਹੀ ਹੱਲ ਕੱਢ ਕੇ ਦਿਖਾ ਦਿਓ। ਜਿਨ੍ਹਾਂ ਨੂੰ ਲੱਗਦਾ ਨਾ, ਕਈ ਇੱਥੇ ਹੈਗੇ ਆ ਜਿਹੜੇ ਕਹਿੰਦੇ ਜੀ ਵੋਟਾਂ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਆਪਾਂ 13 ਦੇ 13 ਪੰਥਕ ਬੰਦੇ ਵੀ ਜੇ ਜਿਤਾ ਲਈਏ, 13 MP ਪੰਜਾਬ ਦੇ 13 ਸੀਟਾਂ ਨੇ, ਤੇ ਆਲ ਓਵਰ ਸਾਰੇ ਕਿਸੇ ਹੋਰ ਵੀ ਕਈ ਪੱਗਾਂ ਦਾੜੇ ਵਾਲੇ ਜਿੱਤ ਜਾਂਦੇ ਆ। ਪਾਰਲੀਮੈਂਟ ਦੇ ਵਿੱਚ ਕਦੇ 20 ਤੋਂ ਵੱਧ MP ਜਿਹੜੇ ਆ ਪੱਗਾਂ ਦਾੜੇ ਵਾਲੇ ਨਹੀਂ ਹੋ ਸਕਦੇ, ਪਰ ਉਹ 20 ਦੇ 20 ਵੀ ਕੱਖ ਨਹੀਂ ਕਰ ਸਕਦੇ। ਇੱਥੇ 2 ਸਾਲ ਪਹਿਲਾਂ ਇੱਕ ਸਮਾਗਮ ਸੀਗਾ, ਮੈਨੂੰ ਉੱਥੇ ਬੋਲਣ ਦਾ ਮੌਕਾ ਮਿਲਿਆ। ਸਾਡੀ ਕੌਮ ਦੇ ਵੱਡੇ ਵਿਦਵਾਨ ਉੱਥੇ ਹਾਜ਼ਰ ਸੀ। ਜਦੋਂ ਉੱਥੇ ਸਾਰੇ ਦੇ ਸਾਰੇ ਇਹ ਕਹਿ ਰਹੇ ਸੀਗੇ ਕਿ ਆਪਾਂ ਨੂੰ ਇਲੈਕਸ਼ਨ ਲੜ ਕੇ ਸੱਤਾ ਲੈ ਕੇ ਐਂ ਕਰ ਲੈਣਾ ਚਾਹੀਦਾ, ਉਹ ਕਰ ਲੈਣਾ ਚਾਹੀਦਾ, ਅਖੀਰ ਮੈਨੂੰ ਮੌਕਾ ਮਿਲਿਆ, ਮੈਂ ਉੱਥੇ ਗੱਲ ਕਹੀ ਸੀ ਵੀ ਸਾਡੀ ਕੌਮ ਦੇ ਵਿੱਚ ਸਭ ਤੋਂ ਵੱਡੀ ਤੋਪ ਆ ਜਿਹੜੀ ਵਿਦਵਾਨਾਂ ਦੇ ਵਿੱਚ, ਉਹ ਸਰਦਾਰ ਕਪੂਰ ਸਿੰਘ ਨੂੰ ਮੰਨਦੇ ਆ। ਸਰਦਾਰ ਕਪੂਰ ਸਿੰਘ 1966 ਦੇ ਵਿੱਚ ਉਸ ਪਾਰਲੀਮੈਂਟ ਦੇ ਮੈਂਬਰ ਸੀ ਜਦੋਂ ਪੰਜਾਬੀ ਸੂਬਾ ਬਣਿਆ।
ਤੇ ਜਦੋਂ ਪੰਜਾਬੀ ਸੂਬੇ ਨੂੰ ਬਣਾਉਣ ਵਾਲਾ ਕਾਨੂੰਨ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966, ਜਦੋਂ ਇਹ ਐਕਟ ਪਾਸ ਹੋਣ ਲਈ, ਕਾਨੂੰਨ ਬਣ ਲਈ, ਪੰਜਾਬੀ ਸੂਬਾ ਬਣਾਉਣ ਦੇ ਲਈ ਪਾਰਲੀਮੈਂਟ ਵਿੱਚ ਆਇਆ, ਤਾਂ ਸਰਦਾਰ ਜੀ ਨੇ ਇੱਕ ਤਕਰੀਰ ਉੱਥੇ ਕੀਤੀ ਸੀ। ਉਹ ਤਕਰੀਰ ਆ ਜਿਹੜੀ, ਉਹਨੂੰ ਅੱਜ ਸਿੱਖ ਨੌਜਵਾਨ ਸੋਸ਼ਲ ਮੀਡੀਆ ਤੇ ਵੀ ਦੇਖ ਸਕਦੇ ਆ। ਆਮ ਬੜੀ ਵੱਡੀ ਗਿਣਤੀ 'ਚ ਵੰਡੀ ਜਾਂਦੀ ਆ। ਕਿਸੇ ਖਾਲਿਸਤਾਨੀ ਦਾ ਲੈਕਚਰ ਉਸ ਤਕਰੀਰ ਤੋਂ ਬਿਨਾਂ ਪੂਰਾ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚ ਸਭ ਤੋਂ ਵਧੀਆ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਸਿੱਖਾਂ ਦਾ ਕੇਸ ਪੇਸ਼ ਕੀਤਾ ਗਿਆ ਸੀ। ਉਹ ਹੈਗੀ ਆ ਸਿੱਖਾਂ ਨਾਲ ਵਸਾਹਘਾਤ। ਉਹਦਾ ਟਾਈਟਲ ਸਿੱਖਾਂ ਨਾਲ ਵਸਾਹਘਾਤ, ਸਿੱਖਾਂ ਨਾਲ ਧੋਖਾ ਕਿਵੇਂ ਹੋਇਆ। ਉਹ ਸਾਰੀ ਜਿਹੜੀ ਤਕਰੀਰ ਆ, ਉਹਦੇ ਐਂਡ ਦੇ ਉੱਤੇ ਸਰਦਾਰ ਕਪੂਰ ਸਿੰਘ ਕਹਿੰਦੇ ਆ, ਇਹ ਜਿਹੜਾ ਕਾਨੂੰਨ ਆ ਪੰਜਾਬੀ ਸੂਬਾ ਬਣਾਉਣ ਵਾਲਾ, ਇਹ ਬਹੁਤ ਮਾੜਾ ਤੇ ਘਟੀਆ ਤੇ ਗਲਤ ਬਣਿਆ ਹੋਇਆ। ਜੇਕਰ ਇਸ ਕਾਨੂੰਨ ਦੇ ਅਨੁਸਾਰ ਪੰਜਾਬੀ ਸੂਬਾ ਬਣ ਜਾ ਰਿਹਾ, ਤਾਂ ਮੈਂ ਆਪਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਦਾ ਵਿਰੋਧ ਕਰਦਾ, ਇਹਨੂੰ ਰੱਦ ਕਰਦਾ। ਹੋਰ ਵੀ ਉੱਥੇ ਬਹੁਤ ਸਾਰਿਆਂ ਨੇ ਰੱਦ ਕੀਤਾ ਹੋਣਾ, ਪਰ ਜਿਹੜਾ ਉੱਥੇ ਸਾਰਾ ਲੌਂਗ ਲਾਣਾ ਬੈਠਾ ਸੀ, ਜਿੰਨੇ ਉੱਥੇ ਹੋਰ MP ਬੈਠੇ ਸੀ, ਉਹ ਮੁਸਕੜੀਆਂ ਹੱਸਦੇ ਸੀ ਵੀ ਤੂੰ 2 ਘੰਟੇ ਹੋਰ ਭਕਾਈ ਮਾਰ ਲਾ, ਤੂੰ ਜਿਹੜਾ ਬੋਲਣਾ ਸਰਦਾਰ ਕਪੂਰ ਸਿੰਘ ਬੋਲ ਲਾ, ਸਾਡੇ ਲਈ ਇਹ ਭਕਾਈ ਆ। ਤੇਰੀ ਕੌਮ ਇਸ ਲੈਕਚਰ ਨੂੰ ਪੜ੍ਹ ਕੇ ਖੁਸ਼ ਹੋ ਸਕਦੀ ਆ, ਪਰ ਸਾਡੇ ਲਈ ਇਹਦਾ ਕੱਖ ਮੁੱਲ ਨਹੀਂ। ਅਸੀਂ ਐਂ ਹੀ ਬਣਾਵਾਂਗੇ। ਤੇ ਪੰਜਾਬੀ ਸੂਬਾ ਉਵੇਂ ਬਣਿਆ ਜਿਵੇਂ ਉਹ ਕਹਿੰਦਾ ਸੀ ਗੁਲਜ਼ਾਰੀ ਲਾਲ ਨੰਦਾ, ਕਿ ਛੇਤੀ ਕਿਤੇ ਤਾਂ ਬਣਦਾ ਨਹੀਂ, ਪਰ ਜੇ ਬਣ ਗਿਆ ਤਾਂ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਚੀਕਿਆ ਕਰਨਗੀਆਂ ਵੀ ਆਹ ਸੂਬਾ ਲੈਣ ਲਈ ਐਡਾ ਸੰਘਰਸ਼ ਕੀਤਾ ਸੀ। ਭਾਈ ਸਮਝੋ ਇਸ ਗੱਲ ਨੂੰ। ਆ ਪਰਸੋਂ ਚੌਥੇ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ਦੇ ਵਿੱਚ ਬੋਲਣ ਲੱਗਿਆ। ਜਦੋਂ ਬੋਲਣ ਲੱਗਿਆ, ਉਹਨਾਂ ਨੇ ਜਿਹੜਾ ਸਪੀਕਰ ਸੀ ਉਹ ਬੰਦ ਕਰਤਾ। ਕਹਿੰਦੇ ਸਾਨੂੰ ਨਹੀਂ ਤੇਰੀ ਲੋੜ। ਪਰਵਾਹ ਤਾਂ ਉਹ ਸੁਖਬੀਰ ਬਾਦਲ ਵਰਗਿਆਂ ਦੀ ਨਹੀਂ ਕਰਦੇ। ਫਿਰ ਜਿਹੜਾ ਗੁਜਰਾਲ ਆ, ਨਰੇਸ਼ ਗੁਜਰਾਲ, ਉਹਦੇ ਨਾਲ ਜੋ ਹੋਈ ਆ, ਉਹ ਕਹਿੰਦਾ ਜੀ ਮੈਨੂੰ 2 ਮਿੰਟ ਦਿੱਤੇ ਆ। ਸੋ ਭਾਈ, ਜਿਹੜੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਆ, ਜਿਨ੍ਹਾਂ ਨੂੰ ਆਪਾਂ ਪਸੰਦ ਨਹੀਂ ਕਰਦੇ, ਚੀਕਾਂ ਤਾਂ ਉਹਨਾਂ ਦੀਆਂ ਪੈਂਦੀਆਂ ਨੇ, ਪਰ ਉਹਨਾਂ ਦੀਆਂ ਲੱਤਾਂ 'ਚ ਜਾਨ ਨਹੀਂ ਹੈਗੀ ਕਿ ਉਹ ਸੱਚ ਬੋਲ ਸਕਣ ਕਿ ਭਾਈ ਪਾਰਲੀਮੈਂਟ ਦੇ ਵਿੱਚ ਜੇ ਆਪਾਂ 50 ਵੀ MP ਹੋਈਏ ਤਾਂ ਵੀ ਆਪਣੀ ਕੋਈ ਬੁੱਕਤ ਨਹੀਂ। ਕਈ ਤੁਹਾਨੂੰ ਬੇਵਕੂਫ ਬਣਾਉਂਦੇ ਆ ਕਿ ਫਲਾਨੀ ਪਾਰਟੀ ਦੇ 2 MP ਸੀ, ਉਹਨਾਂ ਨੇ ਆਪਦੀ ਕੌਮ ਲਈ ਆਹ ਲੈ ਲਿਆ। ਉਹ ਭਾਈ ਗੈਰ ਸਿੱਖ ਸੀ, ਉਹ ਪੰਜਾਬ ਦੇ ਮਸਲਿਆਂ ਲਈ ਨਹੀਂ ਸੀ। ਜਦੋਂ ਮਸਲਾ ਸਿੱਖਾਂ ਤੇ ਪੰਜਾਬ ਦਾ ਆਊਗਾ, ਚਾਹੇ ਤੁਹਾਡਾ 100 MP ਹੋਵੇ, 100 ਤੁਹਾਡੀ ਗੱਲ ਨਹੀਂ ਮੰਨੀ ਜਾਣੀ। 100 ਤਾਂ ਕਿੱਥੇ ਬਣਨਾ, ਆਪਣੇ ਤਾਂ ਪੱਗਾਂ ਵਾਲੇ 20 ਹੋਣਗੇ। 20 ਦੇ ਵਿੱਚੋਂ ਵੀ ਜਿਹੜੇ ਨੇਗੇ 15-20 ਉਹ ਦੂਜੇ ਪਾਸੇ ਹੋਣਗੇ। ਇੱਕ ਅੱਧਾ ਹੋ ਸਕਦਾ ਪੰਥਕ ਹੋਵੇ। ਤੇ ਜਦੋਂ ਆਪਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਜਿਤਾਇਆ ਸੀ, ਜੇ ਉਹ ਚਲੇ ਵੀ ਜਾਂਦੇ, ਜਿਹੜੇ ਤੁਹਾਨੂੰ ਹੁਣ ਤੱਕ ਸਾਰੇ ਝੂਠ ਬੋਲੀ ਜਾਂਦੇ ਆ, ਮੇਰੇ ਤੋਂ ਝੂਠ ਨਹੀਂ ਬੋਲਿਆ ਜਾਣਾ। ਮੈਂ ਸ਼ੁਰੂ 'ਚ ਕਿਹਾ ਸੀਗਾ, ਅਸੀਂ ਬਾਬਾ ਜਰਨੈਲ ਸਿੰਘ ਦੀ ਗੱਲ ਤੇ ਪਹਿਰਾ ਦੇਣ ਵਾਲੇ ਬੰਦੇ ਆ, ਸਾਤੋਂ ਝੂਠ ਨਹੀਂ ਬੋਲਿਆ ਜਾਂਦਾ। ਬਾਬਾ ਜਰਨੈਲ ਸਿੰਘ ਵਾਲੀ ਗੱਲ ਮੈਂ ਅੱਗੇ ਤੋਰਾਂ, ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਜੇਕਰ ਉਹ ਪਾਰਲੀਮੈਂਟ ਵਿੱਚ ਚਲੇ ਵੀ ਜਾਂਦੇ, ਤਾਂ ਵੀ ਉੱਥੇ ਕੋਈ ਤੋਪ ਨਹੀਂ ਸੀ ਚਲਾ ਸਕਣੀ। ਜਿਹੜੀ ਬੀਬੀ ਰਜਿੰਦਰ ਕੌਰ ਨੇ ਤਕਰੀਰ ਕੀਤੀ, ਜਿਹੜੀ ਸਰਦਾਰ ਕਪੂਰ ਸਿੰਘ ਨੇ ਤਕਰੀਰ ਕੀਤੀ, ਕਿਸੇ ਨੇ ਸੁਣੀ ਉੱਥੇ? ਇਹਦੀ ਸੁਣੀ ਬਾਦਲ ਦੀ, ਸੁਖਬੀਰ ਬਾਦਲ ਦੀ? ਕੋਈ ਸੁਣਦਾ ਉੱਥੇ? ਕੋਈ ਪਾਰਲੀਮੈਂਟ 'ਚ ਤੁਹਾਡੀ ਸੁਣਵਾਈ ਨਹੀਂ ਹੈਗੀ। ਝੂਠ ਬੋਲਦੇ ਆ ਜਿਹੜੇ ਕਹਿੰਦੇ ਆ ਜੀ ਪਾਰਲੀਮੈਂਟ ਦੇ ਜਾਂ ਅਸੈਂਬਲੀ ਦੇ ਰਾਹੀਂ ਐਂ ਹੋ ਸਕਦਾ। ਕੱਖ ਨਹੀਂ ਹੋ ਸਕਦਾ ਤੁਹਾਡਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 1979 ਦੇ ਵਿੱਚ ਇਲੈਕਸ਼ਨ ਲੜੀ ਵੀ ਸ਼੍ਰੋਮਣੀ ਕਮੇਟੀ ਦੀ। ਬਿਆਸ ਹਲਕਾ ਸੀ, ਬਿਆਸ ਹਲਕਾ ਜਿੱਥੇ ਮਹਿਤਾ ਚੌਂਕ ਟਕਸਾਲ ਦਾ ਸੈਂਟਰ ਹੈ, ਉਸ ਸੈਂਟਰ ਦੇ ਇਲਾਕੇ ਦੇ ਵਿੱਚ ਟਕਸਾਲ ਦਾ ਪੂਰਾ ਪ੍ਰਭਾਵ ਹੈ। ਤੇ ਉੱਥੇ ਭਾਈ ਅਮਰੀਕ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਉਹ ਭਾਈ ਅਮਰੀਕ ਸਿੰਘ ਜਿਹੜਾ ਬੇਦਾਗ ਸਿੱਖ ਨੌਜਵਾਨ ਸੀ, ਜਿਹਦੇ ਪਿਤਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਪਹਿਲਾਂ ਟਕਸਾਲ ਦੇ ਮੁਖੀ ਰਹੇ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੂੰ ਚਲਦੀ ਫਿਰਦੀ ਯੂਨੀਵਰਸਿਟੀ ਟਕਸਾਲ ਨੂੰ ਕਿਹਾ ਜਾਂਦਾ ਸੀ। ਬਹੁਤ ਵੱਡੇ ਪ੍ਰਚਾਰਕ ਤੇ ਥੰਮ ਸੀਗੇ ਉਸ ਦੌਰ ਦੇ। ਉਹਨਾਂ ਦੇ ਸਪੁੱਤਰ ਭਾਈ ਅਮਰੀਕ ਸਿੰਘ, ਜਿਹੜੇ ਉਸ ਵੇਲੇ ਦੀ ਸਭ ਤੋਂ ਸਿੱਖ ਨੌਜਵਾਨਾਂ ਦੀ ਕਾਰਗਰ ਜਥੇਬੰਦੀ ਫੈਡਰੇਸ਼ਨ ਦੇ ਪ੍ਰਧਾਨ ਸੀਗੇ। ਫੈਡਰੇਸ਼ਨ ਦਾ ਪ੍ਰਧਾਨ ਹੋਵੇ, ਟਕਸਾਲ ਦੇ ਮੁਖੀ ਦਾ ਬੇਟਾ ਹੋਵੇ, ਨੌਜਵਾਨ ਹੋਵੇ, ਬੇਦਾਗ ਹੋਵੇ,
ਤੇ ਟਕਸਾਲ ਦੇ ਮੌਜੂਦਾ ਮੁਖੀ ਦੀ ਹਮਾਇਤ ਸਦਕਾ ਟਕਸਾਲ ਦੇ ਪ੍ਰਭਾਵ ਵਾਲੇ ਡੇਰੇ ਆਪਣੇ ਦਮਦਮੀ ਟਕਸਾਲ ਦੇ ਕੇਂਦਰ ਵਾਲੇ ਇਲਾਕੇ ਦੇ ਵਿੱਚ ਚੋਣ ਲੜ ਰਿਹਾ ਹੋਵੇ, ਫਿਰ ਵੀ ਉਹ ਹਾਰ ਜਾਵੇ ਬੜੀ ਮੌਜ ਨਾਲ, ਤੇ ਹਾਰੇ ਵੀ ਉਮਰਾ ਨੰਗਲ ਵਰਗੇ ਖੱਚ ਬੰਦੇ ਕੋਲੋਂ। ਉਦੋਂ ਬਾਬਾ ਜਰਨੈਲ ਸਿੰਘ ਨੂੰ ਇੱਕ ਗੱਲ ਦੀ ਸਮਝ ਲੱਗੀ ਸੀ ਕਿ ਜੇ ਅਸੀਂ ਸ਼੍ਰੋਮਣੀ ਕਮੇਟੀ ਵਰਗੀ ਇਲੈਕਸ਼ਨ ਵੀ ਅਮਰੀਕ ਸਿੰਘ ਵਰਗੇ ਨੂੰ ਨਹੀਂ ਜਿਤਾ ਸਕਦੇ, ਤਾਂ ਇੱਥੇ ਦੂਜੀਆਂ MLA MP ਵਾਲੀਆਂ ਚੋਣਾਂ 'ਚ ਅਸੀਂ ਕਿੱਥੇ ਜਿੱਤ ਜਾਵਾਂਗੇ। ਤੇ ਜੇ ਜਿੱਤ ਵੀ ਜਾਵਾਂਗੇ ਫਿਰ ਕੀ ਬਣੂ। ਉਹ ਗੱਲ ਸਾਨੂੰ 1999 ਦੀਆਂ ਚੋਣਾਂ ਨੇ ਸਿਖਾਤੀ, ਜਦੋਂ ਮਾਨ ਸਾਹਿਬ ਤੇ ਹੋਰ ਲੋਕ ਜਿੱਤੇ, ਕਿ ਜੇ ਜਿੱਤ ਵੀ ਜਾਵੋ ਤਾਂ ਵੀ ਕੋਈ ਬਟਿੰਦੀ ਨਹੀਂ। ਬੀਬੀ ਰਜਿੰਦਰ ਕੌਰ ਵੀ ਸੀ, ਸਰਦਾਰ ਕਪੂਰ ਸਿੰਘ ਸੀ। ਜਿਹੜੇ ਬੰਦੇ ਨੂੰ ਵਹਿਮ ਆ ਉਹਦਾ ਕੋਈ ਇਲਾਜ ਨਹੀਂ, ਪਰ ਫਿਰ ਵੀ ਮੇਰੇ ਕੋਲੇ ਆਵੇ, ਮੈਂ ਆ ਪਿਆ ਇੱਥੇ ਸਾਰਾ ਰਿਕਾਰਡ ਇਕੱਠਾ ਕੀਤਾ ਹੋਇਆ ਕਿ ਕਹਿੰਦੇ ਕਹਾਉਂਦੇ ਤੁਹਾਡੀ ਕੌਮ ਦੇ ਫਿਲਾਸਫਰ ਮੈਨੂੰ ਭੇਜ ਦਿਓ ਜੀ ਪਾਰਲੀਮੈਂਟ ਦੇ ਵਿੱਚ। ਮੈਂ ਕਹਿੰਦਾ ਮੈਂ ਉੱਥੇ ਜਿੰਨਾ ਵਧੀਆ ਮਰਜ਼ੀ ਕੌਮ ਦਾ ਪੱਖ ਪੇਸ਼ ਕਰਿਆ ਵਾਂ, ਕੱਖ ਨਹੀਂ ਜੇ ਬਣਨਾ। ਪਾਰਲੀਮੈਂਟ ਹਿੰਦੂਇਜ਼ਮ ਦੀ ਪਾਰਲੀਮੈਂਟ ਆ, ਹਿੰਦੂਆਂ ਦੀ ਪਾਰਲੀਮੈਂਟ। ਆਪਾਂ ਨੂੰ ਝੂਠ ਬੋਲਿਆ ਜਾ ਰਿਹਾ ਕਿ ਇਹ ਸਾਰੇ ਲੋਕਾਂ ਦੀ, ਜੇ ਇਹ ਲੋਕਾਂ ਦਾ, ਲੋਕਾਂ ਲਈ, ਲੋਕਾਂ ਉੱਤੇ ਰਾਜ ਨਹੀਂ ਹੈਗਾ। ਇਹ ਲੋਕਾਂ ਉੱਤੇ, ਭਾਰਤੀ ਲੋਕਾਂ ਉੱਤੇ ਹਿੰਦੂ ਦਾ ਰਾਜ। ਇਹ ਜਿਹੜਾ ਮੁਲਕ ਦਾ ਪ੍ਰਾਈਮ ਮਿਨਿਸਟਰ ਹੁੰਦਾ ਉਹਦਾ ਕੀ ਕੰਮ ਆ ਜੀ? ਆ ਰਾਮ ਮੰਦਿਰ ਤੇ ਜਾ ਕੇ ਉੱਥੇ ਉਹ ਭੂਮੀ ਪੂਜਨ ਜੇ ਕਰਦਾ ਫਿਰਦਾ। ਨਾਲੇ ਕਹਿੰਦੇ ਧਰਮ ਨਿਰਪੱਖ ਮੁਲਕ, ਨਹੀਂ ਜਾਣਾ ਚਾਹੀਦਾ ਕਿਸੇ ਵੀ ਥਾਂ ਦੇ ਉੱਤੇ। ਸੋ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਪੂਰੇ ਸਿੱਖ ਸੰਘਰਸ਼ ਦੇ ਵੱਲੋਂ, ਦੂਰ ਨੇੜੇ ਜਿੰਨੇ ਵੀ ਭੈਣ ਭਰਾ ਬੈਠੇ ਆ, ਜਿਹੜੇ ਸ਼ਹੀਦ ਹੋ ਗਏ ਉਹਨਾਂ ਵੱਲੋਂ ਵੀ, ਜਿਹੜੇ ਜਿਉਂਦੇ ਆ ਉਹਨਾਂ ਵੱਲੋਂ ਵੀ, ਉਹਨਾਂ ਵੱਲੋਂ ਵੀ ਬੇਨਤੀ ਆ ਜਿਹੜੇ ਲੜੇ ਤਾਂ ਸਹੀ ਪਰ ਹਾਲਾਤਾਂ ਨੇ ਬੇਵਸ ਕਰਤੇ ਤੇ ਉਹ ਹੋਰ ਰਾਹਾਂ ਤੇ ਤੁਰ ਪਏ, ਮਜਬੂਰ ਹੋ ਗਏ। ਉਹਨਾਂ ਸਾਰਿਆਂ ਵੱਲੋਂ ਬੇਨਤੀ ਆ ਅੱਜ ਦੇ ਸਿੱਖ ਆਵਾਮ ਨੂੰ ਕਿ ਸਾਡੀਆਂ ਪਿਛਲੇ ਸਦੀ ਦੀਆਂ, ਪਿਛਲੇ ਦੌਰ ਦੀਆਂ 1978 ਤੋਂ ਚੱਲੇ ਸੰਘਰਸ਼ ਦੀਆਂ ਗਲਤੀਆਂ ਜਿਹੜੀਆਂ ਨੇ ਸਾਡੇ ਪੱਲੇ ਪਾਤੀਆਂ। ਅਸੀਂ ਧੰਨਵਾਦੀਆਂ ਤੁਹਾਡੇ ਤੋਂ ਕੌਮ ਦੇ ਸਾਹਮਣੇ ਕਦੇ ਵੀ ਉੱਚੀ ਬੋਲ ਨਹੀਂ ਬੋਲਿਆ ਜਾ ਸਕਦਾ, ਕੌਮ ਵੱਡੀ ਹੁੰਦੀ ਹੈ। ਪਰ ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਅਕਲ ਘੱਟ ਸਹੀ, ਸਾਡੀ ਬੋਲਤੀ ਬੰਦ ਹੋ ਗਈ, ਪਰ ਤੁਸੀਂ ਅੱਜ ਆਓ, ਅੱਜ ਇਤਿਹਾਸ ਨੂੰ ਤੁਹਾਡੀ ਲੋੜ ਆ। ਇਹ ਨਾ ਹੋਵੇ ਕਿ ਲੋਕ ਕਹਿਣ ਇਹਨਾਂ ਨੂੰ ਸਮਝ ਹੀ ਨਹੀਂ ਲੱਗੀ। ਸਾਨੂੰ ਤਾਂ ਸਮਝ ਲੱਗ ਗਈ ਸੀ, ਅਸੀਂ ਤਾਂ ਦਿੱਲੀ ਨਾਲ ਸਿੱਧਾ ਲੜੇ ਸੀ, ਅਸੀਂ ਪਾਰਲੀਮੈਂਟਰੀ ਸਿਸਟਮ 'ਚ ਨਹੀਂ ਬੜੇ ਸੀ। ਸਾਨੂੰ ਬਹੁਤ ਚੰਗਾ ਮਾੜਾ ਸੁਣਨਾ ਪਿਆ ਕਿ ਜੀ ਇਲੈਕਸ਼ਨਾਂ ਦਾ ਬਾਈਕਾਟ ਤੇ ਫਲਾਨਾ ਤੇ ਧਮਕਾਨਾ। ਹੁਣ ਤੁਸੀਂ ਭਾਈ ਇਲੈਕਟ੍ਰੋਨਿਕ ਸਿਸਟਮ ਦੇ ਰਾਹੀਂ ਚਾਹੇ ਦੂਜੇ ਕਿਸੇ ਤਰੀਕੇ ਨਾਲ ਸਾਡੇ ਹੱਕ ਦਬਾ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਸੋ ਜੇਕਰ ਕਿਸੇ ਭੈਣ ਭਰਾ ਨੂੰ ਮੇਰੀ ਗੱਲ ਚੁਭੀ ਹੋਵੇ ਉਤੋਂ ਮਾਫੀ ਮੰਗਦਾ, ਪਰ ਮੈਂ ਫਿਰ ਇਹੀ ਬੇਨਤੀ ਕਰੂੰਗਾ ਕਿ ਇਹਨਾਂ ਸਾਰੇ ਸਿਆਸੀ ਪ੍ਰਵਾਨਾਂ ਤੋਂ ਜਿਨ੍ਹਾਂ ਦੇ ਬਿਆਨ ਪੜ੍ਹ ਕੇ ਵੀ ਫੁਕਰੀਆਂ ਮਾਰ ਲੱਗ ਜਾਂਦੇ ਆ ਵੀ ਫਲਾਣੇ ਨੇ ਆਹ ਕਹਿਤਾ, ਮੋਦੀ ਨੂੰ ਉਹ ਕਹਿਤਾ, ਐਵੇਂ ਇਹਨਾਂ ਚੱਕਰਾਂ 'ਚ ਨਾ ਪਵੋ। ਹਕੀਕਤ ਬਾਬਾ ਜਰਨੈਲ ਸਿੰਘ ਬਿਆਨ ਕਰ ਗਏ ਆ ਕਿ ਜਿਹੜੇ ਆਪਦੀ ਕੁਰਸੀ ਕਾਇਮ ਰੱਖਣ ਲਈ ਕੁਛ ਵੀ ਕਰ ਸਕਦੇ ਆ, ਉਹਨਾਂ ਤੋਂ ਬਚੋ। ਇਹ ਸਾਰੇ ਦੇ ਸਾਰੇ ਲੋਕ ਠੱਗ ਨੇ, ਇਹ ਝੂਠ ਬੋਲਦੇ ਆ। ਇਹਨਾਂ 'ਚ ਇੰਨੀ ਜ਼ਰੂਰਤ ਹੀ ਨਹੀਂ ਹੈਗੀ ਕਿ ਠੋਕ ਕੇ ਕਹਿ ਸਕਣ ਕਿ ਪਾਰਲੀਮੈਂਟ 'ਚ ਚਾਹੇ ਤੁਸੀਂ 100 ਸਿੱਖਾਂ ਦਾ MP ਭੇਜ ਦਿਓ, ਕੱਖ ਨਹੀਂ ਜੇ ਬਣਨਾ। ਉੱਥੇ ਹਿੰਦੂ ਦੀ ਚੱਲਣੀ, ਹਿੰਦੂ ਦੀ ਬੋਲਬਾਲਾ। ਉਹ ਇੱਥੇ ਹੀ ਸਮਾਪਤੀ ਆ। ਦਿਲ 'ਚ ਜਜ਼ਬਾਤ ਨੇ, ਅੰਦਰੋਂ ਉੱਬੜ ਕੇ ਪੈਂਦੇ ਆ, ਕਿਉਂਕਿ ਇੱਕ ਤਾਂ ਪਿਛਲੇ ਸੰਘਰਸ਼ ਨੂੰ ਬੇਵਫਾਈ ਨਹੀਂ ਕਰ ਹੁੰਦੀ, ਦੂਜਾ ਹਾਲਾਤਾਂ ਤੋਂ ਬੇਵਸਾਂ, ਦਿਖਦਾ ਕੋ ਸਾਹਮਣੇ ਹੈ ਨਹੀਂ, ਤੇ ਲੜਨ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ। ਤੇ ਜਦੋਂ ਕੋਈ ਰਾਹ ਨਾ ਹੋਵੇ ਉਦੋਂ ਫਿਰ ਸੱਚੇ ਪਾਤਸ਼ਾਹ ਦਾ ਓਟ ਆਸਰਾ ਲਈਦਾ। ਬਾਣੀ ਪੜ੍ਹਿਆ ਕਰੋ, ਆਪਦੇ ਧਰਮ ਅਤੇ ਇਤਿਹਾਸ ਤੋਂ ਸਿੱਧ ਲਿਆ ਕਰੋ, ਰਾਹ ਜ਼ਰੂਰ ਮਿਲੂਗਾ। ਪਰ ਖਾਲਸਾ ਬਾਗੀ ਹੁੰਦਾ ਜਾਂ ਬਾਦਸ਼ਾਹ, ਖਾਲਸਾ ਕਦੇ ਗੁਲਾਮ ਨਹੀਂ ਹੁੰਦਾ। ਗੁਲਾਮੀ ਦੇ ਰਾਹ ਤੋਂ, ਗੁਲਾਮੀ ਦੇ ਪਾਸੇ ਤੋਰਨ ਵਾਲਿਆਂ ਤੋਂ ਬਚੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਭਾਈ ਸਰਬਜੀਤ ਸਿੰਘ ਘੁਮਾਣ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਨੇ, ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ, ਤੇ ਉਹ ਹਰ ਗੱਲ ਤੱਥਾਂ ਦੇ ਆਧਾਰ ਤੇ ਕਰਦੇ ਨੇ। ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕੌਮ ਦੇ ਉਹਨਾਂ ਸਿੱਖ ਬੁੱਧੀਜੀਵੀਆਂ ਨੂੰ ਹਮੇਸ਼ਾ ਧਿਆਨ ਨਾਲ ਸੁਣੀਏ, ਉਹਨਾਂ ਦੀਆਂ ਕਹੀਆਂ ਗੱਲਾਂ ਧਿਆਨ ਨਾਲ ਸਮਝੀਏ, ਜਿਹੜੀਆਂ ਪੰਜਾਬ ਦੇ ਹਿੱਤਾਂ ਵਾਸਤੇ ਨੇ, ਪੰਜਾਬ ਦੇ ਫਾਇਦੇ ਵਾਸਤੇ ਨੇ। ਤੇ ਜੇਕਰ ਅਸੀਂ ਉਹਨਾਂ ਨੂੰ ਸੁਣ ਕੇ ਅਣਸੁਣਾ ਕਰਾਂਗੇ, ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਵਾਂਗੇ, ਤਾਂ ਕਿਤੇ ਨਾ ਕਿਤੇ ਅਸੀਂ ਮੁੜ ਉਹੀ ਗਲਤੀ ਦੁਹਰਾ ਰਹੇ ਹਾਂ ਜੋ ਕਈ ਦਹਾਕਿਆਂ ਤੋਂ ਦੁਹਰਾਉਂਦੇ ਆ ਰਹੇ ਹਾਂ ਕਿ ਜੁਮਲਿਆਂ ਦੀ ਰਾਜਨੀਤੀ ਕਰਨ ਵਾਲਿਆਂ ਤੇ ਭਰੋਸਾ ਕਰਕੇ ਦਹਾਕਿਆਂ ਤੋਂ ਆਪਣੀ ਵੋਟ ਕਦੀ ਅਕਾਲੀਆਂ ਦੇ ਤੇ ਕਦੀ ਕਾਂਗਰਸ ਦੇ ਹੱਕ ਵਿੱਚ ਭੁਗਤਾ ਰਹੇ ਹਾਂ, ਤੇ ਹਰ ਵਾਰ ਧੋਖਾ ਖਾ ਰਹੇ ਹਾਂ, ਠੱਗਿਆ ਮਹਿਸੂਸ ਕਰ ਰਹੇ ਹਾਂ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਜਦ ਹੁਣ ਪੰਜਾਬ ਦੀ ਜਵਾਨੀ, ਕਿਸਾਨੀ,
ਗਾਇਕ, ਐਕਟਰ, ਮਜ਼ਦੂਰ, ਆੜਤੀਏ ਸਭ ਇਕਜੁੱਟ ਇਕਮੁੱਠ ਹੋ ਗਏ ਨੇ। ਤਾਂ ਹੁਣ ਇਹ ਰਵਾਇਤੀ ਪਾਰਟੀਆਂ ਕਿੱਧਰ ਨੂੰ ਭੱਜਣਗੀਆਂ, ਕਿੱਦਾਂ ਕਿਹੜਾ ਝੰਡਾ ਲੱਭਣਗੀਆਂ ਵੋਟਾਂ ਬਟੋਰਨ ਵਾਸਤੇ, ਕਿਉਂਕਿ ਨਾ ਤਾਂ ਹੁਣ ਇਹਨਾਂ ਨੂੰ ਕਿਸੇ ਪਿੰਡ ਵਿੱਚ ਵੜਨ ਦਿੱਤਾ ਜਾਵੇਗਾ ਤੇ ਨਾ ਹੀ ਸ਼ਹਿਰਾਂ ਵਾਲੇ ਇਹਨਾਂ ਨੂੰ ਮੂੰਹ ਲਾਣਗੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।